ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਅੱਜ ਹੋ ਸਕਦਾ ਕਿ ਮੇਰੇ ਪਿਛਲੀ ਬੈਕਡ੍ਰੌਪ ਨੂੰ ਦੇਖਦਿਆਂ ਹੋਇਆਂ ਜਾਂ ਮੈਨੂੰ ਖੁਦ ਨੂੰ ਦੇਖਦਿਆਂ ਹੋਇਆ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇ ਕਿ ਵੀ ਮੈਂ ਕਿੱਥੇ ਜੇ ਬੈਠਾ। ਪਰ ਇਸ ਵਕਤ ਮੈਂ ਜਿੱਥੇ ਜੇ ਵੀ ਬੈਠਾ ਇੱਥੇ ਸਮਝ ਦਾ ਵੀ ਕੁਝ ਨਹੀਂ ਸਮਝ ਲੱਗਦੀ, ਲਾਈਟਾਂ ਬੱਤੀਆਂ ਦੀ ਕੁਝ ਸਮਝ ਨਹੀਂ ਲੱਗਦੀ। ਪਰ ਜਿਹੜੀ ਚੀਜ਼ ਦੀ ਸਮਝਣ ਦੇ ਲਈ ਆਪਾਂ ਇਸ ਵਕਤ ਬੈਠੇ ਹਾਂ ਉਹ ਆ ਪ੍ਰੋਗਰਾਮ ਪ੍ਰਾਈਮ ਫੋਕਸ ਤੇ ਸਮਝਾਉਣ ਦੇ ਲਈ ਆਪਣੇ ਨਾਲ ਪੰਨੂ ਸਾਹਿਬ ਹੈਗੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਜੀ। ਮੈਨੂੰ ਲੱਗਦਾ ਕਿ ਕੈਨੇਡਾ ਦਾ ਰੰਗ ਚੜ ਗਿਆ, ਬੰਦਾ ਵਧੀਆ ਅੱਗੇ ਨਾਲੋਂ ਸੋਹਣਾ ਸੋਹਣਾ ਜਿਹਾ ਲੱਗਦਾ ਪਿਆ। ਇੱਦਾਂ ਲੱਗਦਾ ਕਿ ਕੁਝ ਮੌਸਮ ਦਾ ਅਸਰ, ਕੁਝ ਖਾਣ ਪੀਣ ਦਾ, ਕੁਝ ਇੱਦਾਂ ਵੀ ਆ। ਮੈਂ ਸੁਣਿਆ ਉੱਥੋਂ ਦੇ ਸਾਬਣ ਸੂਬਣ ਚੰਗੇ ਆ, ਇੱਥੇ ਆਪਾਂ ਜੇ 2 ਦਿਨ ਨਾ ਨਹਾਈਏ ਤਾਂ ਵੀ ਸਰ ਜਾਂਦਾ। ਉੱਥੇ ਦੂਸਰਿਆਂ ਵੱਲੋਂ ਵੇਖੋ ਵੇਖੀ ਕਹਿੰਦੇ ਨਹਾਉਣਾ ਧੋਣਾ ਜਰਾ ਜ਼ਿਆਦਾ ਪੈਂਦਾ। ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ? ਵੇਖੋ ਬਾਪੂ ਜੀ, ਮੈਂ ਬੇਨਤੀ ਕਰਾਂ ਕਿ ਮੈਂ ਸਿਰਫ ਤੁਹਾਡਾ ਕਰਕੇ ਹੀ ਇੱਥੇ ਔਖਾ ਸੌਖਾ ਹੋਈ ਹੈ ਨਾ। ਕਈ ਵਾਰ ਠੰਡੇ ਨਾਲ ਨਹਾਉਣਾ ਪੈਂਦਾ, ਕਈ ਵਾਰ ਬਹੁਤਾ ਤੱਤਾ ਨਿਕਲ ਆਉਂਦਾ ਪਾਣੀ ਜਾਂ ਇਹ ਟੂਟੀ ਦੀ ਵੀ ਸਮਝ ਨਹੀਂ ਲੱਗਦੀ ਮੈਨੂੰ। ਇਹ ਆ ਵੀ ਇੱਕ ਵਾਰ ਕਿਸੇ ਬੰਦੇ ਦਾ ਵੱਜੇ ਨਾ ਵੀ ਯਾਰ ਇਹ ਟੂਟੀ ਤੋਂ ਡਰਦਾ, ਤੇ ਫਿਰ ਭਾਵੇਂ 4 ਵਾਰ ਨਹਾਵਾਂ ਫਿਰ ਮੈਨੂੰ ਕਿਸੇ ਨੇ ਗਿਣਨਾ ਨਹੀਂ। ਇਸ ਕਰਕੇ ਮੈਂ ਪਹਿਲਾਂ ਹੀ ਅਗਲੇ ਨੂੰ ਆਖਣਾ ਵੀ ਨਹੀਂ ਭਾਈ ਸਾਹਿਬ, ਸਾਨੂੰ ਇਹ ਆਦਤ ਸ਼ੁਰੂ ਤੋਂ ਪਈ ਹੈ। ਜਿੱਦਾਂ ਤੁਸੀਂ ਆਪ ਹੀ ਉਹ ਗੱਲ ਸੁਣਾਉਂਦੇ ਹੁੰਦੇ ਅੰਮ੍ਰਿਤਸਰ ਵਾਲੇ ਭਾਈ ਸਾਹਿਬ ਦੇ ਆਸ਼ੀਰਵਾਦ ਨਾਲ, ਉੱਦਾਂ ਜਲੰਧਰ ਵਾਲੇ ਬਾਪੂ ਜੀ ਦੇ ਆਸ਼ੀਰਵਾਦ ਨਾਲ ਮੈਂ ਸਾਬਣ ਕੋਈ ਸੁੱਕਣ ਮਰ ਜਾਣਾ। ਕੋਈ ਨਹੀਂ ਹੌਲੀ ਹੌਲੀ ਸੈੱਟ ਹੋ ਜਾਓਗੇ, ਹੌਲੀ ਹੌਲੀ ਸੈੱਟ ਹੋ ਜਾਓਗੇ। ਜਿਹੜੇ ਦੇਖ, ਇੱਕ ਗੱਲ ਦਾ ਹੈਗਾ ਕਿ ਪਹਿਲਾਂ ਪਰਮਵੀਰ ਬਾਠ ਗਿਆ ਸੀ, ਲੱਗਦਾ ਸੀ ਕਿ ਪਤਲਾ ਜਿਹਾ ਮੁੰਡਾ ਤੇ ਉੱਥੇ ਬਰਫਾਂ 'ਚ ਜਾ ਕੇ ਫਸ ਗਿਆ, ਪਹਿਲਾਂ ਹੀ ਲਿੱਸਾ ਜਿਹਾ ਕਿਤੇ ਹੋਰ ਸੁੰਗੜ ਗਿਆ ਤੇ ਕੀ ਬਣੂਗਾ। ਪਰ ਉਹ ਠੀਕ ਠਾਕ ਰਿਹਾ ਤੇ ਇੰਨਾ ਕੁ ਫਰਕ ਪਿਆ ਕਿ ਚਿਹਰਾ ਚੁਹਰਾ ਚਮਕ ਆਇਆ, ਨਾ ਭਾਰ ਵਧਿਆ ਨਾ ਭਾਰ ਘਟਿਆ, ਬਾਕੀ ਸਭ ਕੁਝ ਉੱਦਾਂ। ਅਕਲ ਥੋੜ੍ਹੀ ਜਿਹੀ ਤਿੱਖੀ ਹੋ ਗਈ ਆ ਤੇ ਮੈਂ ਉਡੀਕ ਰੱਖਦਾ ਕਿ ਅਗਲੇ ਸਾਲ ਤੱਕ ਗੁਰਪ੍ਰੀਤ ਵੀ ਇਹਦੇ ਨਾਲੋਂ ਜਰਾ ਹੋਰ ਤਰੱਕੀ ਦੀਆਂ ਪੌੜੀਆਂ ਚੜ੍ਹੇ। ਚਲੋ ਇਹ ਤੁਹਾਡਾ ਆਸ਼ੀਰਵਾਦ ਆ। ਆਪਾਂ ਮੈਨੂੰ ਲੱਗਦਾ ਕਿ ਵੀ ਹੁਣ ਆਪਣੀਆਂ ਗੱਲਾਂ 'ਚ ਨਾ ਪੈ ਜਾਈਏ ਕਿਸੇ ਵੇਲੇ। ਜੇ ਮੈਂ ਬਾਠ ਸਾਹਿਬ ਨਾਲ ਬੈਠਾ ਵਾ ਤੇ ਉਹ ਕਹਿੰਦੇ ਨੇ ਯਾਰ ਤੁਸੀਂ ਆਪਣਾ ਕੰਮ ਸ਼ੁਰੂ ਕਰ ਲੈਂਦੇ ਤੇ ਖਬਰਾਂ ਨਹੀਂ ਆਉਂਦੇ। ਨਹੀਂ, ਉਹ ਫਿਰ ਬਾਠ ਦੀ ਵਿੱਚੋਂ ਕੱਟੀ ਖੁੱਲ ਜਾਂਦੀ ਹੈ ਤੇ ਕਦੇ ਸਾਈਕਲ ਰੱਖਣ ਚੱਲ ਜਾਂਦਾ। ਮੈਂ ਘੱਟੋ ਘੱਟ ਕੱਟੀ ਨਹੀਂ ਅਤੇ ਰੱਖੀ ਨਾ ਸਾਈਕਲ ਹੈ। ਅੱਛਾ ਬਸ ਮੈਂ ਜਿਹੜੀ ਗੱਲ ਸਟਾਰਟਿੰਗ ਜੀ ਪੁੱਛਣੀ ਚਾਹੁੰਦਾ ਉਹ ਇਹ ਆ ਕਿ ਵੀ ਮੇਰੇ ਪਤਾ ਨਹੀਂ ਕਿਉਂ ਮੈਂ ਅੱਗੇ ਵੀ ਫੋਕਸ ਵੀ 1-2 ਵਾਰ ਇਹ ਗੱਲ ਕਰ ਚੁੱਕਾ। ਮੈਨੂੰ ਇਹ ਆ ਕਿ ਚਲੋ ਆਪਾਂ ਜ਼ਰੂਰ ਇਹ ਗੱਲ ਵਿਚਾਰੀਏ। ਹੁਣ ਕਿਸਾਨ ਲੀਡਰ ਜਿਹੜੇ ਨੇ ਉਹ ਪੱਛਮੀ ਬੰਗਾਲ ਪਹੁੰਚੇ ਆ। ਲਗਭਗ ਸਾਰੇ ਹੀ ਜਿਹੜਾ ਅੰਦੋਲਨ ਦੇ ਲੀਡਰ ਨੇ ਉਹ ਹੁਣ ਪੱਛਮੀ ਬੰਗਾਲ ਵਾਲੇ ਪਾਸੇ ਧਿਆਨ ਹੋ ਗਿਆ, ਕਿਉਂਕਿ ਉੱਥੇ ਇਲੈਕਸ਼ਨਾਂ ਚੱਲਦੀਆਂ ਪਈਆਂ। ਪਰ ਜਿਹੜੀ ਇਸ ਵਕਤ ਖੇਤੀ ਵਾਲੀ ਲੜਾਈ ਹੈ ਤੇ ਉਹਨੂੰ ਜਦੋਂ ਆਪਾਂ ਰਾਜਨੀਤਿਕ ਤੌਰ ਦੇ ਉੱਪਰ ਜਿਹੜੀ ਇਸ ਵਕਤ ਬੀਜੇਪੀ ਲੜਾਈ ਲੜ ਰਹੀ ਆ ਉੱਥੇ ਜਾ ਕੇ ਟੱਕਰ ਦਿਆਂਗੇ ਤਾਂ ਉੱਥੇ ਜਿਸ ਤਰ੍ਹਾਂ ਦਾ ਇਸ ਵਕਤ ਮਾਹੌਲ ਚਾਲ ਆ ਜਾਂ ਜਿਸ ਤਰ੍ਹਾਂ ਦਾ ਇੱਥੋਂ ਕਿਸਾਨ ਅੰਦੋਲਨ ਦੇ ਲੀਡਰਾਂ ਵੱਲੋਂ ਜਾ ਕੇ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਦਾ, ਇਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜਿਹੜਾ ਰਾਜੇਵਾਲ ਸਾਹਿਬ ਦਾ ਉਹ ਬਿਆਨ ਹੈ ਕਿ ਵੀ ਭਾਰਤ ਨੂੰ ਪਾਕਿਸਤਾਨ ਤੋਂ ਉਨਾ ਖਤਰਾ ਨਹੀਂ ਜਿੰਨਾ ਮੋਦੀ ਸਾਹਿਬ ਤੋਂ ਆ, ਉਹ ਗੱਲ ਕਿਸੇ ਹੋਰ ਪਾਸੇ ਨਾ ਨਿਕਲ ਜਾਵੇ। ਮੇਰੇ ਦਿਮਾਗ 'ਚ ਸੀ 2-3 ਦਿਨਾਂ ਤੋਂ। ਮੈਨੂੰ ਇਹ ਸੀ ਵੀ ਜਦੋਂ ਤੁਹਾਡੇ ਨਾਲ ਗੱਲ ਹੋਈ ਜ਼ਰੂਰ ਪੁੱਛੂੰਗਾ ਜੀ। ਦੇਖੋ, ਮੈਂ ਸਮਝਦਾ ਕਿ ਬਿਆਨਾਂ ਦੇ ਮਾਮਲੇ 'ਚ ਤਾਂ ਕੁਝ ਸੰਕੋਚ ਹੋਣਾ ਚਾਹੀਦਾ। ਇੱਕ ਹੱਦ ਤੋਂ ਵੱਧ ਇੱਦਾਂ ਦੇ ਤਿੱਖੇ ਬਿਆਨ ਨਹੀਂ ਦੇਣੇ ਚਾਹੀਦੇ। ਦੂਜੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਉਹਨਾਂ ਨੂੰ ਬਿਲਕੁਲ ਅਣਗੌਲੇ ਕਰਕੇ ਥਕਾ ਕੇ ਭਜਾਉਣ ਦਾ ਰਸਤਾ ਅਖਤਿਆਰ ਕੀਤਾ, ਉਹਦੇ ਤੋਂ ਕਿਸਾਨਾਂ ਦੇ ਮਨ ਵਿੱਚ ਖਿਝ ਹੈ। ਅੱਗੋਂ ਗਰਮੀਆਂ ਆ ਰਹੀਆਂ ਨੇ, ਉਹਨਾਂ ਨੇ ਆਪਣੇ ਵਾਸਤੇ ਪੱਲਿਓਂ ਇੱਟਾਂ ਲਿਆ ਕੇ ਛੋਟੀਆਂ ਛੋਟੀਆਂ ਪੱਕੀਆਂ ਇੱਟਾਂ ਦੀਆਂ ਝੁੱਗੀਆਂ ਟਾਈਪ ਬਣਾਉਣੀਆਂ ਸ਼ੁਰੂ ਕਰਤੀਆਂ, ਜਿਨ੍ਹਾਂ 'ਤੇ ਉੱਪਰ ਛੱਪਰ ਪਾਉਣਗੇ, ਵਿੱਚ ਪੱਖਿਆਂ ਕੂਲਰਾਂ ਦਾ ਪ੍ਰਬੰਧ ਕਰਨਗੇ। ਕੋਈ ਏਸੀ ਵੀ ਲਾ ਲੂਗਾ। ਉਹਨਾਂ ਦੇ ਉੱਤੇ ਸਾਰਿਆਂ 'ਤੇ ਕੱਲ੍ਹ ਦੇ ਪਰਚੇ ਦਰਜ ਕਰਨੇ ਸ਼ੁਰੂ ਕਰਤੇ ਆ ਕਿ ਇਹਨਾਂ ਨੇ ਇੱਥੇ ਕਿਉਂ ਕੀਤਾ। ਕਿਸਾਨਾਂ ਨੇ ਤਾਂ ਉੱਥੇ ਆਪਣੀ ਪਾਣੀ ਸਪਲਾਈ ਵਾਸਤੇ ਟਿਊਬਵੈੱਲ ਵੀ ਲਾਉਣਾ ਸ਼ੁਰੂ ਕਰਤਾ। ਇਹ ਕਹਿੰਦੇ ਲਾਉਣ ਨਹੀਂ ਦੇਣਾ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਹਨਾਂ 'ਤੇ ਪਰਚੇ ਦਰਜ ਕਰਨੇ ਸ਼ੁਰੂ ਕਰਤੇ ਆ। ਉਹਨਾਂ ਨੇ ਸਮਝਿਆ ਕਿ ਕੇਂਦਰ ਸਰਕਾਰ ਇੱਥੋਂ ਦੀ ਲੜਾਈ ਛੱਡ ਕੇ ਤੇ 5 ਰਾਜਾਂ ਦੀਆਂ ਚੋਣਾਂ ਲੜਨ ਚਲੀ ਗਈ ਆ ਤੇ ਉਹਨਾਂ ਚੋਣਾਂ ਦੇ ਵਿੱਚ ਆਪਣਾ ਪ੍ਰਚਾਰ ਘੱਟ ਕਰਦੀ ਹੈ, ਸਾਡੀ ਭੰਡੀ ਵੱਧ ਕਰਦੀ ਹੈ। ਜਿੱਥੇ ਜਾਂਦੇ ਮੋਦੀ ਸਾਹਿਬ ਤੇ ਉਹਨਾਂ ਦੀ ਟੀਮ ਸਾਰੇ ਦੇ ਸਾਰੇ ਇੱਕੋ ਗੱਲ ਕਰੀ ਜਾਂਦੇ ਆ ਕਿ ਕਿਸਾਨਾਂ ਦੀ ਆਮਦਨ ਅਸੀਂ ਤਾਂ ਦੁੱਗਣੀ ਕਰਨੀ ਆ, ਪਰ ਸਾਡੀਆਂ ਜਿੰਨੀਆਂ ਵੀ ਗੱਲਾਂ ਨੇ ਉਹਨਾਂ ਦੇ ਗਲਤ ਅਰਥ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਾਡੇ ਖਿਲਾਫ ਭੜਕਾਇਆ ਜਾ ਰਿਹਾ। ਫਿਰ ਕਿਸਾਨਾਂ ਨੇ ਸੋਚਿਆ ਕਿ ਜੇ ਉੱਥੇ ਜਾ ਕੇ ਇਹ ਪ੍ਰਚਾਰ ਕਰਦੇ ਆ, ਅਸੀਂ ਵੀ ਉੱਥੇ ਚੱਲੀਏ। ਇਹਨਾਂ ਦੀਆਂ ਟੀਮਾਂ ਮੁੱਢਲੇ ਤੌਰ 'ਤੇ ਬੰਗਾਲ ਵਿੱਚ ਗਈਆਂ ਨੇ। ਪੱਛਮੀ ਬੰਗਾਲ ਦਾ ਨੰਦੀਗ੍ਰਾਮ ਹਲਕਾ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਟੀਮ ਨਾਲ ਲੜਦੀ ਪਈ ਆ। ਇਹਨਾਂ ਸਭ ਤੋਂ ਪਹਿਲੀ ਰੈਲੀ ਉੱਥੇ ਜਾ ਕੇ ਕੀਤੀ ਆ। ਉੱਦਾਂ ਇਹਦੇ ਤੋਂ ਪਹਿਲਾਂ ਜਿਵੇਂ ਰਜਿਸਟਰੀ ਤੋਂ ਪਹਿਲਾਂ ਬਿਆਨਾ ਹੁੰਦਾ,
ਇੱਕ ਅਗੇਤੀ ਰੈਲੀ ਕਲਕੱਤੇ 'ਚ ਕੀਤੀ ਸੀ। ਕਲਕੱਤੇ ਦੇ ਵਿੱਚ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਦੋਂ ਜਾ ਕੇ ਬੋਲਿਆ ਤੇ ਇੱਕ ਚੌਕ ਦੇ ਵਿੱਚ ਨਾ ਰੈਲੀ ਕੀਤੀ ਕਿ ਥੋੜ੍ਹੇ ਜਿਹੇ ਲੋਕ ਆਉਣੇ ਆ ਤੇ ਇਸ ਚੌਕ ਵਿੱਚ ਸਰ ਜਾਏਗਾ। ਜਦੋਂ ਵੇਖਿਆ ਕਿ ਚੌਕ ਦੇ ਤਿੰਨ ਪਾਸਿਆਂ ਨੂੰ ਸੜਕਾਂ, ਇੱਕ ਖੱਬੇ ਇੱਕ ਸੱਜੇ ਇੱਕ ਬਿਲਕੁਲ ਸਾਹਮਣੇ, ਤੇ ਸਾਰੇ ਬਾਜ਼ਾਰ ਉੱਥੇ ਕਿਤੇ ਤੀਲਾ ਸੁੱਟਣ ਨੂੰ ਥਾਂ ਨਹੀਂ ਰਹਿ ਗਈ, ਇੰਨਾ ਰਸ਼ ਪੈ ਗਿਆ ਤੇ ਖੁੱਲ੍ਹ ਕੇ ਬੋਲਿਆ। ਉਹਦੇ ਬਾਅਦ ਹੁਣ ਇਹਨਾਂ ਨੇ ਜਾ ਕੇ ਪ੍ਰਚਾਰ ਦੀ ਪਹਿਲੀ ਰੈਲੀ ਨੰਦੀਗ੍ਰਾਮ 'ਚ ਕੀਤੀ ਹੈ ਤੇ ਉਸ ਰੈਲੀ 'ਚ ਉੱਥੋਂ ਦੇ ਲੋਕਾਂ ਦਾ ਹੜ੍ਹ ਆ ਗਿਆ ਸੁਣਨ ਵਾਸਤੇ ਕਿ ਕੀ ਕਹਿੰਦੇ ਆ। ਉਹਦੇ ਵਿੱਚ ਕਿਸਾਨ ਆਗੂ ਰਾਕੇਸ਼ ਟਕੈਤ ਵੀ ਬਹੁਤ ਖੁੱਲ੍ਹ ਕੇ ਬੋਲਿਆ, ਅਸੀਂ ਤੁਹਾਨੂੰ ਇਹ ਸੱਦਾ ਦੇਣ ਵਾਸਤੇ ਬਿਲਕੁਲ ਨਹੀਂ ਆਏ ਕਿ ਤੁਸੀਂ ਫਲਾਣੀ ਪਾਰਟੀ ਨੂੰ ਵੋਟਾਂ ਪਾਓ। ਅਸੀਂ ਤੁਹਾਨੂੰ ਇਹ ਸੱਦਾ ਦੇਣ ਵਾਸਤੇ ਆਏ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਧਰ ਕਹਿੰਦਾ ਉੱਧਰ ਬਿਲਕੁਲ ਨਾ ਪਾਇਓ, ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਨੇ 3 ਕਾਨੂੰਨ ਬਣਾਏ ਆ ਜਿਹੜੇ ਕਿਸਾਨਾਂ ਦੇ ਖਿਲਾਫ ਤਾਂ ਹੈਗੇ ਹੀ ਆ। ਜੇ ਕਾਨੂੰਨ ਲਾਗੂ ਹੋ ਗਏ ਤੇ ਖਾਸ ਕਰਕੇ ਇਹਨਾਂ ਜਿਹੜਾ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਆ ਉਹਦੇ ਨਾਲ ਤਾਂ ਸਾਰਾ ਅਨਾਜ ਚੱਲਣਾ ਗੋਦਾਮਾਂ 'ਚ ਤੇ ਤੁਹਾਨੂੰ ਆਮ ਲੋਕਾਂ ਨੂੰ ਵੀ ਖਾਣ ਨੂੰ ਰੋਟੀ ਨਹੀਂ ਜੁੜਨੀ। ਇੱਥੇ ਬਲੈਕ ਮਾਰਕੀਟਿੰਗ ਕਰਨਗੇ 2 ਵੱਡੇ ਘਰਾਣੇ ਤੇ ਤੁਸੀਂ ਸਾਰੇ ਭੁੱਖੇ ਬੈਠ ਕੇ ਤੇ ਹੌਕੇ ਲਿਆ ਕਰੋਗੇ, ਹਟਕੋਰੇ ਲਿਆ ਕਰੋਗੇ। ਉਹਦੇ ਤੋਂ ਬਚ ਜਾਓ, ਉਹਨਾਂ ਦੇ ਖਿਲਾਫ ਵੋਟਾਂ ਪਾਓ। ਇੱਕੋ ਗੱਲ ਆਖੀ ਹੈ ਕਿ ਜਿਹੜਾ ਕੋਈ ਮੋਦੀ ਦੀ ਪਾਰਟੀ ਨੂੰ ਹਰਾ ਸਕਦਾ ਉਹਨੂੰ ਵੋਟਾਂ ਪਾ ਦਿਓ। ਅਸੀਂ ਬਿਲਕੁਲ ਨਹੀਂ ਕਹਿੰਦੇ ਫਲਾਣੇ ਨੂੰ ਪਾਓ, ਪਰ ਬਗੈਰ ਕਿਹਾ ਵੀ ਕਹਿ ਤਾਂ ਦਿੱਤਾ ਉਹਨਾਂ ਨੇ ਵੀ ਕਿਹਨੂੰ ਪਾਓ। ਦੂਸਰੀ ਗੱਲ ਇਹ ਕਿ ਬਲਬੀਰ ਸਿੰਘ ਰਾਜੇਵਾਲ ਆਮ ਤੌਰ ਤੇ ਕਿਸਾਨਾਂ ਦੀ ਲੀਡਰਸ਼ਿਪ 'ਚੋਂ ਸ਼ਾਂਤ ਬੰਦਾ ਗਿਣਿਆ ਜਾਂਦਾ। ਕੱਲ੍ਹ ਜਿਹੜੀ ਰੈਲੀ ਹੋਈ ਉੱਥੇ ਨੰਦੀਗ੍ਰਾਮ 'ਚ, ਉਹਦੇ ਵਿੱਚ ਜਾ ਕੇ ਜਿਸ ਤਰ੍ਹਾਂ ਉਹਨੇ ਆਖਿਆ ਕਿ ਭਾਰਤ ਦੇਸ਼ ਦੇ ਲੋਕਾਂ ਨੂੰ ਓਨਾ ਖਤਰਾ ਪਾਕਿਸਤਾਨ ਤੋਂ ਨਹੀਂ ਜਿੰਨਾ ਨਰਿੰਦਰ ਮੋਦੀ ਤੋਂ ਹੈ, ਉਸ ਗੱਲ ਨੂੰ ਕਈਆਂ ਧਿਰਾਂ ਨੇ ਚੁੱਕਿਆ। ਤੁਹਾਡੀ ਗੱਲ ਇਹ ਠੀਕ ਹੈ ਕਿ ਇਹਨੂੰ ਦੂਸਰੇ ਰੁਖ ਵਿੱਚ ਵੀ ਪੇਸ਼ ਕੀਤਾ ਜਾ ਸਕਦਾ, ਇਹਨਾਂ ਦੇ ਖਿਲਾਫ ਮੁਹਿੰਮ ਵੀ ਚਲਾਈ ਜਾ ਸਕਦੀ ਹੈ ਜਾਂ ਇਹਦੇ ਨਾਲ ਦੂਸਰੀ ਕਿਸਮ ਦੀ ਕਤਾਰਬੰਦੀ ਵੀ ਹੋ ਸਕਦੀ ਹੈ। ਪਰ ਇੱਥੇ ਕਿਹੜੀ ਗੱਲ ਨੂੰ ਨੋਟ ਕਰਾਂਗੇ। ਅੱਜ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਵਿੱਚੋਂ ਸੁਰਿੰਦਰ ਸਿੰਘ ਨਾਂ ਦਾ ਇੱਕ MLA ਆ BJP ਦਾ, ਉਹਨੇ ਮਮਤਾ ਬੈਨਰਜੀ ਬਾਰੇ ਕਹਿਤਾ ਉਹ ਤਾਂ ਰਾਖਸ਼ਣੀ ਹੈ। ਹੁਣ ਤੁਸੀਂ ਸਮਝਦੇ ਹੋ ਰਾਖਸ਼ਣੀ ਹੈ, ਉਹ ਇੱਕ ਸਿਆਸੀ ਲੀਡਰ ਹੈ। ਵਿਆਹ ਉਹਨੇ ਕਰਾਇਆ ਨਹੀਂ, ਸਾਰੀ ਉਮਰ ਲੋਕਾਂ ਦੇ ਲੇਖੇ ਲਾਈ ਆ। 2 ਵਾਰੀ 5-5 ਸਾਲ ਯਾਨੀ 10 ਸਾਲ ਉਹ ਮੁੱਖ ਮੰਤਰੀ ਰਹਿ ਗਈ ਆ ਤੇ ਉਹਦੀ ਜਾਇਦਾਦ ਅਜੇ ਤੱਕ ਨਕਦੀ ਤੇ ਗਹਿਣੇ ਕੁੱਲ ਮਿਲਾ ਕੇ 20 ਲੱਖ ਰੁਪਏ ਤੋਂ ਘੱਟ ਹੈ। ਤੇ ਉਹਦੇ ਬਾਰੇ ਤੁਸੀਂ ਉਹਦੀ ਰਾਜਨੀਤੀ ਦਾ ਵਿਰੋਧ ਕਰਨਾ 10 ਵਾਰੀ ਕਰੋ, ਪਰ ਕਿਸੇ ਬਾਰੇ ਕਹਿਣਾ ਕਿ ਰਾਖਸ਼ਣੀ ਆ, ਇਹ ਤਾਂ ਇਸ ਤਰ੍ਹਾਂ ਹੋ ਜਾਏਗਾ। ਇਹ ਗੱਲਾਂ ਜਿਹੜੀਆਂ ਨੇ ਜੇ ਉਧਰਲੇ ਪਾਸੋਂ ਹੁੰਦੀਆਂ ਨੇ ਤੇ ਤਾੜੀ ਇੱਕ ਪਾਸੇ ਨੂੰ ਦੋਵਾਂ ਹੱਥਾਂ ਨਾਲ ਵੱਜਦੀ ਹੈ। ਜੇ ਉਹ ਨਹੀਂ ਕਰਨ ਤੋਂ ਹਟਦੇ ਤੇ ਇਹਨਾਂ ਨੇ ਵੀ ਜਾ ਕੇ ਫਿਰ ਜਿਹੜੀ ਬੋਲੀ 'ਚ ਉਹ ਕਰਦੇ ਸੀ ਉਹਦੇ ਜਵਾਬ ਵਿੱਚ ਇਹੋ ਕਰਨਾ ਸ਼ੁਰੂ ਕਰਤਾ। ਮੈਂ ਸਮਝਦਾ ਕਿਸਾਨ ਲੀਡਰ ਹੁਣ ਤੱਕ ਜਿੰਨਾ ਠਰਮਾ ਰੱਖਦੇ ਰਹੇ ਆ, ਆਪਣਾ ਉਹ ਗੰਭੀਰ ਜਿਹੜਾ ਰੁਖ ਸੀ ਉਹਨੂੰ ਕਾਇਮ ਰੱਖਣ। ਸੰਜੀਦਗੀ ਨਹੀਂ ਛੱਡਣੀ ਚਾਹੀਦੀ। ਲੱਗਦਾ ਕਿਤੇ ਸੰਜੀਦਗੀ ਦਾ ਪੱਲਾ ਛੱਡ ਕੇ ਉਹ ਗੁੱਸੇ ਵਿੱਚ ਕੁਝ ਗੱਲਾਂ ਕਹਿ ਰਹੇ ਨੇ। ਇਹੀ ਗੱਲ ਮੈਂ ਬਨੂ ਸਾਹਿਬ 2-3 ਦਿਨਾਂ ਤੋਂ ਮਹਿਸੂਸ ਕਰ ਰਿਹਾ ਸੀ। ਤੁਸੀਂ ਵਧੀਆ ਕੀਤਾ ਇਸ ਚੀਜ਼ ਨੂੰ ਇਸ ਤਰ੍ਹਾਂ ਸਮਝਾਇਆ। ਇੱਕ ਚੀਜ਼ ਹੋਰ ਮੈਂ ਇਹਦੇ 'ਚੋਂ ਤੁਹਾਡੇ ਸਵਾਲ ਪੁੱਛ ਕੇ ਤੇ ਫਿਰ ਆਪਾਂ ਪੱਛਮੀ ਬੰਗਾਲ ਦੀ ਦੂਸਰੀ ਰਾਜਨੀਤੀ ਵਾਲੇ ਪਾਸੇ ਮੁੜਾਂਗੇ। ਇਸ ਤੋਂ ਪਹਿਲਾਂ ਆਪਾਂ ਬੜੀਆਂ ਸਟੇਟਾਂ ਦੇ ਵਿੱਚ ਜਿੱਥੇ ਵੀ ਕਿਤੇ ਇੱਕ ਜ਼ਿਮਨੀ ਚੋਣ ਹੋਈ ਜਾਂ ਰਾਜਸਥਾਨ 'ਚ ਛੋਟੀਆਂ ਚੋਣਾਂ ਹੋਈਆਂ ਜਾਂ ਆਪਾਂ ਬਿਹਾਰ ਦੀ ਵਿਧਾਨ ਸਭਾ ਦੀ ਚੋਣ ਦੀ ਗੱਲ ਕਰ ਲਈਏ, ਉਹਨਾਂ ਇਲੈਕਸ਼ਨਾਂ ਨੂੰ BJP ਵੱਲੋਂ ਇਸ ਚੀਜ਼ ਨਾਲ ਜੋੜਿਆ ਗਿਆ ਕਿ ਦੇਖੋ ਜੀ ਲੋਕਾਂ ਦਾ ਫਤਵਾ ਜਿਹੜਾ ਜੀ ਉਹ ਹੱਕ 'ਚ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਮੰਨ ਲਓ ਪੱਛਮੀ ਬੰਗਾਲ ਜਾਂ ਜਿਹੜੇ ਬਾਕੀ ਸਟੇਟਾਂ ਦੀਆਂ ਚੋਣਾਂ ਨੇ ਉਹਨਾਂ ਦੇ ਨਤੀਜੇ ਚਾਹੇ ਆਉਣੇ ਤਾਂ ਮਈ 'ਚ ਨੇ, ਇਹਦਾ ਮਤਲਬ ਇਹ ਹੋ ਗਿਆ ਕਿ ਮਈ ਤੱਕ BJP ਇੱਕ ਗੱਲ ਤੇ ਇਹ ਹੋ ਗਈ ਕਿ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਨਹੀਂ ਕਰੂਗੀ, ਕਿਉਂਕਿ ਉਹਨੂੰ ਹੁਣ ਇਹ ਲੱਗ ਪਿਆ ਵੀ ਠੀਕ ਹੈ ਤੁਸੀਂ ਵੀ ਜੇ ਖੇਡਣਾ ਤੇ ਆ ਜਾਓ ਇੱਦਾਂ ਖੇਡ ਲਓ। ਤੇ ਦੂਜੀ ਗੱਲ ਇਹ ਵੀ ਜੇ ਮੰਨ ਲਓ ਕਿ ਉਹਨਾਂ ਸਟੇਟਾਂ ਦੇ ਵਿੱਚ ਜਾਂ ਪੱਛਮੀ ਬੰਗਾਲ ਦੇ ਵਿੱਚ BJP ਨੂੰ ਬਹੁਮਤ ਮਿਲਦਾ ਜਾਂ ਉਹਨਾਂ ਦੀ ਸਰਕਾਰ ਬਣਦੀ ਹੈ ਤੇ ਫਿਰ ਜਿਹੜੀਆਂ ਕਿਸਾਨਾਂ ਵਾਲੀਆਂ ਮੰਗਾਂ ਨੇ ਉਹ ਪਾਸੇ ਰਹਿ ਗਏ ਤੇ ਸਿਰਫ ਉਸੇ ਚੀਜ਼ ਦੇ ਉੱਪਰ ਨਤੀਜਾ ਕੱਢਿਆ ਜਾਊਗਾ ਵੀ ਆਹ ਦੇਖ ਲਓ ਜੀ ਤੁਸੀਂ ਖੇਡ ਕੇ ਦੇਖ ਲਿਆ ਸੀ, ਲੋਕ ਤਾਂ ਕਿਸਾਨੀ ਅੰਦੋਲਨਾਂ ਜਿਹੜੇ ਕਿਸਾਨੀ ਕਾਨੂੰਨ ਇਹਨਾਂ ਦੇ ਹੱਕ 'ਚ ਨੇ, ਤੁਸੀਂ ਲੋਕ ਗਲਤ ਹੋ। ਇਹ ਇੱਧਰ ਉੱਧਰ ਨਹੀਂ ਚਲੇ ਜਾਊਗੀ ਗੱਲ ਕਿਤੇ। ਦੇਖੋ ਇੱਕ ਗੱਲ ਤੁਹਾਨੂੰ ਮੈਂ ਚੇਤਾ ਕਰਾਵਾਂ, ਮੈਂ ਹੁਣ ਸਾਫ਼ ਕਹਿਣ ਲੱਗਾ ਕਿ ਕਿਸਾਨਾਂ ਨਾਲ ਗੱਲਬਾਤ ਤਾਂ ਅਗਲਾ 1 ਮਹੀਨਾ ਵੈਸੇ ਵੀ BJP ਨੇ ਕਰਨੀ ਨਹੀਂ ਜੀ। ਉਹਦਾ ਕਾਰਨ ਕੀ ਹੈ? ਤੁਹਾਨੂੰ ਯਾਦ ਹੋਊਗਾ ਕਿ ਮੈਂ ਦਸੰਬਰ ਦੇ ਪਹਿਲੇ ਅੱਧੇ 'ਚ ਇੱਕ ਗੱਲ ਕਹੀ ਸੀ ਕਿ ਖਰ ਮਾਸ ਸ਼ੁਰੂ ਹੋ ਗਿਆ ਹਿੰਦੂ ਕੈਲੰਡਰ ਦਾ। ਜਿਹੜੇ ਮਹੀਨੇ ਦੇ ਵਿੱਚ ਹਿੰਦੂ ਧਰਮ 'ਚ ਕੋਈ ਚੰਗਾ ਕੰਮ ਨੇਕੀ ਦਾ ਕੰਮ ਨਹੀਂ ਕੀਤਾ ਜਾਂਦਾ, ਇਹਨੂੰ ਮਲ ਮਾਸ ਵੀ ਕਿਹਾ ਜਾਂਦਾ ਹੈ, ਮਹੀਨਾ ਜਿਹੜਾ ਮਹੀਨਿਆਂ ਦੀ ਰਹਿੰਦ ਖੂੰਹਦ ਹੁੰਦਾ। ਦੂਜੀ ਗੱਲ ਇਹ ਹੈ ਕਿ ਹਿੰਦੂ ਧਰਮ ਵਿੱਚ ਇੱਕੋ ਕੈਲੰਡਰ ਨਹੀਂ ਚੱਲਦਾ, 2-3 ਕੈਲੰਡਰ ਚੱਲਦੇ ਆ। ਸੂਰਜੀ ਕੈਲੰਡਰ ਵੱਖਰਾ ਚੱਲਦਾ, ਚੰਦਰ ਕੈਲੰਡਰ ਵੱਖਰਾ ਚੱਲਦਾ। ਇੱਕ ਕੈਲੰਡਰ ਦੇ ਮੁਤਾਬਕ ਖਰ ਮਾਸ ਉਦੋਂ ਆਇਆ ਸੀ, ਦੂਜੇ ਕੈਲੰਡਰ ਦੇ ਮੁਤਾਬਕ ਖਰ ਮਾਸ ਇਸ ਹਫ਼ਤੇ ਸ਼ੁਰੂ ਹੋ ਰਿਹਾ। ਜਦੋਂ ਉਹ ਸ਼ੁਰੂ ਹੋ ਗਿਆ ਤੇ ਸਮਝ ਲਓ ਅਗਲੇ 1 ਮਹੀਨੇ ਦੇ ਵਿੱਚ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਕੁਮ ਨਹੀਂ ਕਰਨਾ ਜਿਹਦੇ ਵਿੱਚ ਕੋਈ ਸਮਝੌਤਾ ਹੋਵੇ, ਕੋਈ ਐਗਰੀਮੈਂਟ ਹੋਵੇ, ਕੋਈ ਗੱਲਬਾਤ ਤੈਅ ਹੋਵੇ।
ਉਹ ਤਾਂ ਇਸ ਕਰਕੇ ਵੀ ਨਹੀਂ ਕਰਨਾ। ਰਹਿ ਗਈ ਗੱਲ ਚੋਣਾਂ ਦੇ ਨਤੀਜੇ ਦੀ, ਅਜੇ ਅਸੀਂ ਕੁਛ ਨਹੀਂ ਕਹਿ ਸਕਦੇ ਕਿ ਕੱਲ੍ਹ ਨੂੰ ਕੀ ਬਣੇਗਾ। ਕੱਲ੍ਹ ਨਾਮ ਕਾਲ ਦਾ ਹੁੰਦਾ, ਉਹਦੇ ਵਿੱਚ ਕੁਝ ਵੀ ਵਾਪਰ ਸਕਦਾ। ਅਜੇ ਤੱਕ ਦੇ ਸਾਰੇ ਸਰਵੇਖਣ ਇਹ ਕਹਿੰਦੇ ਆ ਕਿ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਜਿੱਤਦੀ ਆ। ਇੱਥੋਂ ਤੱਕ ਕਿ ਜਿਹੜੇ ਟੀਵੀ ਚੈਨਲ ਭਾਜਪਾ ਦੇ ਬਹੁਤ ਨੇੜੇ ਗਿਣੇ ਜਾਂਦੇ ਆ, ਉਹਨਾਂ ਨੇ ਵੀ ਆਪਣੇ ਸਰਵੇਖਣ ਰਿਪੋਰਟਾਂ ਦੇ ਵਿੱਚ ਇਹ ਆਖਿਆ ਕਿ ਉੱਥੇ ਮਮਤਾ ਬੈਨਰਜੀ ਜਿੱਤਦੀ ਆ ਤੇ ਮੋਦੀ ਸਾਹਿਬ ਦੀ ਪਾਰਟੀ 90 ਤੋਂ ਲੈ ਕੇ 107-8 ਸੀਟਾਂ ਤੱਕ ਜਾਂਦੀ ਆ, ਜਦ ਕਿ 294 ਸੀਟਾਂ ਵਾਲੀ ਉਸ ਅਸੈਂਬਲੀ ਦੇ ਵਿੱਚ ਇਹਨਾਂ ਨੂੰ 147 ਚਾਹੀਦੀਆਂ। ਇਹ ਅਜੇ 40-45 ਸੀਟਾਂ ਪਿੱਛੇ ਆ। ਕੱਲ੍ਹ ਨੂੰ ਮੁਹਿੰਮ ਚੱਲ ਜਾਵੇ, ਉਸ ਮੁਹਿੰਮ ਵਿੱਚ ਇੱਕਦਮ ਚੜ੍ਹ ਜਾਣ ਤੇ ਕੁਝ ਕਿਹਾ ਵੀ ਨਹੀਂ ਜਾ ਸਕਦਾ। ਅਜੇ ਤੱਕ ਇਹ ਪਿੱਛੇ ਨੇ, ਪਰ ਜੇ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ, ਜਿੱਦਾਂ ਬਿਹਾਰ ਵਿੱਚ ਅਖੀਰਲੇ ਗੇੜ ਵਿੱਚ ਇਹਨਾਂ ਦਾ ਦਾਅ ਲੱਗ ਗਿਆ ਸੀ, ਤੇ ਫਿਰ ਇਹ ਇਸ ਗੱਲ ਨੂੰ ਆਖਣਗੇ ਕਿ ਅਸੀਂ ਜਿਹੜੇ ਵੀ ਰਾਜ ਵਿੱਚ ਜਾਂਦੇ ਹਾਂ, ਸਾਰੇ ਸਰਵੇਖਣ ਸਾਨੂੰ ਹਰਾਉਂਦੇ ਹੁੰਦੇ ਆ ਪਰ ਅਸੀਂ ਜਿੱਤ ਜਾਂਦੇ ਹਾਂ। ਇਹਦਾ ਮਤਲਬ ਕਿ ਜਨਤਾ ਸਾਡੇ ਨਾਲ ਆ। ਉਹ ਜਿਹੜਾ ਹੈਗਾ ਨਾ ਕਿ ਜਿਹੜਾ ਜਿੱਤ ਗਿਆ ਉਹੀ ਸਿਕੰਦਰ, ਜਦੋਂ ਇਹ ਜਿੱਤ ਜਾਣਗੇ ਤੇ ਆਪਣੇ ਆਪ ਨੂੰ ਸਿਕੰਦਰ ਦੇ ਤੌਰ ਤੇ ਪੇਸ਼ ਕਰਨ ਦਾ ਇਹਨਾਂ ਨੂੰ ਹੱਕ ਵੀ ਮਿਲ ਜਾਵੇਗਾ, ਔਰ ਇਹ ਪੇਸ਼ ਵੀ ਕਰਨਗੇ ਔਰ ਸਾਰੇ ਦੇਸ਼ ਵਿੱਚ ਪ੍ਰਚਾਰ ਕਰਨਗੇ ਕਿ ਇਹ ਇੱਕ ਵਿਧਾਨ ਸਭਾ ਦੀ ਚੋਣ ਨਹੀਂ ਸੀ, ਇਹ ਸਾਡੀਆਂ ਨੀਤੀਆਂ ਨੂੰ ਫਤਵਾ। ਅੱਗੋਂ ਉਹਨਾਂ 5 ਰਾਜਾਂ ਦੇ ਲੋਕਾਂ ਦੀ ਮਰਜ਼ੀ ਹੈ ਕਿ ਇਸ ਤਰ੍ਹਾਂ ਦਾ ਮੌਕਾ ਭਾਜਪਾ ਨੂੰ ਦਿੰਦੇ ਆ ਕਿ ਨਹੀਂ ਦਿੰਦੇ। ਬਿਲਕੁਲ। ਅੱਛਾ ਬੰਸੋ, ਆਪਾਂ ਹੁਣ ਪੰਜਾਬ ਵਾਲੇ ਪਾਸੇ ਨੂੰ ਮੋੜਾ ਕੱਟੀਏ ਤੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੈ ਇਸ ਵਕਤ ਬੜੀ ਅਜੀਬ ਤਰ੍ਹਾਂ ਦੀ ਹੋਈ ਪਈ ਹੈ। ਇੱਕ ਬੜੀ ਤੱਤੀ ਗੱਲ ਜਿਹੜੀ ਕਿ ਇਸ ਵਕਤ ਬੜੀ ਚਰਚਾ 'ਚ ਹੈ, ਉਹਦੀ ਆਪਾਂ ਜ਼ਿਕਰ ਕਰ ਲਈਏ। ਇਹ ਪਿਛਲੇ ਦਿਨਾਂ 'ਚ ਵਾਹਵਾ ਰੌਲਾ ਪਿਆ ਸੀ ਇਸ ਚੀਜ਼ ਦਾ ਕਿ ਮਾਲਵੇ ਵਾਲੇ ਪਾਸਿਓਂ ਅਕਾਲੀ ਵਾਲੇ ਸਰਦਾਰ ਜਿਹੜੇ ਨੇ ਸ਼ਾਇਦ ਉਹ ਆਪਸ ਦੇ ਵਿੱਚ ਹਲਕਾ ਬਦਲ ਸਕਦੇ ਆ। ਪਰ ਹੁਣ ਜਿਵੇਂ ਜਲਾਲਾਬਾਦ ਦੇ ਵਿੱਚ ਪਹਿਲੀ ਰੈਲੀ ਕੀਤੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪ੍ਰਧਾਨ ਹੁੰਦਿਆਂ ਅਕਾਲੀ ਦਲ ਦੇ ਪਹਿਲੇ ਉਮੀਦਵਾਰ ਦਾ ਐਲਾਨ ਕੀਤਾ ਤੇ ਪਹਿਲਾ ਉਮੀਦਵਾਰ ਜਲਾਲਾਬਾਦ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਨਾਮ ਉਹਨਾਂ ਨੇ ਆਪ ਅਨਾਊਂਸ ਕੀਤਾ ਤੇ ਇਹ ਵੀ ਕਿਹਾ ਵੀ ਭਾਈ ਸਾਹਿਬ ਇਹ ਜੰਗ ਤੁਸੀਂ ਜਿੱਤਣੀ ਆ, ਮੈਂ ਪੰਜਾਬ ਦੀ ਜੰਗ ਜਿੱਤਣੀ ਆ। ਇਹ ਪਹਿਲਾਂ ਇਹ ਸਾਰੀ ਚਰਚਾ ਹੋਣੀ ਕਿ ਸ਼ਾਇਦ ਉਹ ਹਲਕਾ ਬਦਲ ਲੈਣ ਤੇ ਉਸ ਤੋਂ ਬਾਅਦ ਜਦੋਂ ਇਸ ਚੀਜ਼ ਦਾ ਰੌਲਾ ਪੈ ਗਿਆ ਕਿ ਜੇ ਇਸ ਤਰ੍ਹਾਂ ਹੋ ਗਿਆ ਤੇ ਫਿਰ ਤਾਂ ਭੰਡੀ ਇਹ ਵੀ ਹੋ ਜੂਗੀ ਵੀ ਉਹ ਡਰ ਗਏ ਜੀ, ਭੱਜ ਗਏ ਜੀ, ਆਮਲਾ ਸਾਹਿਬ ਨੇ ਮਤਲਬ ਜਲਾਲਾਬਾਦ ਦਾ ਹਲਕਾ ਛਡਾਤਾ ਤੇ ਦੁਬਾਰਾ ਉੱਥੇ ਰੈਲੀ ਰੱਖ ਕੇ ਉੱਥੋਂ ਆਪਣੇ ਨਾਂ ਨੂੰ ਅਨਾਊਂਸ ਕਰਨਾ, ਇਹਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਜਲਾਲਾਬਾਦ ਦੇ ਵਿੱਚ ਅਜੇ ਪਿਛਲੇ ਮਹੀਨੇ ਜਦੋਂ ਨਗਰ ਕੌਂਸਲ ਚੋਣਾਂ ਹੋਈਆਂ ਜੀ, ਉੱਥੇ ਜਾ ਕੇ ਇੱਕ ਹਫ਼ਤਾ ਸੁਖਬੀਰ ਸਿੰਘ ਬਾਦਲ ਨੇ ਸਟੇ ਕੀਤਾ ਸੀ। ਉਸ ਸਟੇ ਦੇ ਬਾਅਦ ਵੀ ਨਤੀਜਾ ਜਦੋਂ ਆਇਆ ਤੇ 17 ਚੋਂ 11 ਸੀਟਾਂ ਕਾਂਗਰਸ ਲੈ ਗਈ, ਇੱਕ ਆਮ ਆਦਮੀ ਪਾਰਟੀ ਲੈ ਗਈ ਤੇ ਅਕਾਲੀਆਂ ਨੂੰ ਸਿਰਫ 5 ਮਿਲ ਗਈਆਂ ਸੀ ਜੀ। ਇਹਦੇ ਤੋਂ ਬਾਅਦ ਅਚਾਨਕ ਸੁਖਬੀਰ ਸਿੰਘ ਬਾਦਲ ਨੇ ਲੰਬੀ ਵਿੱਚ ਗੇੜੇ ਸ਼ੁਰੂ ਕਰ ਦਿੱਤੇ ਤੇ ਬਾਪੂ ਬਾਦਲ ਨੇ ਗਿੱਦੜਬਾਹੇ ਦਾ ਪੁਰਾਣਾ ਹਲਕਾ ਜਿਹੜਾ ਉੱਥੋਂ ਜਾ ਕੇ ਤੇ ਇਸ ਤਰ੍ਹਾਂ ਦੇ ਗੇੜੇ ਮਾਰਨੇ ਸ਼ੁਰੂ ਕਰਤੇ, ਲੋਕਾਂ ਨੂੰ ਮਿਲਣਾ ਸ਼ੁਰੂ ਕਰਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1957 ਦੀ ਪਹਿਲੀ ਇਲੈਕਸ਼ਨ ਜਿੱਤੀ ਸੀ ਮਲੋਟ ਤੋਂ, ਗਿੱਦੜਬਾਹਾ ਨਾਲ ਸੀ। ਉਹਦੇ ਤੋਂ ਬਾਅਦ 5 ਚੋਣਾਂ ਉਹਨਾਂ ਨੇ ਜਿੱਤੀਆਂ ਨੇ ਗਿੱਦੜਬਾਹੇ ਤੋਂ, ਕਿਉਂਕਿ 1992 ਦੀ ਚੋਣ ਲੜੀ ਨਹੀਂ ਸੀ। ਫਿਰ ਗਿੱਦੜਬਾਹਾ ਸੀਟ ਖਾਲੀ ਹੋ ਗਈ। 1994 'ਚ ਉਪ ਚੋਣ 'ਚ ਮਨਪ੍ਰੀਤ ਸਿੰਘ ਬਾਦਲ ਜਿੱਤ ਗਿਆ। ਇਹਨਾਂ ਨੇ ਭਤੀਜੇ ਤੋਂ ਸੀਟ ਛਡਾਉਣੀ ਚੰਗੀ ਨਹੀਂ ਸਮਝੀ ਤੇ ਉਹ ਸੀਟ ਉਹਨੂੰ ਦੇ ਕੇ ਤੇ ਲੰਬੀ 'ਚ ਚਲੇ ਗਏ। ਪਹਿਲੀ ਚੋਣ ਮਲੋਟ ਤੋਂ 5 ਵਾਰੀ ਗਿੱਦੜਬਾਹੇ ਤੋਂ ਤੇ ਫਿਰ 5 ਵਾਰੀ ਲੰਬੀ ਤੋਂ ਜਿੱਤੀ ਸੀ। ਅਸਰ ਤੇ ਦੋਵਾਂ ਹਲਕਿਆਂ 'ਚ ਇਹਨਾਂ ਦਾ ਹੈਗਾ। ਹੁਣ ਇਹ ਕਿਹਾ ਜਾਂਦਾ ਸੀ ਕਿ ਜਲਾਲਾਬਾਦ ਦੀ ਨਗਰ ਕੌਂਸਲ ਦੀ ਚੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇਹ ਸਮਝਦਾ ਕਿ ਜੇ ਮੈਂ ਇੱਥੇ ਖੜਾ ਰਿਹਾ ਤੇ ਮੇਰਾ ਚੰਡੀਗੜ੍ਹ ਪਹੁੰਚਣਾ ਔਖਾ, ਇਸ ਕਰਕੇ ਉਹਨੇ ਬਾਪੂ ਨਾਲ ਸਮਝੌਤਾ ਕਰ ਲਿਆ ਕਿ ਲੰਬੀ ਤੋਂ ਮੈਂ ਚੋਣ ਲੜ ਦੂੰ ਤੇ ਤੁਹਾਡਾ ਨਾਂ ਤਾਂ ਗਿੱਦੜਬਾਹੇ 'ਚ ਹੈਗਾ ਹੀ ਹੈਗਾ ਤੇ ਤੁਸੀਂ ਗਿੱਦੜਬਾਹੇ ਤੋਂ ਜਾ ਕੇ ਚੋਣ ਲੜੋ। ਇਹਦਾ ਦੋਹਰਾ ਮਾੜਾ ਅਸਰ ਪਿਆ। ਪਹਿਲਾਂ ਤਾਂ ਇਹ ਕਿ ਸਾਰੇ ਪਾਸੇ ਗੱਲ ਧੁੰਮ ਗਈ ਕਿ ਲੈ ਵੀ ਇਹ ਤਾਂ ਵਿਧਾਨ ਸਭਾ ਚੋਣਾਂ ਦਾ ਜੇ ਐਲਾਨ ਵੀ ਨਹੀਂ ਹੋਇਆ ਤੇ ਪਹਿਲਾਂ ਹੀ ਆਪਣਾ ਹਲਕਾ ਛੱਡ ਕੇ ਭੱਜ ਗਏ। ਇਹ ਗੱਲ ਇਹਨਾਂ ਵਾਸਤੇ, ਅਕਾਲੀ ਦਲ ਵਾਸਤੇ ਬੜੀ ਮਾਰੂ ਸਾਬਤ ਹੋ ਰਹੀ ਸੀ। ਦੂਜਾ ਇਹ ਰੌਲਾ ਪੈ ਗਿਆ ਕਿ ਹੁਣ ਬੁੱਢੇ ਬਾਰੇ ਬਾਪੂ ਬਾਦਲ ਦਾ ਹਲਕਾ ਛਡਾ ਕੇ ਮੁੰਡੇ ਨੇ ਆਪਣੇ ਲਈ, ਕਿਉਂਕਿ ਉਹ ਸੌਖਾ ਸੀ, ਤੇ ਬਾਪੂ ਨੂੰ ਗਿੱਦੜਬਾਹੇ ਦੇ ਵਿੱਚ ਤੋੜ ਦਿੱਤਾ, ਉਹਦਾ ਵਕਾਰ ਦਾ ਤੇ ਲਾਤਾ। ਉੱਥੇ ਅਗਲੇ ਪਾਸੇ ਰਾਜਾ ਵੜਿੰਗ ਹੈ। ਰਾਜੇ ਵੜਿੰਗ ਨਾਲ ਤਾਂ ਟੱਕਰ 'ਚ ਬੀਬੀ ਹਰਸਿਮਰਤ ਕੌਰ ਬਾਦਲ ਮਸਾਂ ਜਿੱਤੀ ਹੈ ਤੇ ਬਾਪੂ ਬਾਦਲ ਦਾ ਵਕਾਰ ਦਾ ਤੇ ਕਿਉਂ ਲਾਉਣ ਲੱਗੇ ਆ? ਜੇ ਜਿੱਤ ਵੀ ਗਏ ਤੇ ਥੋੜ੍ਹੀਆਂ ਵੋਟਾਂ ਤੇ ਵਿਕਟਰੀ ਹੋਈ ਤੇ ਫਿਰ ਕੀ ਬਣੂਗਾ? ਇਹ ਸਾਰੀਆਂ ਗੱਲਾਂ ਅਕਾਲੀ ਦਲ ਦੀ ਹਾਈ ਕਮਾਂਡ ਦੇ ਵਿੱਚ ਵੀ ਵਿਚਾਰ ਗੋਚਰੇ ਆਈਆਂ ਤੇ ਸਾਰੇ ਲੀਡਰਾਂ ਨੇ ਆਖਿਆ ਸੁਖਬੀਰ ਸਿੰਘ ਜੀ ਤੁਹਾਡਾ ਇੱਥੇ ਲੰਬੀ ਨੂੰ ਜਾਣਾ ਠੀਕ ਨਹੀਂ। ਉਹਨੇ ਆਖਿਆ ਮੈਂ ਤਾਂ ਐਲਾਨ ਕੀਤਾ ਹੀ ਨਹੀਂ। ਪਰ ਪਿਛਲੀਆਂ ਦਿਨਾਂ ਜਿਹੜੀਆਂ ਮੀਟਿੰਗਾਂ ਸੀ, ਮੀਟਿੰਗਾਂ ਦਾ ਪ੍ਰਭਾਵ ਇਹੋ ਸੀ। ਅੱਜ ਉਹਨਾਂ ਨੇ ਜਲਾਲਾਬਾਦ 'ਚ ਜਾ ਕੇ ਐਲਾਨ ਕਰ ਦਿੱਤਾ ਕਿ ਮੈਂ ਜਲਾਲਾਬਾਦ ਤੋਂ ਹੀ ਚੋਣ ਲੜੂੰਗਾ।
ਅਜੇ 6 ਦਿਨ ਪਹਿਲਾਂ ਖੇਮ ਕਰਨ ਵਾਲੇ MLA ਵਿਰਸਾ ਸੋ ਬਲਟੋਏ ਨੇ ਆਖਿਆ ਸੀ ਕਿ 15 ਤਰੀਕ ਨੂੰ ਅਸੀਂ ਭਿੱਖੀਵਿੰਡ 'ਚ ਰੈਲੀ ਕਰਨੀ ਹੈ ਖੇਮਕਰਨ ਹਲਕੇ ਵਿੱਚ, ਤੇ ਭਿੱਖੀਵਿੰਡ ਦੀ ਰੈਲੀ 'ਚ ਅਕਾਲੀ ਦਲ ਦੀ ਸਭ ਤੋਂ ਪਹਿਲੀ ਟਿਕਟ ਦਾ ਐਲਾਨ ਮੇਰੇ ਨਾਂ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਕਰਨਗੇ। ਉਹਦੀ ਗੱਲ ਤਾਂ ਕੱਟੀ ਗਈ। ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾ ਐਲਾਨ ਆਪਣੇ ਨਾਂ ਦਾ ਹੀ ਅਜੇ ਕੀਤਾ, ਬਾਕੀ ਸਾਰੇ ਕਰਨੇ ਆ, ਕਿਸੇ ਦੇ ਵੀ ਹੋਰ ਦੇ ਨਾਂ ਦਾ ਐਲਾਨ ਨਹੀਂ ਕੀਤਾ। ਹੁਣ ਇਹ ਜਿਹੜੀ ਟਿਕਟਾਂ ਦੀ ਵੰਡ ਸ਼ੁਰੂ ਹੋਈ ਆ, ਇਹ ਇਕੱਲਾ ਇੱਥੇ ਨਹੀਂ, ਕਈਆਂ ਥਾਵਾਂ ਤੇ ਟਿਕਟਾਂ ਦੇ ਰਫੜ ਵੀ ਪੈਂਦੇ ਪਏ ਆ, ਔਰ ਕੁਝ ਥਾਵਾਂ ਤੇ ਤਾਂ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਆਉਂਦੀਆਂ ਪਈਆਂ ਉਹ ਇਹ ਹੈ ਕਿ ਅਕਾਲੀ ਪਰਿਵਾਰਾਂ ਦੇ, ਇਹ ਨਾ ਸਮਝੋ ਵੀ ਕਾਂਗਰਸੀਆਂ 'ਚ ਨਹੀਂ, ਕਾਂਗਰਸੀਆਂ ਵਿੱਚ ਵੀ ਪੈਂਦੇ ਆ ਰਫੜ, ਤੇ ਇੱਥੇ ਵੀ ਅਕਾਲੀ ਪਰਿਵਾਰਾਂ ਦੇ ਵਿੱਚ ਕਾਫੀ ਜ਼ਿਆਦਾ ਰਫੜ ਪੈਣ ਲੱਗ ਪਏ ਆ, ਕਿਉਂਕਿ ਇਹਨਾਂ ਦੀ ਟਿਕਟਾਂ ਦੀ ਵੰਡ ਪਹਿਲਾਂ ਸ਼ੁਰੂ ਹੋ ਗਈ, ਇਹਨਾਂ ਦੇ ਪਹਿਲਾਂ ਸ਼ੁਰੂ ਹੋ ਗਏ ਆ। ਜਿੱਦਣ ਕਾਂਗਰਸ ਦੀ ਵੰਡ ਸ਼ੁਰੂ ਹੋਈ ਤੁਸੀਂ ਵੇਖਿਓ ਕਾਂਗਰਸੀਆਂ ਦੇ ਵਿੱਚ ਵੀ ਟੱਬਰਾਂ 'ਚ ਪਾਟਕ ਪੈਣੇ ਆ, ਜਿਵੇਂ 2017 'ਚ ਪਏ ਸੀ। ਖੇਮਕਰਨ ਦੀ ਸੀਟ ਤੋਂ ਸਾਬਕਾ ਮੰਤਰੀ ਕਾਂਗਰਸ ਦਾ ਗੁਰਚੇਤ ਸਿੰਘ ਭੁੱਲਰ, ਉਹ ਕਹਿੰਦਾ ਸੀ ਮੈਂ ਚੋਣ ਲੜਨੀ ਆ, ਤੇ ਦੋਵੇਂ ਮੁੰਡੇ ਕਹਿੰਦੇ ਸੀ ਅਸੀਂ ਲੜਨੀ ਆ। ਅਖੀਰ ਫੈਸਲਾ ਹੋਇਆ ਕਿ ਬਾਪੂ ਤੇ ਛੋਟਾ ਮੁੰਡਾ ਰਹਿਣ ਦੇਣ ਤੇ ਵੱਡਾ ਮੁੰਡਾ ਚੋਣ ਲੜ ਲੈ। ਉਹ ਲੜਿਆ ਤੇ ਵਿਰਸਾ ਸੋ ਬਲਟੋਏ ਨੂੰ ਹਰਾ ਕੇ ਜਿੱਤ ਗਿਆ। ਪਹਿਲਾਂ ਤਿੰਨੇ ਪਿਓ ਪੁੱਤ ਅੱਡੋ ਅੱਡ ਪ੍ਰਚਾਰ ਮੁਹਿੰਮ ਚਲਾ ਚੁੱਕੇ ਸੀ। ਅਜਨਾਲੇ ਦੇ ਵਿੱਚ ਇੱਕ ਵਾਰੀ ਆ ਜਿਹੜਾ ਹਰਪ੍ਰਤਾਪ ਸਿੰਘ ਅਜਨਾਲਾ MLA ਅੱਜ ਕੱਲ੍ਹ ਆ ਕਾਂਗਰਸ ਦਾ, ਇਹਦਾ ਤੇ ਇਹਦੇ ਸਕੇ ਭਰਾ ਦਾ ਇਸ ਗੱਲ ਤੇ ਝਗੜਾ ਪੈ ਗਿਆ ਸੀ, ਦੋਵੇਂ ਹੀ ਉਸ ਟਿਕਟ ਵਾਸਤੇ ਖਲੋ ਗਏ ਸਨ। ਇੱਦਾਂ ਦਾ ਕਈ ਥਾਈਂ ਇਹਨਾਂ ਦਾ ਵੀ ਝਗੜਾ ਪਿਆ ਸੀ। ਇਸ ਵੇਲੇ ਅਕਾਲੀਆਂ 'ਚ ਝਗੜਾ ਪੈਣਾ ਸ਼ੁਰੂ ਹੋ ਗਿਆ ਜੀ। ਇਹ ਅਕਾਲੀਆਂ ਵਾਲੇ ਝਗੜੇ ਦੀ, ਜੇ ਤੁਸੀਂ ਮਾਝੇ ਵੱਲ ਚਲੇ ਗਏ ਹੋ, ਤੇ ਮੈਂ ਨਿਰਮਲ ਸਿੰਘ ਕਾਹਲੋਂ ਹੋਰਾਂ ਦੇ ਬਾਰੇ ਵੀ ਸੁਣਿਆ ਕਿ ਸ਼ਾਇਦ ਉਹ ਫਤਿਹਗੜ੍ਹ ਚੂੜੀਆਂ ਤੇ ਬਟਾਲੇ ਹਲਕੇ ਦੇ ਵਿੱਚ ਆਪਸੀ ਪਿਓ ਪੁੱਤ ਦੇ ਵਿੱਚ ਵੀ ਕੋਈ ਰੌਲਾ ਹੈ, ਉਹ ਗੱਲ ਸਹੀ ਹੈ? ਦੇਖੋ, ਨਿਰਮਲ ਸਿੰਘ ਕਾਹਲੋਂ ਹੋਰਾਂ ਨੇ ਬਾਕੀ ਅਕਾਲੀਆਂ ਵਾਂਗ ਤੇ ਕਾਂਗਰਸੀਆਂ ਵਾਂਗ ਆਪਣੇ ਪੁੱਤਰ ਨੂੰ ਰਵੀ ਕਿਰਨ ਕਾਹਲੋਂ ਨੂੰ ਪ੍ਰਮੋਟ ਕੀਤਾ ਸੀ। ਹੁਣ ਉਹਨਾਂ ਨੇ ਕਿਹਾ ਕਿ ਮੈਂ ਪੁੱਤਰ ਵਾਸਤੇ ਹਲਕਾ ਬਟਾਲੇ ਦਾ ਛਡਾ ਰਿਹਾ। ਬਟਾਲੇ ਤੋਂ ਲਖਵੀਰ ਸਿੰਘ ਲੋਧੀ ਨੰਗਲ ਵੀ ਅਕਾਲੀ ਦਲ ਦਾ, ਉਹ ਕਿਉਂ ਛੱਡੇਗਾ? ਇਹਨਾਂ ਆਖਿਆ ਮੈਂ ਛਡਾ ਰਿਹਾ। ਪੁੱਤਰ ਉੱਥੋਂ ਜਾ ਕੇ ਬਾਦਲ ਪਿੰਡ ਦੇ ਵਿੱਚ ਕਹਿੰਦੇ ਆ ਸੁਖਬੀਰ ਸਿੰਘ ਨੂੰ ਮਿਲ ਕੇ ਆਇਆ। ਉਹਨੇ ਆ ਕੇ ਕਹਿਤਾ ਕਿ ਉੱਥੋਂ ਮੈਨੂੰ ਹਾਂ ਹੋ ਗਈ ਆ ਕਿ ਤੂੰ ਜਾ ਕੇ ਤੇ ਫਤਿਹਗੜ੍ਹ ਚੂੜੀਆਂ ਤੋਂ ਤਿਆਰੀ ਕਰ ਤੇ ਉੱਥੋਂ ਉਸ ਹਲਕੇ ਤੋਂ ਤੂੰ ਲੜਨਾ। ਉਹਦੇ ਪ੍ਰੈਸ ਨੂੰ ਕਹਿਣ ਤੋਂ ਬਾਅਦ ਫਿਰ ਨਿਰਮਲ ਸਿੰਘ ਕਾਹਲੋਂ ਨੇ ਬੰਦਿਆਂ ਦਾ ਇਕੱਠ ਕਰਕੇ ਕਹਿਤਾ ਨਹੀਂ ਐਵੇਂ ਕਰਦਾ, ਉਹਨੂੰ ਬਟਾਲੇ ਤੋਂ ਚੋਣ ਲੜਾਵਾਂਗੇ, ਇੱਥੋਂ ਮੈਂ ਲੜਨੀ ਆ। ਯਾਨੀ ਪਿਓ ਪੁੱਤ ਦੋਵੇਂ ਜਣੇ ਆਪਣੇ ਜੱਦੀ ਹਲਕੇ ਫਤਿਹਗੜ੍ਹ ਚੂੜੀਆਂ ਵਾਸਤੇ ਇਸ ਤਰ੍ਹਾਂ ਇੱਕ ਦੂਸਰੇ ਦੇ ਪੈਰ ਮਿੱਧ ਰਹੇ ਨੇ। ਅੱਜ ਵੀ ਥੋੜ੍ਹੀ ਦੇਰ ਪਹਿਲਾਂ ਮੈਂ 2 ਸਾਈਟਾਂ ਤੇ ਪੜ੍ਹ ਕੇ ਹਟਿਆ ਕਿ ਪਿਓ ਪੁੱਤ ਦੋਵਾਂ 'ਚ ਖਿੱਚੋ ਤਾਣ ਹੈ ਕਿ ਇੱਥੋਂ ਪਿਓ ਚੋਣ ਲੜੇ ਕਿ ਪੁੱਤ ਚੋਣ ਲੜੇ। ਅੱਗੇ ਵੀ ਕਈ ਮਾਮਲਿਆਂ 'ਚ ਇੱਦਾਂ ਹੁੰਦਾ ਰਿਹਾ ਤੇ ਹੁਣ ਵੀ ਸ਼ਾਇਦ ਇਹ ਉੱਥੇ ਹੋ ਜਾਣਾ। ਅੱਛਾ, ਇੱਕ ਸਵਾਲ ਹੋਰ ਪਨੂ ਸਾਹਿਬ, ਭਾਈ ਮਨਜੀਤ ਸਿੰਘ ਹੋਰੀ ਉਹ ਵੀ ਆ ਪਿਛਲੇ ਦਿਨੀ ਕਹਿ ਹਟਿਆ ਕਿ ਮੈਨੂੰ ਵੀ MLA ਦੀ ਟਿਕਟ ਚਾਹੀਦੀ ਹੈ। ਹੁਣ ਜਿਸ ਹਿਸਾਬ ਨਾਲ ਅਕਾਲੀ ਦਲ ਦੇ ਵਿੱਚ ਟਿਕਟਾਂ ਲੈਣ ਦੇ ਲਈ ਜਾਂ ਹਲਕੇ ਫਿੱਟ ਕਰਨ ਦੇ ਲਈ ਜਾਂ ਆਪਣੇ ਨਾਂ ਦਾ ਐਲਾਨ ਕਰਾਉਣ ਦੇ ਲਈ ਜਿਸ ਤਰ੍ਹਾਂ ਦੀ ਤੇਜ਼ੀ ਆ ਗਈ ਜਾਂ ਕਾਹਲੀ ਪੈ ਗਏ ਨੇ ਵੀ ਫਟਾਫਟ ਮੇਰੇ ਵਾਲਾ ਨੰਬਰ ਲੱਗ ਜਾਵੇ, ਬਾਕੀਆਂ ਦਾ ਕੁਝ ਪਤਾ ਨਹੀਂ। ਅਜੇ ਇਲੈਕਸ਼ਨਾਂ ਤੇ 2022 'ਚ ਨੇ ਤੇ ਅਜੇ ਸਮਾਂ ਵੀ ਬਹੁਤ ਜ਼ਿਆਦਾ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਤੇ ਚਰਚਾ ਵੀ ਚੱਲਦੀ ਹੈ ਕਿ ਸ਼ਾਇਦ ਅਕਾਲੀ ਦਲ ਦਾ ਜਿਹੜਾ ਪਹਿਲੇ ਵਾਲਾ ਪ੍ਰਭਾਵ ਸੀ ਉਹਨੂੰ ਖੋਰਾ ਲੱਗਿਆ। ਹਾਲਾਂਕਿ ਉਹ ਮੰਨਣ ਨਾ ਮੰਨਣ ਗੱਲ ਵੱਖਰੀ ਹੈ। ਉਹਦੇ ਬਾਵਜੂਦ ਵੀ ਜੇ ਟਿਕਟਾਂ ਲੈਣ ਦੇ ਵਿੱਚ ਇੰਨੀ ਦੌੜ ਆ ਤੇ ਫਿਰ ਇਹਦਾ ਕਾਰਨ ਕੀ ਹੋ ਸਕਦਾ ਵੀ ਇੰਨੀ ਦੇਰ ਪਹਿਲਾਂ ਪਾਰਟੀ ਦੇ ਖੋਰਾ ਲੱਗਣ ਦੇ ਬਾਵਜੂਦ ਵੀ ਲੀਡਰਾਂ ਦੇ ਵਿੱਚ ਟਿਕਟਾਂ ਲੈਣ ਦੀ ਹੋੜ? ਜਿਹੜੀ ਇਹ ਹੋੜ ਲੱਗੀ ਆ, ਇਹ ਦੇਖੋ ਜਿਹਦੇ ਮਰਜ਼ੀ ਮਾੜੇ ਹਾਲਾਤ ਹੋਣ, ਕਈ ਲੀਡਰ ਇਸ ਝਾਕ ਵਿੱਚ ਟਿਕਟ ਲੈਂਦੇ ਆ ਕਿ ਜੇ ਇੱਕ ਵਾਰੀ ਮਾੜੇ ਹਾਲਾਤ ਵਿੱਚ ਮੈਂ ਚੋਣ ਲੜ ਲਈ, ਹਾਰ ਵੀ ਗਿਆ ਜੀ, ਅਗਲੀ ਵਾਰੀ ਨੂੰ ਪਾਰਟੀ ਦੇ ਹਾਲਾਤ ਸੁਧਰ ਗਏ, ਮੈਂ ਕਹੂੰਗਾ ਜੀ ਜਦੋਂ ਤੁਹਾਡੀ ਟਿਕਟ ਕੋਈ ਨਹੀਂ ਸੀ ਲੈਂਦਾ ਮੈਂ ਉਦੋਂ ਲੈ ਕੇ ਲੜਿਆ ਸਾਂ, ਤੇ ਕਿਉਂਕਿ ਮੈਂ ਉਸ ਵਕਤ ਪਾਰਟੀ ਨਾਲ ਖੜਾ ਰਿਹਾ ਇਸ ਕਰਕੇ ਟਿਕਟ ਦਾ ਮੇਰਾ ਹੱਕ ਬਣਦਾ। ਪਿਛਲੇ ਸਮੇਂ 'ਚ ਕਈ ਇੱਦਾਂ ਦੇ ਬੰਦੇ ਕੁਝ ਸੀਟਾਂ ਤੋਂ ਖੜੇ ਹੋਏ, ਬਾਅਦ ਵਿੱਚ ਉਹਨਾਂ ਨੇ ਆਖਿਆ ਜੀ ਔਖੇ ਵਕਤ ਵਿੱਚ ਮੈਂ ਚੋਣ ਲੜੀ ਸੀ, ਮੇਰਾ ਹੱਕ ਬਣਦਾ, ਤੇ ਪਾਰਟੀ ਨੇ ਉਹਨਾਂ ਦਾ ਹੱਕ ਮੰਨ ਲਿਆ ਸੀ। ਸਾਰਿਆਂ ਦਾ ਨਹੀਂ, ਕੁਝ ਲੋਕਾਂ ਦਾ ਮੰਨ ਲਿਆ ਸੀ। ਹੁਣ ਕੁਝ ਲੋਕ ਇੱਦਾਂ ਵੀ ਮੰਨਦੇ ਆ। ਮਨਜੀਤ ਸਿੰਘ ਨੇ ਜ਼ੋਰ ਲਾਇਆ, ਮੇਰਾ ਖਿਆਲ ਮਨਜੀਤ ਸਿੰਘ ਨੂੰ ਟਿਕਟ ਮਿਲਣੀ ਨਹੀਂ, ਮਿਲ ਜਾਵੇ ਵੇਖੀ ਜਾਂਦੀ ਹੈ, ਪਰ ਉੱਥੇ ਅਕਾਲੀ ਦਲ ਦੀ ਟਿਕਟ ਪੱਟੀ ਹਲਕੇ ਤੋਂ ਜਿਹੜੀ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਲ ਆ, ਉਹ ਤਾਂ ਕਹਿੰਦਾ ਅਸੀਂ ਖੇਮਕਰਨ ਦੀ ਸੀਟ ਵੀ ਆਪਣੇ ਪਰਿਵਾਰ ਵਾਸਤੇ ਲੈਣੀ ਹੈ। ਇਹ 2 ਸੀਟਾਂ ਉਹਨੇ ਅਕਾਲੀ ਦਲ ਤੋਂ ਲੈਣੀਆਂ ਕਿ ਕਾਂਗਰਸ ਤੋਂ ਲੈਣੀਆਂ ਕਿ ਆਜ਼ਾਦ ਖਲੋਣਾ, 2 ਜੀਆਂ ਨੇ, ਇੱਕੋ ਪਰਿਵਾਰ ਦੇ 2 ਜੀ ਅੱਡੋ ਅੱਡ 2 ਹਲਕਿਆਂ ਤੋਂ ਖਲੋਣਗੇ, ਇਹ ਵੀ ਹੋ ਸਕਦਾ। ਪਰ ਜੇ ਮਨਜੀਤ ਸਿੰਘ ਵੀ ਮੰਗੇ ਤੇ ਖੇਮਕਰਨ ਦੇ ਵਿੱਚ ਵਿਰਸਾ ਸੋ ਬਲਟੋਆ, ਇਹਨਾਂ 2 ਹਲਕਿਆਂ ਤੋਂ ਬਾਹਰ ਤੀਸਰੇ ਹਲਕੇ ਤੱਕ ਉਹ ਕਿਤੇ ਜਾ ਨਹੀਂ ਸਕਦਾ। ਤੇ ਜਿੱਥੇ ਪਹਿਲਾਂ ਹੀ ਹੈਗਾ ਉੱਥੇ ਜਾ ਕੇ ਜੇ ਇਹ ਵੀ ਆਪਣੀ ਲੱਤ ਅੜਾਵੇ ਤੇ ਫਿਰ ਤੇ ਉਹ ਬੋਰਡ ਥੱਲੇ ਬੈਠੇ ਲੌਰੀ ਉਹ ਕੀ 2 ਜਿਹੜੇ ਹੈਗੇ ਸੀ ਬਾਬੇ ਸਾਡੇ ਮਝੈਲ, ਉਹ ਉਹਨਾਂ ਵਾਲਾ ਮਾਮਲਾ, ਉਹਨਾਂ 'ਚੋਂ ਇੱਕ ਜਣੇ ਨੇ ਦੂਜੇ ਨੂੰ ਆਖਿਆ ਸੀ ਗੁਰਾ ਸਿਆਂ
ਮੇਰੇ ਮੁੰਡੇ ਰਾਤੀ ਸਲਾਹ ਕਰਦੇ ਸੀ ਆਪਾਂ ਚੰਡੀਗੜ੍ਹ ਦਾ ਸ਼ਹਿਰ ਨਾ ਖਰੀਦ ਲਈਏ। ਦੂਸਰੇ ਨੇ ਆਖਿਆ ਸੰਤਾ ਸਿਆਂ ਗੱਲ ਤਾਂ ਤੇਰੀ ਬੜੀ ਸਿਆਣੀ ਆ, ਪਰ ਮੇਰੇ ਮੁੰਡੇ ਤਾਂ ਅਜੇ ਵੇਚਣ ਨੂੰ ਨਹੀਂ ਮੰਨਦੇ। ਇਹਦਾ ਮਤਲਬ ਇਹ ਕਿ ਤੂੰ ਤਾਂ ਚੰਡੀਗੜ੍ਹ ਦਾ ਸ਼ਹਿਰ ਅਜੇ ਖਰੀਦਣਾ, ਅਸੀਂ ਤੇ ਪਹਿਲਾਂ ਹੀ ਮਾਲਕ ਆ। ਹੁਣ ਜੇ ਮਨਜੀਤ ਸਿੰਘ ਨੇ ਆ ਕੇ ਟਿਕਟ ਮੰਗਣੀ ਆ ਪੱਟੀ ਤੋਂ, ਉਹ ਪੱਟੀ ਤੋਂ ਮੰਗੇ, ਖੇਮਕਰਨ ਤੋਂ ਮੰਗੇ, ਉੱਥੇ ਤਾਂ ਦੋਵੇਂ ਥਾਈ ਪਹਿਲਾਂ ਹੀ ਕਿੰਨੇ ਕਿੰਨੇ ਲੋਕ ਤਿਆਰ ਨੇ, ਆਪੋ 'ਚ ਲੜਦੇ ਪਏ ਨੇ, ਇੱਕ ਦੂਜੇ ਦੇ ਪੈਰ ਮਿੱਧ ਰਹੇ ਨੇ। ਮਨਜੀਤ ਸਿੰਘ ਨੂੰ ਟਿਕਟ ਕਿਸੇ ਨੇ ਦੇਣੀ ਆ। ਹਾਂ ਇੰਨੀ ਗੱਲ ਹੈਗੀ ਆ ਕਿ ਅਗਲੀ ਵਾਰੀ ਫਿਰ ਕਿਸੇ ਚੇਅਰਮੈਨੀ ਦੀ ਹਾਂ ਹੋ ਜੂ। ਪਹਿਲਾਂ ਵੀ ਅਕਾਲੀ ਸਰਕਾਰਾਂ 'ਚ ਚੇਅਰਮੈਨੀ ਮਿਲ ਜਾਂਦੀ ਹੁੰਦੀ ਆ, ਉਹ ਜਰਾ ਇੰਨੇ ਕੁ ਨਾਲ ਆਪਣਾ ਪੈਰ ਧਰਾਵਾ ਕਰ ਲੂਗਾ। ਬਿਲਕੁਲ ਜੀ। ਅੱਛਾ ਬਸ ਇੱਕ ਚੀਜ਼ ਦੱਸਿਓ, ਮੇਰੇ ਧਿਆਨ 'ਚ ਆ ਗਿਆ, ਤੁਸੀਂ ਵੀ ਆ ਸ਼ਾਇਦ 2-4 ਦਿਨ ਪਹਿਲਾਂ ਉਹ ਕਰੋਨਾ ਵੈਕਸੀਨੇਸ਼ਨ ਵਾਲਾ ਜਿਹੜਾ ਇੰਜੈਕਸ਼ਨ ਆ ਉਹ ਲਵਾਇਆ ਇੱਕ, ਤੇ ਉਹ ਕਿਵੇਂ ਦਾ ਰਿਹਾ ਤਜਰਬਾ ਉਹ ਦੱਸਿਓ। ਤੇ ਦੂਜਾ ਜਿਹੜਾ ਇਹ ਕਰੋਨੇ ਵਾਲਾ ਰੌਲਾ ਫਿਰ ਪੈ ਗਿਆ, 2 ਪ੍ਰੋਮੀਨੈਂਟ ਲੋਕਾਂ ਦੀਆਂ ਫਿਰ ਮੌਤ ਦੀ ਖਬਰ ਵੀ ਆਪਾਂ ਨੂੰ ਸੁਣਨ ਨੂੰ ਮਿਲੀ ਹੈ। ਤੇ ਉਸ ਤੋਂ ਬਾਅਦ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਰਾਤ ਦਾ ਕਰਫਿਊ ਵੀ ਵਧੀ ਜਾ ਰਿਹਾ, ਪੁਲਿਸ ਵੀ ਅੱਗੇ ਨਾਲੋਂ ਸਰਗਰਮ ਹੋ ਗਈ ਹੈ। ਇਹ ਹਊਆ ਹੈ, ਡਰ ਹੈ, ਕਿਉਂਕਿ ਬਾਹਰ ਬੈਠੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬੜਾ ਤੌਖਲਾ ਵੀ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਦਾ ਪਿਆ ਸੀ ਅਜੇ ਤੱਕ ਤਾਂ ਕੋਈ ਮਾੜੀ ਖਬਰ ਸੁਣੀ ਨਹੀਂ ਸੀ। ਹੁਣ ਪੂਰੇ ਦੇਸ਼ 'ਚ ਇੱਕ ਪਾਸੇ ਰੈਲੀਆਂ ਨੇ, ਇਲੈਕਸ਼ਨਾਂ ਨੇ, ਹਰ ਪਾਸੇ ਲੀਡਰ ਕੱਟ ਕਰਦੇ ਪਏ ਆ, ਪਰ ਪੰਜਾਬ ਵਾਲਿਆਂ ਨੂੰ ਕਹਿੰਦੇ ਵੀ ਹਾਈ ਕਰੋਨਾ, ਹਾਈ ਕਰੋਨਾ। ਅਸਲ ਸੱਚ ਕੀ ਹੈ ਜੀ? ਬਰਤਾਨੀਆ ਦੇ ਵਿੱਚ ਤਾਂ ਕੋਈ ਕਿਸਾਨ ਅੰਦੋਲਨ ਨਹੀਂ ਚੱਲਦਾ ਪਿਆ। ਉੱਥੋਂ ਦੀ ਸਰਕਾਰ ਨੇ ਲਾਕਡਾਊਨ ਕਿਉਂ ਕੀਤਾ? ਕੋਈ ਬਾਹਰ ਨਹੀਂ ਨਿਕਲ ਸਕਦਾ। ਇੱਦਾਂ ਦੀਆਂ ਗੱਲਾਂ ਕਰਨ ਵਾਲੇ ਬਰਤਾਨੀਆ ਵਿੱਚ ਵੀ ਹੈਗੇ ਆ ਜਿਹੜੇ ਕਹਿੰਦੇ ਕਰੋਨਾ ਕੋਈ ਨਹੀਂ। ਨਿੱਕਾ ਜਿਹਾ ਦੇਸ਼ ਆ, 2 ਪੰਜਾਬਾਂ ਜਿੱਡਾ, ਤੇ ਲੱਖ ਤੋਂ ਵੱਧ ਮੌਤਾਂ ਹੋਈਆਂ ਪਈਆਂ ਨੇ, ਤੇ ਉੱਥੇ ਵੀ ਇਹੋ ਜਿਹੇ ਹੈਗੇ ਆ। ਆ ਹੁਣੇ 2 ਦਿਨ ਪਹਿਲਾਂ ਦੀ ਗੱਲ ਹੈ, ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਸਾਊਥ ਵਾਲੇ ਇਲਾਕੇ ਜਿੱਥੇ ਸਾਡੇ ਪੰਜਾਬੀ ਸਭ ਤੋਂ ਵੱਧ ਨੇ, ਉੱਥੇ ਪੁਲਿਸ ਗਸ਼ਤ ਕਰਦੀ ਪਈ ਸੀ ਤੇ ਇੱਕ ਬੈਂਕ ਜਿਹੜਾ ਲਾਕਡਾਊਨ 'ਚ ਬੰਦ ਹੈ, ਅੰਦਰ ਕੋਈ ਸਟਾਫ ਜਾਂਦਾ ਹੀ ਨਹੀਂ। ਪੁਲਿਸ ਵਾਲਿਆਂ ਨੇ ਸੁਣਿਆ ਕਿ ਅੰਦਰ ਮਿਊਜ਼ਿਕ ਵੱਜਦਾ ਤੇ ਕੁਝ ਲੋਕ ਨੱਚਦੇ ਜਾਪਦੇ ਆ। ਉਹਨਾਂ ਬੈਂਕ ਦੇ ਚਾਰਜ ਫਿਰੇ ਘੁੰਮ ਕੇ ਵੇਖਿਆ ਕੋਈ ਦਰਵਾਜ਼ਾ ਖੁੱਲ੍ਹਾ ਤਾਂ ਨਹੀਂ। ਤੁਸੀਂ ਹੁਣ ਕੈਨੇਡਾ ਜਾ ਕੇ ਵੇਖ ਹੀ ਲਿਆ, ਇੱਕ ਵਾਰਡ ਕੀਤੀ ਹੁੰਦੀ ਜਿਹਨੂੰ ਲੋਕੀ ਫੈਂਸ ਕਹਿੰਦੇ ਲੱਕੜ ਦੀ। ਪਿੱਛੇ ਗਏ ਤੇ ਇੱਕ ਥਾਂ ਤੋਂ ਫੈਂਸ ਟੁੱਟੀ ਸੀ ਤੇ ਉਹਦੇ ਵਿੱਚ ਦੀ ਬੰਦਿਆਂ ਦੇ ਲੰਘਣ ਦੇ ਨਿਸ਼ਾਨ ਸੀ। ਪੁਲਿਸ ਵੀ ਉਧਰ ਦੀ ਲੰਘ ਕੇ ਗਈ, ਜਦੋਂ ਅੰਦਰ ਵੇਖਿਆ ਤੇ ਫਿਰ ਉਹਨਾਂ ਨੇ ਮੈਸੇਜ ਕਰਕੇ ਹੋਰ ਪੁਲਿਸ ਸੱਦੀ ਤੇ ਘੇਰਾ ਪਾ ਕੇ 40-45 ਜਣੇ ਫੜੇ, ਕੱਲਾ ਕੱਲਾ ਆ ਕੇ ਤੇ ਅੰਦਰ ਡੀਜੇ ਲਾ ਕੇ ਮੁੰਡੇ ਤੇ ਕੁੜੀਆਂ ਨੱਚਦੇ ਪਏ ਸੀ। ਕੋਈ ਕਰੋਨਾ ਨਹੀਂ, ਤੇ ਉਹ ਨਾਲ ਖਾਣ ਪੀਣ ਚੱਲਦਾ ਪਿਆ ਸੀ, ਤੇ ਫੜੇ ਵੀ ਸਵੇਰੋ ਸਿਰ ਜਾ ਕੇ ਪੁਲਿਸ ਨੇ। ਹੁਣ ਜੇ ਉੱਥੇ ਵੀ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਕੋਈ ਕਰੋਨਾ ਨਹੀਂ, ਨੱਚੋ ਗਾਓ, ਕੋਈ ਗੱਲ ਨਹੀਂ, ਜ਼ਿੰਦਗੀ ਮਾਣੋ। ਸਾਡੇ ਪੰਜਾਬ ਵਿੱਚ, ਸਾਡੇ ਭਾਰਤ ਵਿੱਚ ਵੀ ਇਹੋ ਜਿਹੇ ਲੋਕ ਬਹੁਤ ਹੈ। ਮੈਂ ਬੇਨਤੀ ਕਰਾਂ ਕਿ ਭਾਰਤ ਵਿੱਚ ਤੇ ਪੰਜਾਬ ਵਿੱਚ 3-4 ਮਹੀਨੇ ਕੁਝ ਸੌਖੇ ਲੰਘੇ ਸਨ। ਹੁਣ ਆ ਪਿਛਲੇ 2 ਹਫ਼ਤਿਆਂ ਤੋਂ ਫਿਰ ਬਿਮਾਰੀ ਵਧਣ ਲੱਗ ਪਈ। ਪੰਜਾਬ ਵਾਲਿਆਂ ਨੂੰ ਕਹਿਣਗੇ ਕਿ ਤੁਹਾਡੇ ਪੰਜਾਬ ਦੇ ਕਿਸਾਨ ਅੰਦੋਲਨ ਦਾ ਕਰਕੇ ਤੁਹਾਨੂੰ ਕਰੋਨਾ ਕਿਹਾ ਜਾ ਰਿਹਾ, ਪਰ ਇਹ ਕਰੋਨਾ ਹਰਿਆਣੇ 'ਚ ਕਿਉਂ ਨਹੀਂ, ਯੂਪੀ 'ਚ ਕਿਉਂ ਨਹੀਂ, ਮਹਾਰਾਸ਼ਟਰ ਦੇ ਵਿੱਚ ਤਾਂ ਕੋਈ ਕਿਸਾਨ ਅੰਦੋਲਨ ਹੈਗਾ ਹੀ ਨਹੀਂ। ਸਭ ਤੋਂ ਵੱਧ ਬਿਮਾਰੀ ਫਿਰ ਮਹਾਰਾਸ਼ਟਰ ਨੂੰ ਪਈ ਆ। ਉਹਦੇ ਵਿੱਚ ਨਾਗਪੁਰ 'ਚ ਲਾਕਡਾਊਨ ਹੋ ਗਿਆ, ਪੁਣੇ, ਅਕੋਲਾ, ਕੁਝ ਹੋਰ ਸ਼ਹਿਰਾਂ ਦੇ ਵਿੱਚ ਨਾਈਟ ਕਰਫਿਊ ਲਾਉਣਾ ਪੈ ਗਿਆ। ਮਹਾਰਾਸ਼ਟਰ ਦੀ ਸਰਕਾਰ ਘਾਬਰੀ ਪਈ ਆ ਤੇ ਸੈਂਟਰ ਗੌਰਮੈਂਟ ਨੇ, ਹਾਲਾਂਕਿ ਸ਼ਿਵ ਸੈਨਾ ਦੀ ਸਰਕਾਰ ਨਾਲ ਸੈਂਟਰ ਗੌਰਮੈਂਟ ਦੀ ਬਣਦੀ ਨਹੀਂ, ਇਹਦੇ ਬਾਵਜੂਦ ਸਪੈਸ਼ਲ ਟੀਮਾਂ ਉੱਥੇ ਭੇਜੀਆਂ। ਮੱਧ ਪ੍ਰਦੇਸ਼ ਦੇ 2 ਸ਼ਹਿਰਾਂ 'ਚ ਖਤਰਾ ਬਣਿਆ ਪਿਆ। ਗੁਜਰਾਤ ਵਿੱਚ ਤੇ ਕੋਈ ਅੰਦੋਲਨ ਨਹੀਂ ਚੱਲਦਾ ਪਿਆ। ਗੁਜਰਾਤ ਵਿੱਚ ਕਰੋਨਾ ਵੱਧ ਰਿਹਾ, ਉੱਥੇ ਕਿਉਂ ਵੱਧ ਰਿਹਾ? ਆਖਿਰ ਕੁਝ ਨਾ ਕੁਝ ਤਾਂ ਹੈਗਾ ਹੀ ਆ, ਤਾਂ ਹੀ ਵੱਧ ਰਿਹਾ। ਸਾਡੇ ਪੰਜਾਬ ਵਿੱਚ ਇੱਥੋਂ ਤੱਕ ਸਵਾਲ ਹੈ। ਮੈਂ ਅੱਜ ਸਵੇਰੇ ਜਿਹੜੇ ਅੰਕੜੇ ਸੀ ਉਹ ਪੜ੍ਹਦਾ ਪਿਆ, ਦਿੱਲੀ ਤੋਂ ਇੱਕ ਅੰਗਰੇਜ਼ੀ ਅਖਬਾਰ ਨੇ ਦਿੱਤੇ ਆ। ਉਹਨੇ ਕਿਹਾ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ 6 ਵੱਡੇ ਸ਼ਹਿਰਾਂ 'ਚ ਕਰੋਨਾ ਦੇ ਕੇਸ 60% 1 ਮਹੀਨੇ 'ਚ ਵਧੇ ਆ। ਉਹ 6 ਸ਼ਹਿਰ ਕਿਹੜੇ ਆ? 2 ਸਾਡੇ ਦੁਆਬੇ ਦੇ ਨੇ, ਜਲੰਧਰ ਤੇ ਕਪੂਰਥਲਾ। 2-3 ਮਾਲਵੇ ਦੇ ਨੇ, ਪਟਿਆਲਾ, ਲੁਧਿਆਣਾ ਤੇ SAS ਨਗਰ ਮੋਹਾਲੀ। 6ਵਾਂ ਸ਼ਹਿਰ ਅੰਮ੍ਰਿਤਸਰ ਦਾ। ਇਹਨਾਂ ਸ਼ਹਿਰਾਂ 'ਚ ਇੱਥੇ ਕਰਫਿਊ ਲਾਉਣੇ ਪਏ। ਪਹਿਲਾਂ ਦੁਆਬੇ ਦੇ 4 ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਨਵੇਂ ਸ਼ਹਿਰ 'ਚ ਲੱਗੇ, ਫਿਰ ਪਟਿਆਲੇ 'ਚ ਲਾਉਣਾ ਪਿਆ, ਉਹਦੇ ਬਾਅਦ ਲੁਧਿਆਣੇ 'ਚ, ਫਿਰ SAS ਨਗਰ ਦੇ ਵਿੱਚ। ਹੁਣ ਤੱਕ 9 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਾਉਣਾ ਪੈ ਗਿਆ। ਇਹ ਨਾਈਟ ਕਰਫਿਊ ਲਾਉਣ ਤੋਂ ਇਲਾਵਾ ਸਾਰੇ ਪੰਜਾਬ ਦੇ ਸਕੂਲ ਜਿਹੜੇ ਪਹਿਲਾਂ ਕਰੋਨਾ ਵਾਇਰਸ ਹੋਈ ਥੋੜ੍ਹੀ ਜਿਹੀ ਠੱਲ ਪੈਣ ਤੇ ਖੁੱਲ੍ਹਣੇ ਸ਼ੁਰੂ ਹੋਏ ਸੀ, ਉਹ ਬੰਦ ਕਰ ਦਿੱਤੇ ਆ। ਆਂਗਣਵਾੜੀ ਸੈਂਟਰ ਬੰਦ ਕਰ ਦਿੱਤੇ ਆ। ਇਹ ਸਾਰਾ ਕੁਝ ਕਰਨਾ ਇਸ ਕਰਕੇ ਪਿਆ ਕਿ ਬਿਮਾਰੀ ਸੱਚਮੁੱਚ ਵੱਧ ਰਹੀ ਆ। ਔਰ ਜਿਹੜੀ WHO ਆ, ਉਹ ਤੇ ਭਾਰਤ ਸਰਕਾਰ ਦੇ ਕਹਿਣ ਤੇ ਨਹੀਂ ਚੱਲਦੀ। ਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਕਹਿੰਦੀ ਆ ਕਿ ਭਾਰਤ ਵਿੱਚ ਬਿਮਾਰੀ ਵੱਧ ਰਹੀ ਆ, ਤੁਸੀਂ ਕੰਟਰੋਲ ਕਰੋ, ਤੇ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਇੱਥੇ ਕੋਈ ਗੁੰਮਰਾਹ ਕਰਦਾ। ਬਿਮਾਰੀ ਸੱਚਮੁੱਚ ਹੈਗੀ ਆ। ਕੱਲ੍ਹ ਮੁਕਤਸਰ ਦੇ ਵਿੱਚ, ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ, ਉੱਥੋਂ ਸਾਬਕਾ MLA
ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਦੀ ਮੌਤ ਹੋ ਗਈ ਹੈ। ਇਸੇ ਉਹਨਾਂ ਦਾ ਦੇਹਾਂਤ ਹੋ ਗਿਆ, ਕਰੋਨਾ ਦੇ ਕਾਰਨ ਹੋ ਗਿਆ। ਅੱਜ ਸ਼ਾਹਕੋਟ ਤੋਂ ਜਲੰਧਰ ਜ਼ਿਲ੍ਹੇ 'ਚੋਂ ਖਬਰ ਆ ਗਈ ਹੈ, ਨਕੋਦਰ ਲਾਗਿਓ ਉੱਥੇ ਪੁਲਿਸ ਦਾ ਡੀਐਸਪੀ ਇਸੇ ਦੇ ਨਾਲ ਉਹਦੀ ਮੌਤ ਹੋ ਗਈ ਹੈ। ਇੱਦਾਂ ਇੱਕ ਇੱਕ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਖਬਰਾਂ ਸਾਡੇ ਕੋਲ ਆਉਂਦੀਆਂ, ਅਸੀਂ ਸੁਣਦੇ ਹਾਂ। ਇੱਕ ਗੱਲ ਮੈਂ ਸਮਝਾਵਾਂ ਕਿ ਇਹਦਾ ਬਚਾਅ ਕਰਨ ਵਾਸਤੇ ਪਹਿਲਾਂ ਅਸੀਂ ਕਹਿੰਦੇ ਸਰ ਦਵਾਈ ਬਣਦੀ ਕਿਉਂ ਨਹੀਂ। ਹੁਣ ਦਵਾਈ ਬਣ ਗਈ ਆ ਤੇ ਕਹਿੰਦੇ ਜੀ ਵਿਖਾਵਾ ਇਹਦੇ ਨਾਲ ਹੋਣਾ ਕੁਛ ਨਹੀਂ। ਕਈ ਲੋਕ ਕਰੀ ਜਾਂਦੇ ਤਾਂ ਦਵਾਈ ਨਹੀਂ, ਐਵੇਂ ਪਤਾ ਨਹੀਂ ਇਹਨਾਂ ਕੀ ਕਰ ਦੇਣਾ। ਵਹਿਮ ਬੜੇ ਫੈਲਾਏ ਜਾ ਰਹੇ ਕਿ ਦਵਾਈ ਜੇ ਟੀਕਾ ਲੱਗ ਗਿਆ ਪਤਾ ਨਹੀਂ ਕੀ ਹੋਏਗਾ। ਮੈਂ ਅੱਜ ਸ਼ੁੱਕਰਵਾਰ ਦੇ ਦਿਨ ਸਵੇਰੇ ਜਾ ਕੇ ਆਪਣੇ ਖੱਬੇ ਮੋਢੇ ਦੇ ਉੱਤੇ ਕਰੋਨਾ ਦੀ ਵੈਕਸੀਨ ਜਿਹੜੀ ਆ ਉਹਦਾ ਟੀਕਾ ਲਵਾ ਕੇ ਆਇਆ। ਟੀਕਾ ਲੱਗਣ ਤੋਂ ਬਾਅਦ ਮੈਨੂੰ ਡਾਕਟਰ ਨੇ ਤੇ ਨਰਸਾਂ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਫਟਾਫਟ ਜਾਇਓ ਨਾ, 20-25 ਮਿੰਟ ਇੱਥੇ ਬਹਿ ਜਾਓ। ਮੈਂ ਕਿਹਾ ਕਿਉਂ? ਕਹਿੰਦੇ ਇੱਥੋਂ ਉੱਠਣ ਤੋਂ ਬਾਅਦ ਨਾ ਕਈਆਂ ਲੋਕਾਂ ਨੂੰ ਟੀਕਾ ਲੱਗਣ ਕਰਕੇ ਚੱਕਰ ਆਉਂਦੇ ਹੁੰਦੇ ਆ। ਮੈਂ ਕਿਹਾ ਜੀ ਮੈਨੂੰ ਨਹੀਂ ਆਉਣੇ। ਕਹਿੰਦੇ ਕਿਉਂ, ਤੁਹਾਨੂੰ ਕਿੱਦਾਂ ਪਤਾ ਨਹੀਂ ਆਉਣੇ? ਮੈਂ ਕਿਹਾ ਮੈਨੂੰ ਪਤਾ ਕਿ ਜਿਹੜਾ ਬੰਦਾ ਪਹਿਲਾਂ ਹੀ ਕਰਨ ਲੱਗ ਪਏ ਦਵਾਈ, ਹਾਏ ਪਤਾ ਨਹੀਂ ਇਹਦਾ ਕੀ ਬਣਨਾ, ਉਹਨੂੰ ਚੱਕਰ ਜ਼ਰੂਰ ਆਉਂਦੇ ਆ। ਪਰ ਜਿਹਨੂੰ ਇਹ ਪਤਾ ਹੋਵੇ ਕਿ ਮੈਨੂੰ ਦਵਾਈ 'ਤੇ ਭਰੋਸਾ, ਉਹਨੂੰ ਚੱਕਰ ਨਹੀਂ ਆਉਂਦੇ। ਮੈਂ ਚਲਾ ਜਾਣਾ। ਕਹਿੰਦੇ ਨਹੀਂ ਤੁਸੀਂ ਫਿਰ ਵੀ ਬਹਿ ਜਾਓ। ਮੈਂ ਉਹਨਾਂ ਦੇ ਡਾਕਟਰ ਨਾਲ ਅੱਧਾ ਘੰਟਾ ਬੈਠਾ ਗੱਪਾਂ ਮਾਰਦਾ ਰਿਹਾ, ਹਾਰ ਕੇ ਮੈਂ ਆਖਿਆ ਹੁਣ ਤਾਂ ਮੈਂ ਜਾ ਸਕਦਾ। ਕਹਿੰਦਾ ਜਾਓ ਜੀ। ਮੈਂ ਉਸ ਦਿਨ ਆ ਕੇ ਪ੍ਰਾਈਮ ਏਸ਼ੀਆ ਦਾ ਡਿਸਕਸ਼ਨ ਪ੍ਰੋਗਰਾਮ ਵੀ ਕੀਤਾ। ਮੈਂ 2 ਰੇਡੀਓ ਪ੍ਰੋਗਰਾਮਾਂ 'ਤੇ ਵੀ ਬੋਲਿਆ। ਮੈਂ ਤੜਕੇ 2:30 ਵਜੇ 3 ਵਜੇ ਅੱਗੇ ਉੱਠ ਪੈਣਾ, 2:30 ਵਜੇ 3 ਵਜੇ ਫਿਰ ਉੱਠ ਪਿਆ। ਮੈਨੂੰ ਨਾ ਕੋਈ ਬੁਖਾਰ ਚੜ੍ਹਿਆ, ਨਾ ਮੈਨੂੰ ਕਿਸੇ ਕਿਸਮ ਦੀ ਕੋਈ ਘਬਰਾਹਟ ਹੋਈ, ਨਾ ਕੋਈ ਚੱਕਰ ਆਇਆ, ਕੱਖ ਵੀ ਨਹੀਂ ਹੋਇਆ। ਜਿਹੜਾ ਬੰਦਾ ਸੋਚੀ ਜਾਵੇ ਮੈਨੂੰ ਚੱਕਰ ਆ ਜਾਣੇ, ਨਾਲ ਮਨ 'ਚ ਸੋਚੇ ਵੀ ਅਜੇ ਆਇਆ ਨਹੀਂ, ਉਹ ਨਹੀਂ ਆਇਆ ਤਾਂ ਸੱਚੀ ਮੁੱਚੀ ਆ ਜਾਂਦਾ। ਇਹਨੂੰ ਸਾਨੂੰ ਵਹਿਮ ਛੱਡ ਕੇ ਜਿੱਥੇ ਜਿੱਥੇ ਲੱਗਦੀ ਹੋਵੇ ਉੱਥੇ ਵੈਕਸੀਨ ਲਵਾਉਣੀ ਚਾਹੀਦੀ ਆ। ਭਾਰਤ ਵਿੱਚ ਪਹਿਲਾਂ ਸਿਹਤ ਵਰਕਰਾਂ ਨੂੰ ਵੈਕਸੀਨ ਲਾਈ ਗਈ ਆ, ਫਿਰ ਫਰੰਟ ਲਾਈਨ ਵਰਕਰਾਂ ਨੂੰ ਲਾਈ ਗਈ ਆ, ਫਿਰ ਕੁਝ ਅੱਡ-ਅੱਡ ਕੈਟੇਗਰੀਆਂ ਕੀਤੀਆਂ ਗਈਆਂ। ਹੁਣ ਭਾਰਤ ਵਿੱਚ ਉਹਨਾਂ ਸੀਨੀਅਰ ਸਿਟੀਜ਼ਨ ਨੂੰ ਸ਼ੁਰੂ ਕੀਤੀ ਹੈ। ਮੈਂ ਕਿਉਂਕਿ 60 ਤੋਂ ਉੱਪਰ ਆ, 67 ਸਾਲ ਦਾ ਹੋ ਗਿਆ, ਇਸ ਕਰਕੇ ਮੈਂ ਜਾ ਕੇ ਪਰਸੋਂ ਵੈਕਸੀਨ ਲਵਾ ਆਇਆ। ਔਰ ਕਈਆਂ ਹੋਰਨਾਂ ਨੂੰ ਮੈਂ ਆਖਿਆ ਕਿ ਤੁਸੀਂ ਜਾ ਕੇ ਲਵਾਓ ਤਾਂ ਕਿ ਕਿਸੇ ਤਰੀਕੇ ਤੁਸੀਂ ਇਹਦੇ ਤੋਂ ਬਿਮਾਰੀ ਤੋਂ ਬਚ ਸਕੋ। ਜਿੰਨਾ ਹੋ ਸਕੇ ਉਹ ਪ੍ਰਬੰਧ ਕਰਨੇ ਚਾਹੀਦੇ ਆ। ਇਹ ਸੋਚ ਲੈਣਾ ਕਿ ਰੱਬ ਉੱਤੇ ਡੋਰੀਆਂ ਨੇ, ਤੇ ਤੁਸੀਂ ਅੰਗਰੇਜ਼ੀ ਦਾ ਮੁਹਾਵਰਾ ਨਹੀਂ ਸੁਣਿਆ, ਗਾਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਸਾਡੇ ਪੰਜਾਬੀ 'ਚ ਵੀ ਕਹਿੰਦੇ ਆ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪ ਕੁਛ ਕਰਨ। ਜਿਹੜੇ ਇਹ ਕਹਿਣ ਨਹੀਂ ਬਸ ਰੱਬ ਜੇ ਉਹਨੇ ਜਾਨ ਲੈਣੀ ਤੇ ਲੈ ਹੀ ਲੈਣੀ ਆ, ਫਿਰ ਜੇ ਲੈ ਹੀ ਲੈਣੀ ਆ ਤੇ ਪਹਿਲਾਂ ਹੀ ਅਸੀਂ ਥੋੜ੍ਹਾ ਸਿਵਿਆਂ 'ਚ ਜਾ ਕੇ ਬੈਠ ਜਾਵਾਂਗੇ। ਅਸੀਂ ਕੁਝ ਨਾ ਕੁਝ ਜਿਹੜਾ ਵਾ ਉਹ ਯਤਨ ਕਰਦੇ ਆ ਬਾਕੀ ਗੱਲਾਂ ਦੇ ਉੱਤੇ। ਉਹ ਯਤਨ ਸਾਰਿਆਂ ਨੂੰ ਕਰਨੇ ਚਾਹੀਦੇ ਆ। ਜੇ ਸਰਕਾਰਾਂ, ਸਾਇੰਸਦਾਨਾਂ ਤੇ ਕੰਪਨੀਆਂ ਨੇ ਦਵਾਈ ਸਾਡੇ ਵਾਸਤੇ ਕੱਢੀ ਆ, ਪਹਿਲਾਂ ਅਸੀਂ ਕਹਿੰਦੇ ਸੀ ਦਵਾਈ ਬਣਦੀ ਨਹੀਂ, ਹੁਣ ਜੇ ਬਣ ਗਈ ਆ ਤੇ ਸਾਨੂੰ ਸਾਰਿਆਂ ਨੂੰ ਇਸ ਸਹੂਲਤ ਦਾ ਫਾਇਦਾ ਲੈਣਾ ਚਾਹੀਦਾ ਔਰ ਇਹਦੇ ਤੋਂ ਝਿਜਕਣਾ ਨਹੀਂ ਚਾਹੀਦਾ। ਔਰ ਇਹਨੂੰ ਵਹਿਮ ਬਿਲਕੁਲ ਨਹੀਂ ਮੰਨਣਾ ਚਾਹੀਦਾ। ਇਹ ਵਹਿਮ ਨਹੀਂ, ਬਿਮਾਰੀ ਇੱਕ ਹਕੀਕਤ ਹੈ। ਪਾਕਿਸਤਾਨ ਬੜੇ ਚਿਰ ਦਾ ਬਚਿਆ ਰਿਹਾ ਸੀ। ਪਿਛਲੇ 1 ਹਫ਼ਤੇ ਤੋਂ ਪਾਕਿਸਤਾਨ ਵਿੱਚ ਵੀ ਬਿਮਾਰੀ ਵਧਣ ਲੱਗ ਪਈ ਆ ਤੇ ਉਹਨਾਂ ਨੇ ਜਿਹੜੀਆਂ ਦਵਾਈਆਂ ਉੱਥੇ ਵਰਤਣੀਆਂ ਸ਼ੁਰੂ ਕੀਤੀਆਂ, ਉਹਨਾਂ 'ਚ 2 ਦਵਾਈਆਂ ਉਹ ਚੀਨ ਦੀਆਂ ਲੈ ਰਹੇ ਆ, ਪਰ ਲੋਕਾਂ ਦੀ ਤਸੱਲੀ ਨਹੀਂ। ਇੱਕ ਦਵਾਈ ਉਹਨਾਂ ਰੂਸ ਦੀ ਲਈ ਆ, ਉਹਦੇ ਤੇ ਲੋਕਾਂ ਦੀ ਤਸੱਲੀ ਨਹੀਂ। ਇੱਕ ਦਵਾਈ ਅਮਰੀਕਾ ਦੀ ਫਾਈਜ਼ਰ ਲੈ ਰਹੇ ਆ, ਉਹ ਕਹਿੰਦੇ ਆ ਜੀ ਠੀਕ ਹੈ। ਨਾਲ ਉੱਥੋਂ ਦੇ ਸਿਹਤ ਮੰਤਰੀ ਨੇ ਆਖਿਆ ਕਿ ਸਾਨੂੰ ਭਾਰਤ ਸਰਕਾਰ ਨੇ ਹਾਂ ਕਰ ਦਿੱਤੀ ਹੈ। ਜਿਹੜੀ ਆਕਸਫੋਰਡ ਯੂਨੀਵਰਸਿਟੀ ਤੇ ਆਸਟਰਾਜ਼ੈਨੇਕਾ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਨਾਲ ਮਿਲ ਕੇ ਕੋਵਾਸ਼ੀਲਡ ਬਣਾਈ ਆ, ਅਸੀਂ ਉਹ ਲੈ ਰਹੇ ਹਾਂ। ਉੱਥੇ ਪੁੱਛਿਆ ਗਿਆ ਜੀ ਤੁਹਾਡਾ ਤੇ ਭਾਰਤ ਨਾਲ ਕੋਈ ਵਪਾਰ ਸਮਝੌਤਾ ਹੀ ਨਹੀਂ, ਸਮਝੌਤੇ ਤਾਂ ਟੁੱਟੇ ਪਏ, ਤੁਸੀਂ ਦਵਾਈ ਕਿੱਦਾਂ ਲੈ ਲਓਗੇ? ਉਹ ਕਹਿੰਦੇ ਜੀ ਇੱਕ ਸਮਝੌਤਾ ਭਾਰਤ ਦਾ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੋਇਆ, ਉਹਦੇ ਅੰਡਰ ਉਹਨਾਂ ਕਈ ਦੇਸ਼ਾਂ ਨੂੰ ਸਪਲਾਈ ਕੀਤੀ ਆ, ਕੈਨੇਡਾ ਨੂੰ ਵੀ ਕੀਤੀ ਆ, ਤੇ ਉਸੇ ਸਮਝੌਤੇ 'ਚ ਭਾਰਤ ਨੇ ਸਾਨੂੰ ਇਹ ਦਵਾਈ ਦੇਣੀ ਮੰਨ ਲਈ ਹੈ। ਔਰ ਇਹ ਗੱਲ ਭਾਰਤ ਸਰਕਾਰ ਨੇ ਵੀ ਆਖੀ ਹੈ। ਬਾਕੀ ਗੱਲਾਂ ਤੇ ਸਮਝੌਤਾ ਨਾ ਹੋਵੇਗਾ। ਇਹ ਜਿਹੜੀ ਕੁਦਰਤੀ ਮਹਾਮਾਰੀ ਹੈ, ਇਹਦੇ ਮਾਮਲੇ 'ਚ ਜੋ ਕੁਝ ਵਰਲਡ ਹੈਲਥ ਆਰਗੇਨਾਈਜੇਸ਼ਨ ਆਖੇਗੀ ਅਸੀਂ ਉਹਦੇ ਮੁਤਾਬਕ ਚੱਲਾਂਗੇ। ਚਲੋ ਵਧੀਆ ਗੱਲ ਆ ਬਨੂ ਸਾਹਿਬ, ਤੁਸੀਂ ਆਹ ਗੱਲ ਸਮਝਾਤੀ। ਇਹਨੇ ਨਾਲ ਚਲੋ ਜਿਨ੍ਹਾਂ ਦਾ ਵਹਿਮ ਹੈ ਉਹ ਵੀ ਨਿਕਲ ਗਿਆ ਹੋਊਗਾ। ਪਰ ਤੁਸੀਂ ਹੁਣੇ ਜ਼ਿਕਰ ਕਰਦੇ ਰੱਬ ਦਾ ਨਾਂ ਲੈਣ ਦੀ ਗੱਲ ਕੀਤੀ। ਹੁਣ ਦੇਖੋ ਰੱਬ ਦਾ ਨਾਂ ਜਾਂ ਰੱਬ ਦਾ ਡਰ ਹਰੇਕ ਦੇ ਮਨ 'ਚ ਆ, ਪਰ ਜਦੋਂ ਆਪਾਂ ਇਹੋ ਜਿਹੀਆਂ ਖਬਰਾਂ ਸੁਣਦੇ ਆ ਕਿ ਜਿਹੜਾ ਰੱਬ ਦਾ ਘਰ ਆ ਤੇ ਜਿਨ੍ਹਾਂ ਲੋਕਾਂ ਨੂੰ ਰੋਟੀ ਪਾਣੀ ਜਾਂ ਕਹਿ ਲਓ ਕਿ ਮਹੀਨੇ ਬਾਅਦ ਜਿਹੜਾ ਸੇਵਾ ਭੱਤਾ ਤਨਖਾਹ ਮਿਲਦੀ, ਉਹ ਇਸੇ ਕੰਮ ਦੀ ਮਿਲਦੀ ਹੈ ਕਿ ਉਹ ਕੰਮ ਹੀ ਇਹ ਕਰਦੇ ਆ ਵੀ ਲੋਕਾਂ ਦਾ ਜਿਹੜਾ ਰੱਬ ਦੇ ਵਿੱਚ ਯਕੀਨ ਹੈ ਉਹ ਬਣਿਆ ਰਹੇ। ਤੇ ਜੇ ਕੋਈ ਧਾਰਮਿਕ ਕਾਰਜ ਨੇ ਉਹ ਆਪਾਂ ਨੇਪਰੇ ਚਾੜ੍ਹਨੇ ਚੜਾਉਣੇ ਆ, ਉਹਦੇ 'ਚੋਂ ਜਦੋਂ ਬੰਦਾ ਹਿੱਸਾ ਪੱਤੀ ਛਕਣ ਲੱਗ ਪਏ ਤੇ ਫਿਰ ਕੀ ਕਹਾਂਗੇ। ਮੈਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੁਣ ਕਹਿੰਦੇ ਕਿ ਦੁਬਾਰਾ ਅਖੰਡ ਪਾਠ ਸਾਹਿਬਾਨਾਂ ਦਾ ਘਪਲਾ ਸਾਹਮਣੇ ਆਇਆ, ਕਹਿ ਲਓ ਜਾਂ ਕਹਿ ਲਓ ਕਿ ਬੁਕਿੰਗ ਜਿਹੜੀ ਸੀ ਉਹ ਕਰ ਲਈ ਜਾਂਦੀ ਸੀ, ਉਸ ਤੋਂ ਬਾਅਦ ਪੈਸੇ ਜਮ੍ਹਾਂ ਨਹੀਂ ਕਰਾਏ ਜਾਂਦੇ ਸੀ, ਆਪ ਹੀ ਸ਼ਖਸ ਕਾ ਲੈ ਜਾਂਦੇ ਸੀ। ਉਹ ਵਾਲੇ ਬੰਦੇ ਸਾਹਮਣੇ ਆਉਣੇ, ਉਹਨਾਂ ਦੇ ਉੱਪਰ ਕਾਰਵਾਈ ਹੋਣੀ। ਇਹੋ ਜਿਹੀ ਘਟਨਾ ਨੂੰ ਫਿਰ ਕਿਵੇਂ ਦੇਖਦੇ ਹੋ? ਤੁਸੀਂ ਉੱਥੇ ਕੈਨੇਡਾ 'ਚ ਤਾਜ਼ੇ ਗਏ ਹੋ
ਹੌਲੀ ਹੌਲੀ ਉਹਨਾਂ ਦੇ ਅੰਗਰੇਜ਼ੀ ਵਾਲੇ ਮੁਹਾਵਰੇ ਸਿੱਖੋਗੇ। ਉਹਨਾਂ 'ਚ ਇੱਕ ਮੁਹਾਵਰਾ ਇਹ ਆ, ਨੀਅਰ ਦਾ ਚਰਚ ਅਵੇ ਫਰਮ ਗॉड। ਜਿਹੜਾ ਚਰਚ ਦੇ ਬਹੁਤਾ ਨੇੜੇ ਰਹਿੰਦਾ ਹੋਵੇ ਉਹ ਰੱਬ ਤੋਂ ਦੂਰ ਹੋ ਜਾਂਦਾ। ਇਹ ਜਿਹੜੇ ਗੁਰੂ ਘਰ 'ਚ ਰਹਿੰਦੇ ਆ ਇਹ ਉੱਥੇ ਕੋਈ ਸੇਵਾ ਥੋੜ੍ਹੀ ਕਰਦੇ ਆ, ਨੌਕਰੀ ਕਰਦੇ ਆ। ਅਤੇ ਜਿਹੜੇ ਨੌਕਰੀ ਕਰਨ ਵਾਲਾ ਜੇ ਤਹਿਸੀਲਦਾਰ ਰਿਸ਼ਵਤਖੋਰੀ ਕਰ ਸਕਦਾ, ਜੇ ਬਿਜਲੀ ਮਹਿਕਮੇ ਦਾ ਕੋਈ ਅਧਿਕਾਰੀ ਕਰ ਸਕਦਾ, ਰੋਜ਼ ਫੜੇ ਜਾਂਦੇ ਆ, ਜੇ ਸਿਹਤ ਮਹਿਕਮੇ ਵਾਲਾ ਕਰ ਸਕਦਾ, ਜੇ PWD ਵਾਲਾ ਕਰ ਸਕਦਾ, ਅਤੇ ਇਹ ਉੱਥੇ ਸੇਵਾ ਨਹੀਂ ਕਰਦੇ। ਇਹਨਾਂ ਨੂੰ ਉੱਥੇ ਇੰਪਲਾਈ ਲਿਖਿਆ ਜਾਂਦਾ, ਨੌਕਰ ਲਿਖਿਆ ਜਾਂਦਾ। ਇਹ ਵੀ ਜੇ ਨੌਕਰੀ ਮੰਨ ਕੇ ਹੀ ਉੱਥੇ ਜਾਂਦੇ ਆ। ਇੰਨਾ ਹੀ ਫਰਕ ਹੈ ਨਾ, ਨੰਗੇ ਪੈਰੀਂ ਜਾਂਦੇ ਆ ਗੁਰੂ ਘਰ। ਇਹਨਾਂ ਦੇ ਵਿੱਚ ਮਨ ਵਿੱਚ ਵੀ ਖੋਟ ਆਉਣਾ ਸੁਭਾਵਿਕ ਹੈ, ਔਰ ਇਹ ਇੱਕ ਵਾਰ ਨਹੀਂ ਆਇਆ। ਪਹਿਲਾਂ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਸੰਗਤ ਜਦੋਂ ਪ੍ਰਸ਼ਾਦ ਕਰਾਉਂਦੀ ਸੀ ਅਤੇ ਉਹ ਪੈਸੇ ਦਿੰਦੀ ਸੀ, ਉਹ ਪਰਚੀਆਂ ਜਾਲੀ ਫੜੀਆਂ ਗਈਆਂ। ਫਿਰ ਦਰਬਾਰ ਸਾਹਿਬ ਦੇ ਲੰਗਰ ਵਿੱਚ ਘੁਟਾਲਾ ਫੜਿਆ ਗਿਆ। ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਚੰਦੋਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਤੇ ਤਾਣਿਆ ਗਿਆ, ਉਹਦਾ ਘੁਟਾਲਾ ਫੜਿਆ ਗਿਆ। ਫਿਰ ਆ ਕੋਰੋਨਾ ਵਾਇਰਸ ਦੇ ਦਿਨਾਂ ਵਿੱਚ ਜਦੋਂ ਕਰਫਿਊ ਲੱਗਾ ਸੀ ਅਤੇ ਕੋਈ ਦਰਬਾਰ ਸਾਹਿਬ ਜਾਂਦਾ ਆਉਂਦਾ ਹੀ ਨਹੀਂ ਸੀ, ਉਹਨਾਂ ਦਿਨਾਂ ਦੇ ਵਿੱਚ ਖਾਲਸੇ ਦੇ ਜਨਮ ਸਥਾਨ ਤਖਤ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਿਹੜਾ ਲੰਗਰ ਆ, ਉਹਦੇ ਵਿੱਚ ਰੋਜ਼ ਹਜ਼ਾਰਾਂ ਹੀ ਸੰਗਤਾਂ ਨੂੰ ਕਾਗਜ਼ਾਂ ਵਿੱਚ ਲੰਗਰ ਛਕਾਇਆ ਜਾਂਦਾ ਰਿਹਾ ਅਤੇ ਲੱਖਾਂ ਰੁਪਏ ਦਾ ਘੁਟਾਲਾ ਹੁੰਦਾ ਰਿਹਾ। ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਮੈਨੇਜਰ ਸਾਹਿਬ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਕਿੱਦਾਂ ਹੋ ਗਿਆ, ਸਭ ਕੁਝ ਉੱਥੇ। ਅਸਲ ਗੱਲ ਕੀ ਹੈ, ਮੂੰਹ ਖਾਂਦਾ ਅਤੇ ਅੱਖਾਂ ਸ਼ਰਮਾਉਂਦੀਆਂ ਨੇ। 12-13 ਸਾਲ ਪਹਿਲਾਂ ਇੱਕ ਘੁਟਾਲਾ ਸਾਹਮਣੇ ਆਇਆ ਸੀ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਅਖੰਡ ਪਾਠ ਕੀਤੇ ਜਾ ਸਕਦੇ ਆ, ਉੱਥੇ ਜੇ ਲੋਕੀ ਆ ਜਾਣ ਅਤੇ ਉਹਨਾਂ ਦੀ ਬੁਕਿੰਗ ਜਿਹੜੀ ਆ ਇੰਨੀ ਜ਼ਿਆਦਾ ਹੈ ਕਿ 12-12, 13-13, 15-15 ਸਾਲ ਵਾਰੀ ਨਹੀਂ ਆਉਂਦੀ। ਅਗਲੇ ਕਹਿੰਦੇ ਆ ਜੀ ਛੇਤੀ ਕਰਵਾ ਦਿਓ, ਅਤੇ ਬੁਕਿੰਗ ਕਰਨ ਵਾਲੇ ਕਹਿੰਦੇ ਜੀ ਫਿਰ ਥੋੜ੍ਹੇ ਜਿਹੇ ਪੈਸੇ ਵੱਧ ਲੱਗਣੇ, ਕਰਵਾ ਦਿੰਦੇ ਆ। ਉਹਨਾਂ ਤੋਂ ਵੱਧ ਪੈਸੇ ਲੈ ਲੈਂਦੇ ਆ, ਜਾਲੀ ਪਰਚੀ 'ਤੇ ਬੁਕਿੰਗ ਕਰਦੇ ਆ, ਕਰਕੇ ਅਖੰਡ ਪਾਠ ਕੋਈ ਨਹੀਂ, ਬਿਨਾਂ ਅਖੰਡ ਪਾਠ ਕੀਤੇ ਤੋਂ ਮਿੱਥੀ ਤਰੀਕ ਨੂੰ ਉਹਨਾਂ ਦੀ ਉਸ ਬੁਕਿੰਗ ਦੇ ਉੱਤੇ ਉਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਭੇਜ ਦਿੰਦੇ ਜੀ ਤੁਹਾਡਾ ਪਾਠ ਕੀਤਾ ਗਿਆ ਅਤੇ ਅਖੰਡ ਪਾਠ ਸਾਹਿਬ ਦੇ ਉੱਤੇ ਆਹ ਹੁਕਮਨਾਮਾ ਆਇਆ। ਇੱਕ ਪਰਿਵਾਰ ਨੂੰ ਉਹਨਾਂ ਨੇ ਤਰੀਕ ਦਿੱਤੀ ਸੀ ਫਲਾਣੀ ਤਰੀਕ ਨੂੰ ਹੋਣਾ, ਉਹ ਪਰਿਵਾਰ ਸੱਚੀ ਮੁੱਚੀ ਉੱਥੇ ਆ ਗਿਆ। ਜਿਹੜੇ ਬੰਦੇ ਨੇ ਜਾਲੀ ਪਰਚੀ ਕੱਟੀ ਸੀ ਉਹ ਮਿਲਿਆ ਨਾ। ਉਹਨਾਂ ਆਖਿਆ ਸਾਡੀ ਬੁਕਿੰਗ ਆ। ਜਦੋਂ ਆਖਿਆ ਉਹਨਾਂ ਅਗਲੇ ਪਾਸੇ ਜਿਹੜਾ ਸੇਵਾਦਾਰ ਸੀ ਉਹਨੇ ਆਖਿਆ ਬੁਕਿੰਗ ਤੁਹਾਡੀ ਅੱਜ ਦੀ ਹੈ ਹੀ ਨਹੀਂ, ਉਹ ਪਰਚੀਆਂ ਵਿਖਾਉਣ। ਗੱਲ ਨਿਕਲ ਆਈ ਕਿ ਪਰਚੀ ਜਾਲੀ ਆ। ਰੌਲਾ ਉਦੋਂ ਵੀ ਪਿਆ ਸੀ। ਹੁਣ ਫਿਰ ਉਹ ਰੌਲਾ ਪੈ ਗਿਆ, ਔਰ ਰੌਲਾ ਪੈਣ ਦੇ ਉੱਤੇ ਦਰਬਾਰ ਸਾਹਿਬ ਦਾ ਚੀਫ ਮੈਨੇਜਰ ਅਤੇ ਸੇਵਾਦਾਰ ਉਹ ਦੋਵੇਂ ਸਸਪੈਂਡ ਕੀਤੇ ਗਏ। ਐਡੀਸ਼ਨਲ ਮੈਨੇਜਰ ਉਹਨੂੰ ਚੁੱਕ ਕੇ ਅਨੰਦਪੁਰ ਸਾਹਿਬ ਬਦਲ ਦਿੱਤਾ ਗਿਆ। ਜਿਹੜਾ ਇੱਥੇ ਇੱਦਾਂ ਕਰਦਾ ਸੀ ਅਨੰਦਪੁਰ ਸਾਹਿਬ ਜਾ ਕੇ ਉਹ ਦੁੱਧ ਧੋਤਾ ਹੋ ਜਾਊਗਾ, ਉੱਥੇ ਨਾ ਕੋਈ ਕੰਮ ਗੜਬੜ ਕਰੇਗਾ। ਜਿਹੜੇ ਚੀਫ ਮੈਨੇਜਰ ਨੇ ਘੁਟਾਲਾ ਕੀਤਾ ਦੱਸਿਆ ਜਾਂਦਾ, ਅਖੰਡ ਪਾਠਾਂ ਦੀ ਬੁਕਿੰਗ ਦੇ ਪੈਸੇ ਲੋਕਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਨਹੀਂ ਕਰਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਤੋਂ ਬਾਰ-ਬਾਰ ਹੀ ਆਪ ਛਕ ਗਿਆ। ਉਹਨੂੰ 50,000 ਰੁਪਇਆ ਜੁਰਮਾਨਾ ਵੀ ਕੀਤਾ ਗਿਆ। ਇਹ ਤਾਂ ਹੁਣ ਰਿਕਾਰਡ 'ਤੇ ਆ ਗਿਆ ਸਾਰਾ ਕੁਝ, ਕਿਆ ਕੁਝ ਹੋਇਆ ਅੱਜ ਦੇ ਅਖਬਾਰਾਂ 'ਚ ਵੀ ਆ ਗਿਆ। ਅਤੇ ਫਿਰ ਜੇ ਇਹ ਸਾਰੀਆਂ ਗੱਲਾਂ ਵੇਖੀਏ ਤਾਂ ਕੀ ਉਹ ਅੰਗਰੇਜ਼ੀ ਦਾ ਮੁਹਾਵਰਾ ਠੀਕ ਨਹੀਂ, ਨੀਅਰ ਦਾ ਚਰਚ ਅਵੇ ਫਰਮ ਗॉड। ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਸਤੇ ਗਏ ਨੇ ਉਹ ਇਸ ਤਰ੍ਹਾਂ ਦੀ ਸੇਵਾ ਕਰਦੇ ਆ। ਲੋਕਾਂ ਵਾਸਤੇ ਗੁਰੂ ਘਰ ਹੈ। ਇਹ ਲੋਕ ਉੱਥੇ ਜੋ ਕੁਝ ਕਰਦੇ ਪਏ ਆ, ਜਿੰਨੇ ਸਕੈਂਡਲ ਆਉਂਦੇ ਪਏ ਆ, ਇਹਦਾ ਮਤਲਬ ਇਹ ਆ ਕਿ ਇਹਨਾਂ ਨੂੰ ਗੁਰੂ ਦਾ ਕੋਈ ਭੌ ਨਹੀਂ। ਇਹ ਉੱਥੇ ਬੈਠਿਆਂ ਦੀ ਗੁਰੂ ਵੱਲ ਪਿੱਠ, ਗੋਲਕਾਂ ਵੱਲ ਮੂੰਹ ਆ ਕਿ ਪੈਸੇ ਕਿੰਨੇ ਕਮਾਏ ਜਾ ਸਕਦੇ। ਬਿਲਕੁਲ ਸਹੀ। ਸੋ ਇਹੋ ਜਿਹੀਆਂ ਘਟਨਾਵਾਂ ਜਾਂ ਇਹੋ ਜਿਹੀਆਂ ਖਬਰਾਂ ਜਦੋਂ ਆਪਾਂ ਸੁਣਦੇ ਹਾਂ ਜੀ, ਉਦੋਂ ਕਿਤੇ ਨਾ ਕਿਤੇ ਮਨ ਦੁਖੀ ਜ਼ਰੂਰ ਹੁੰਦਾ। ਪਰ ਜਿਹੜੀ ਪੰਨੂ ਸਾਹਿਬ ਇੱਕ ਕਹਿ ਲਓ ਕਿ ਸਿੱਖ ਕੌਮ ਦੀ ਵੱਡੇ ਦਿਲ ਵਾਲੀ ਗੱਲ ਹੈ, ਜਿਹਦੇ 'ਚ ਇਹ ਕਿਹਾ ਜਾਂਦਾ ਵੀ ਕੋਈ ਗੱਲ ਨਹੀਂ, ਮਹਾਰਾਜ ਆਪ ਦੇਖਦਾ, ਉਹ ਆਪੇ ਉਹਨਾਂ ਨੂੰ ਸਜ਼ਾ ਦੇਊਗਾ, ਕੋਈ ਗੱਲ ਨਹੀਂ, ਆਪਣੀ ਸ਼ਰਧਾ ਉਸੇ ਤਰ੍ਹਾਂ ਰਹੇ। ਮੈਨੂੰ ਲੱਗਦਾ ਵੀ ਇਹ ਜਿਹੜਾ ਗਲਤੀ ਕਰਨ ਵਾਲਾ ਅਤੇ ਉਹਨੂੰ ਉਸ ਤੋਂ ਬਾਅਦ ਇਸ ਤਰ੍ਹਾਂ ਕਹਿ ਦੇਣਾ ਵੀ ਆਪੇ ਮਹਾਰਾਜ ਦੇਖਦਾ, ਸ਼ਾਇਦ ਇਹ ਵੀ ਕਿਤੇ ਕਾਰਨ ਤਾਂ ਨਹੀਂ ਲੱਗਦਾ ਤੁਹਾਨੂੰ, ਜਿਹਦਾ ਕਰਕੇ ਹਰੇਕ ਬੰਦੇ ਦਾ ਹੌਸਲਾ ਵੱਧ ਜਾਂਦਾ ਵੀ ਕੋਈ ਗੱਲ ਨਹੀਂ, ਲੋਕਾਂ ਨੇ ਕਿਹੜਾ ਕੁਛ ਕਹਿਣਾ। ਸ਼ਰਧਾ ਇਸ ਹੱਦ ਤੱਕ ਨਹੀਂ ਹੋਣੀ ਚਾਹੀਦੀ। ਪ੍ਰਬੰਧ ਜਿਹੜਾ ਉਹ ਠੀਕ ਠਾਕ ਰੱਖਣਾ ਚਾਹੀਦਾ। ਲੋਕਾਂ ਨੂੰ ਚਾਹੀਦਾ ਕਿ ਜਿੱਥੇ ਕੋਈ ਗੁਰੂ ਘਰ 'ਚ ਇਸ ਤਰ੍ਹਾਂ ਦੀ ਚੋਰੀ ਕਰਦਾ, ਚੋਰ ਨੂੰ ਚੋਰ ਆਖਣ। ਇੱਥੇ ਬੜੇ ਵੱਡੇ ਘੁਟਾਲੇ ਕਰਨ ਵਾਲੇ, ਬੜੇ ਵੱਡੇ ਪੁੱਠੇ ਕੰਮ ਕਰਨ ਵਾਲੇ ਦਰਬਾਰ ਸਾਹਿਬ ਦੇ ਵਿੱਚ ਡਿਊਟੀਆਂ ਕਰਦੇ ਨੇ, ਉਹਨਾਂ ਨੂੰ ਫਿਰ ਕੁਛ ਨਹੀਂ ਆਖਿਆ ਜਾਂਦਾ। ਜਿਨ੍ਹਾਂ ਨੇ ਬਾਹਰ ਵੱਡੇ ਫਰਾਡ ਕੀਤੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਆ। ਲੋਕਾਂ ਨੂੰ ਕਹਿੰਦੇ ਆ ਕੋਈ ਨਸ਼ਾ ਪੱਤਾ ਨਹੀਂ ਕਰਨਾ। ਆ ਕਾਲਾ ਸੰਘਿਆ ਦੇ ਵਿੱਚ ਇੱਕ ਸਥਾਨ ਹੈ ਜਿੱਥੇ ਲੋਕੀ ਸ਼ਰਾਬ ਚੜਾਉਂਦੇ ਆ। ਗਰੀਬ ਬੰਦਾ ਦੇਸੀ ਸ਼ਰਾਬ ਜਾ ਕੇ ਚੜਾ ਦਿੰਦਾ, ਖਾਂਦਾ ਪੀਂਦਾ ਠੇਕੇ ਦੀ। ਜਿਹੜਾ ਤਕੜਾ ਉਹ ਵਿਸਕੀ ਚੜਾ ਦਿੰਦਾ। ਜਿਹੜੇ ਲੀਡਰ ਆਉਂਦੇ ਆ ਉਹ ਵਲੈਤੀ ਸ਼ਰਾਬ ਦੀਆਂ ਪੇਟੀਆਂ ਚੜਾਉਂਦੇ ਆ। ਇੱਕ ਮੀਆਂ ਬੀਵੀ ਨੇ ਜਾ ਕੇ ਵੱਖੋ ਵੱਖਰੀਆਂ ਵਿਦੇਸ਼ੀ ਸ਼ਰਾਬ ਦੀਆਂ ਪੇਟੀਆਂ ਚੜਾਈਆਂ ਅਤੇ ਅਗਲੀ ਚੋਣ ਦੇ ਵਿੱਚ ਉਹ ਦੋਵੇਂ ਜਣੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਮੈਂਬਰ ਸਨ, ਉਹ ਫਿਰ ਚੁਣੇ ਗਏ। ਜੇ ਇਸ ਤਰ੍ਹਾਂ ਦੀ ਹਾਲਤ ਬਣੀ ਪਈ ਆ
ਕਿ ਸਿੱਖ ਇਹ ਕਹਿ ਦਿੰਦੇ ਆ ਕਿ ਸਾਨੂੰ ਕੀ, ਜਿਹਨੇ ਪਾਪ ਕੀਤਾ ਆਪੇ ਭੁਗਤੂ, ਅਸੀਂ ਤਾਂ ਪੰਥ ਨੂੰ ਵੋਟ ਪਾਉਣੀ ਆ। ਵੋਟ ਪੰਥ ਨੂੰ ਨਹੀਂ, ਬੰਦੇ ਦਾ ਕਿਰਦਾਰ ਵੇਖਣਾ ਚਾਹੀਦਾ, ਉਹਦੀ ਔਕਾਤ ਵੇਖਣੀ ਚਾਹੀਦੀ ਹੈ। ਜੇ ਚਾਹੁੰਦੇ ਆ ਕਿ ਗੁਰੂ ਘਰਾਂ ਦਾ ਪ੍ਰਬੰਧ ਠੀਕ ਠਾਕ ਹੋਵੇ ਤੇ ਫਿਰ ਸਿੱਖਾਂ ਨੂੰ ਥੋੜ੍ਹਾ ਜਿਹਾ ਜਾਗਣਾ ਪਵੇਗਾ। ਆ ਜਿਹੜਾ ਕਿ ਮੈਨੂੰ ਕੀ, ਇਹ ਮੈਨੂੰ ਕੀ ਵਾਲੀ ਸੋਚ ਬਹੁਤ ਗਲਤ ਹੈ। ਇਹ ਮੈਨੂੰ ਕੀ ਵਾਲੀ ਸੋਚ, ਆ ਸਰਕਾਰਾਂ ਦੇ ਵਿੱਚ ਜਿਹੜੇ ਫਰਾਡ ਹੁੰਦੇ ਆ ਉਹਦੇ ਵਿੱਚ ਵੀ ਤੇ ਇਹੋ ਹੀ ਹੈ। ਕੱਲ ਇੱਥੇ GST ਦਾ ਜਿਹੜਾ ਟੈਕਸ ਘੁਟਾਲਾ ਹੋਇਆ 700 ਕਰੋੜ ਦਾ ਫੜਿਆ ਗਿਆ, ਔਰ ਇਹਦੇ ਉੱਤੇ ਇੱਕ TV ਚੈਨਲ ਨੇ ਲੋਕਾਂ ਦੇ ਵੱਖਰੋ ਵੱਖਰੇ ਵਿਚਾਰ ਲਏ ਖੰਨੇ 'ਚੋਂ ਜਾ ਕੇ ਕਿ ਤੁਹਾਡੇ ਸ਼ਹਿਰ ਦੇ ਵਿੱਚ 700 ਕਰੋੜ ਦਾ ਘੁਟਾਲਾ ਹੋ ਗਿਆ, ਤੁਹਾਡੀ ਇਹਦੇ ਬਾਰੇ ਕੀ ਰਾਏ ਆ। ਤੇ ਇੱਕ ਸੱਜਣ ਨੇ ਆਖਿਆ ਸਾਨੂੰ ਕੀ ਜੀ, ਸਰਕਾਰ ਦਾ ਪੈਸਾ ਖਾਣ ਵਾਲਿਆਂ ਖਾ ਲਿਆ, ਨਾ ਅਸੀਂ ਪੈਸਾ ਦੇਣ ਵਾਲੇ, ਨਾ ਅਸੀਂ ਲੈਣ ਵਾਲੇ, ਨਾ ਹੀ ਖਾਣ ਵਾਲੇ, ਸਾਨੂੰ ਕੀ। ਤੇ ਉਹ TV ਐਂਕਰ ਨੇ ਬਿਲਕੁਲ ਸਾਫ਼ ਆਖਿਆ, ਕਹਿੰਦਾ ਜੀ ਤੁਹਾਡੀ ਆ ਸਾਨੂੰ ਕੀ ਵਾਲੀ ਸੋਚ ਨੇ ਸਾਰੇ ਘੁਟਾਲੇ ਕਰਵਾਏ ਆ। ਤੁਹਾਨੂੰ ਸਮਝ ਨਹੀਂ ਲੱਗਦੀ ਕਿ ਸਰਕਾਰ ਦਾ ਇਹ ਪੈਸਾ ਤੁਹਾਡੀਆਂ ਜੇਬਾਂ 'ਚੋਂ ਗਿਆ। ਜੇ ਤੁਹਾਡੀਆਂ ਜੇਬਾਂ 'ਚੋਂ ਨਹੀਂ ਗਿਆ ਹੁੰਦਾ ਤੇ ਸਰਕਾਰ ਦੇ ਖਜ਼ਾਨੇ 'ਚ ਆਉਂਦਾ ਕਿੱਥੋਂ। ਤੇ ਟੈਕਸ ਚੋਰ ਜਿਹੜੇ ਆ, ਇਹਨਾਂ ਨੇ ਲੋਕਾਂ ਤੋਂ ਪੈਸੇ ਟੈਕਸ ਦੇ ਲੈ ਲਏ, ਸਰਕਾਰ ਨੂੰ ਜਮ੍ਹਾਂ ਨਹੀਂ ਕਰਾਇਆ, ਪੈਸੇ ਤੇ ਤੁਹਾਡੇ ਆ। ਇਹਦੇ ਬਾਵਜੂਦ ਲੋਕ ਕਹਿੰਦੇ ਆ ਕਿ ਸਾਨੂੰ ਕੀ, ਇਹ ਸਾਨੂੰ ਕੀ ਦੀ ਸੋਚ ਜਿਹੜੀ ਉਹ ਨੁਕਸਾਨ ਕਰ ਰਹੀ ਹੈ। ਬਿਲਕੁਲ ਸਹੀ। ਪਰ ਸਭ ਇੱਕ ਚੀਜ਼ ਮੈਂ ਸੁਣੀ ਸੀ ਤੁਹਾਡੇ ਕੋਲੋਂ ਕਿ ਵੀ ਜਿਹੜਾ ਮਮਤਾ ਬੈਨਰਜੀ ਵਾਲਾ ਗੱਲ, ਉਦੋਂ ਮੇਰੇ ਦਿਮਾਗ 'ਚ ਸਵਾਲ ਸਕਿਪ ਕਰ ਗਿਆ। ਜਿਹੜੀ ਉਹ ਸੱਟ ਲੱਗਣ ਵਾਲੀ ਗੱਲ ਹੈ ਤੇ ਉਹਨੂੰ ਹੁਣ ਇਲੈਕਸ਼ਨ ਕਮਿਸ਼ਨ ਸ਼ਾਇਦ ਮੰਨ ਨਹੀਂ ਰਿਹਾ। ਹਾਲਾਂਕਿ ਕਹਿੰਦੇ ਸੱਟ ਲੱਗੀ ਠੀਕ ਹੈ ਆਪਣੀ ਥਾਂ ਤੇ, ਪਰ ਲੜਾਈ ਝਗੜਾ ਹੋਈ ਕੋਈ ਨਹੀਂ ਹੋਇਆ ਜਾਂ ਹਮਲਾ ਕੋਈ ਨਹੀਂ ਕੀਤਾ ਗਿਆ। ਉਹ ਕਿਸ ਚੀਜ਼ ਦਾ ਇਸ਼ਾਰਾ ਕਰਦੀ ਚੀਜ਼। ਪਰਸੋਂ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਰਾਜ ਸਰਕਾਰਾਂ ਦੇ ਚੋਣ ਕਮਿਸ਼ਨ ਜਿਹੜੇ ਮਿਊਨਿਸਪਲ ਕਾਰਪੋਰੇਸ਼ਨਾਂ, ਮਿਊਨਿਸਪਲ ਕੌਂਸਲਾਂ, ਨਗਰ ਪੰਚਾਇਤਾਂ ਦੀ ਚੋਣ ਕਰਾਉਣੇ ਆ, ਉਹ ਚੋਣ ਕਮਿਸ਼ਨ ਦਾ ਚੀਫ ਰਾਜ ਸਰਕਾਰ ਦਾ IAS ਅਫਸਰ, PC ਅਫਸਰ ਨਹੀਂ ਹੋ ਸਕਦਾ, ਕਿਉਂਕਿ ਉਹਨੇ ਪਹਿਲਾਂ ਵੀ ਸਰਕਾਰ ਦਾ ਅੰਡਰ ਕੰਮ ਕੀਤਾ ਤੇ ਬਾਅਦ ਵਿੱਚ ਵੀ ਉਹਨੂੰ ਕਿਸੇ ਅਹੁਦੇ ਦੀ ਝਾਕ ਹੁੰਦੀ ਹੈ, ਇਸ ਕਰਕੇ ਉਹ ਨਿਰਪੱਖ ਨਹੀਂ ਹੋ ਸਕਦਾ। ਜੇ ਇੱਥੇ ਨਹੀਂ ਹੋ ਸਕਦਾ ਤੇ ਜਿਹੜੇ ਕੇਂਦਰ 'ਚ ਚੋਣ ਕਮਿਸ਼ਨਰ ਬਣਦੇ ਨੇ, ਇਹ ਵੀ ਸਰਕਾਰਾਂ ਆਪਣੀ ਮਰਜ਼ੀ ਦਾ ਬਣਾਉਂਦੀਆਂ ਨੇ। ਇਹ ਨਿਰਪੱਖ ਕਿੰਨੇ ਨੇ ਪਿਛਲੇ ਸਮੇਂ 'ਚ ਅਸੀਂ ਕਈ ਵਾਰ ਵੇਖਿਆ। ਹੁਣ ਵੀ ਨਰਿੰਦਰ ਮੋਦੀ ਸਾਹਿਬ ਨੇ ਵੈਕਸੀਨ ਲਵਾਈ, ਉਸ ਵੈਕਸੀਨ ਦੀਆਂ ਫੋਟੋਆਂ, ਇਹਨਾਂ ਨੇ ਉਹ ਫੋਟੋ ਸਾਰੇ ਪੱਛਮੀ ਬੰਗਾਲ ਦੇ ਵਿੱਚ ਜਿੰਨੀਆਂ ਫੋਟੋਆਂ ਲਵਾਈਆਂ, ਹਰ ਪੈਟਰੋਲ ਪੰਪ ਤੇ 40-40 ਫੁੱਟ ਚੌੜੇ ਹੋਰਡਿੰਗ। ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਗਈ, ਬਾਕੀ ਥਾਵਾਂ ਤੇ ਇਲੈਕਸ਼ਨ ਕਮਿਸ਼ਨ ਖੜੇ ਪੈਰ ਕਹਿੰਦਾ ਹੁੰਦਾ 24 ਘੰਟਿਆਂ 'ਚ ਬੋਰਡ ਲਾ ਦਿਓ। ਇਲੈਕਸ਼ਨ ਕਮਿਸ਼ਨ ਨੇ ਆਖਿਆ 72 ਘੰਟਿਆਂ 'ਚ, ਯਾਨੀ 3 ਦਿਨ ਤੁਹਾਨੂੰ ਲਾਉਣ ਦੀ ਖੋਲ੍ਹਿਆ ਤੇ ਬਾਅਦ 'ਚ ਲਾ ਦਿਓ। ਉਦੋਂ ਪਤਾ ਲੱਗ ਗਿਆ ਕਿ ਇਲੈਕਸ਼ਨ ਕਮਿਸ਼ਨ ਪੂਰੀ ਲੋਕਾਂ ਦੀ ਤਸੱਲੀ ਵਾਲੀ ਨਿਰਪੱਖਤਾ ਨਹੀਂ ਵਿਖਾ ਰਿਹਾ। ਹੁਣ ਮਮਤਾ ਬੈਨਰਜੀ ਦੇ ਸਵਾਲ ਤੇ ਜਦੋਂ ਉਹਨੂੰ ਸੱਟ ਲੱਗੀ ਹੈ, ਭਾਜਪਾ ਨੇ ਪਹਿਲੇ ਦਿਨ ਆਖਿਆ ਨਾਟਕੀ ਹੈ, ਨੌਟੰਕੀ ਕਰਦੀ ਹੈ। ਕਾਂਗਰਸ ਪਾਰਟੀ ਨੇ ਵੀ ਆਪਣੀ ਪੁਰਾਣੀ ਸਾਥੀ ਮਮਤਾ ਬੈਨਰਜੀ ਜਿਹੜੀ ਪਹਿਲਾਂ ਕਾਂਗਰਸ ਵਿੱਚ ਹੁੰਦੀ ਸੀ, ਉਹਦੇ ਬਾਰੇ ਕਾਂਗਰਸ ਆਗੂਆਂ ਨੇ ਵੀ ਆਖਿਆ ਨਾਟਕ ਕਰਦੀ ਹੈ। ਹੁਣ ਚੋਣ ਕਮਿਸ਼ਨ ਨੇ ਆਖਿਆ ਕਿ ਸੱਟ ਤਾਂ ਉਹਨੂੰ ਲੱਗੀ ਹੈ, ਪਰ ਜਿਹੜਾ ਉਹ ਕਹਿੰਦੀ ਹੈ ਮੇਰੇ ਤੇ ਹਮਲਾ ਹੋਇਆ, ਉਹ ਸਾਬਤ ਨਹੀਂ ਹੁੰਦਾ। ਹੁਣ ਹੋਇਆ ਕੀ ਹੈ ਕਿ ਉਹ ਲੋਕਾਂ ਨੂੰ ਮਿਲ ਕੇ ਗੱਡੀ ਵਿੱਚ ਬੈਠਣ ਲੱਗੀ, ਤੇ ਜਦੋਂ ਬੈਠਣ ਲੱਗੀ ਤੇ ਡੋਰ ਇੱਕਦਮ ਬੰਦ ਹੋਇਆ ਤੇ ਉਹਦੇ ਵਿੱਚ ਉਹਦਾ ਪੈਰ ਆ ਗਿਆ ਤੇ ਪੈਰ ਵਿੱਚ ਫ੍ਰੈਕਚਰ ਆ, ਗੋਡੇ ਦੇ ਉੱਤੇ ਰਗੜਾਂ ਨੇ, ਮੋਢੇ ਤੇ ਵੀ ਨੇ, ਉਹਦੇ ਰਗੜਾਂ ਆਈਆਂ ਨੇ। ਉਹ ਤਾਂ ਝੂਠ ਬੋਲ ਸਕਦੀ, ਨਾਟਕ ਕਰ ਸਕਦੀ ਹੈ। ਕੀ ਡਾਕਟਰ ਵੀ ਨਾਟਕ ਕਰਦੇ ਆ? ਕੀ ਐਕਸਰੇ ਮਸ਼ੀਨ ਵੀ ਨਾਟਕ ਕਰਦੀ ਹੈ? ਉਹ ਕਹਿੰਦੇ ਆ ਕਿ ਇਹਦੇ ਉੱਤੇ ਕਿਉਂਕਿ Z+ ਕੈਟਾਗਰੀ ਦੀ ਸਿਕਿਉਰਿਟੀ ਆ ਮੁੱਖ ਮੰਤਰੀ ਹੋਣ ਕਰਕੇ, ਇਹਦੇ ਨਾਲ ਜਿੱਥੇ ਵੀ ਜਾਵੇ Z ਕੈਟਾਗਰੀ ਦੀ ਬਾਕੀ ਸਿਕਿਉਰਿਟੀ ਦੇ ਨਾਲ ਲੋਕਲ ਪੁਲਿਸ ਚਾਹੀਦੀ ਆ। ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਉੱਥੇ ਲੋਕਲ ਪੁਲਿਸ ਨਹੀਂ ਆਈ। ਉਹ ਕਿਹਦੇ ਇਸ਼ਾਰੇ ਤੇ ਕੰਮ ਕਰਦੀ ਆ ਕਿ ਮੁੱਖ ਮੰਤਰੀ ਇਹ ਆ, ਗ੍ਰਹਿ ਮੰਤਰੀ ਵੀ ਉੱਥੋਂ ਦੀ ਇਹ ਆ, ਤੇ ਪੁਲਿਸ ਇਹਦੇ ਵਾਸਤੇ ਨਹੀਂ ਆਈ ਤੇ ਬਾਕੀਆਂ ਵਾਸਤੇ ਕਿੱਦਾਂ ਜਾਵੇਗੀ? ਇਸ ਗੱਲ ਨੂੰ ਚੋਣ ਕਮਿਸ਼ਨ ਨੇ ਨੋਟ ਨਹੀਂ ਕੀਤਾ। ਹਾਂ, ਚੋਣ ਕਮਿਸ਼ਨ ਨੇ ਇੰਨਾ ਕਹਿਤਾ ਸੱਟ ਲੱਗੀ ਆ, ਨੌਟੰਕੀ ਨਹੀਂ ਕਰਦੀ, ਪਰ ਉਹਨਾਂ ਆਖਿਆ ਜੀ ਜਿਹੜਾ ਹਾਦਸਾ ਉਹ ਜਾਪਦਾ, ਹਮਲਾ ਪ੍ਰੂਵ ਨਹੀਂ ਹੁੰਦਾ, ਸਾਬਤ ਨਹੀਂ ਹੁੰਦਾ। ਉਹਦਾ ਦਰਵਾਜ਼ਾ ਆਖਿਰਕਾਰ ਕਿਸੇ ਨੇ ਤਾਂ ਧੱਕੇ ਨਾਲ ਬਹੁਤ ਵਧੀ ਬੰਦ ਕੀਤਾ ਜਿਹਦੇ ਵਿੱਚ ਉਹਦਾ ਪੈਰ ਆਇਆ, ਨਹੀਂ ਤੇ ਉਹ ਐਡੀ ਕਮਲੀ ਤੇ ਨਹੀਂ ਕਿ ਸਾਰੀ ਉਮਰ ਕਾਰਾਂ ਤੇ ਰਹੀ ਆ ਤੇ ਦਰਵਾਜ਼ਾ ਬੰਦ ਕਰਨ ਲੱਗਿਆ ਆਪਣਾ ਪੈਰ ਵਿੱਚ ਫਸਾ ਲੇ। ਕਿਸੇ ਨਾ ਕਿਸੇ ਨੇ ਬਾਹਰੋਂ ਧੱਕਾ ਮਾਰ ਕੇ ਜ਼ੋਰ ਨਾਲ ਬੰਦ ਕੀਤਾ। ਉਹ ਕੌਣ ਸੀ ਇਹਦਾ ਪਤਾ ਨਹੀਂ ਲੱਗ ਰਿਹਾ। ਹੁਣ ਸਭ ਆ ਜਿਹੜਾ ਇਸ਼ਾਰਾ ਤੁਸੀਂ ਹੁਣੇ ਕੀਤਾ ਕਿ ਵੀ ਇੱਕ ਸਟੇਟ ਦੀ ਮੁੱਖ ਮੰਤਰੀ ਹੋਵੇ, ਗ੍ਰਹਿ ਮੰਤਰੀ ਹੋਵੇ, ਪੁਲਿਸ ਪ੍ਰਸ਼ਾਸਨ ਉਹਦੇ ਅੰਡਰ ਹੋਵੇ, ਕਿਉਂਕਿ ਪੱਛਮੀ ਬੰਗਾਲ ਆਪਣੇ ਆਪ 'ਚ ਇੱਕ ਪੂਰਾ ਸੂਬਾ। ਹੁਣ ਇਹ ਘਟਨਾ ਜਾਂ ਇਹ ਚਰਚਾ ਪਹਿਲਾਂ ਦਿੱਲੀ 'ਚ ਵੀ ਹੁੰਦੀ ਸੀ ਕੇਜਰੀਵਾਲ ਸਾਹਿਬ ਦੇ ਨਾਲ, ਵੀ ਉਦੋਂ ਪੁਲਿਸ ਪਹਿਲਾਂ ਉਹਨਾਂ ਦੇ ਅੰਡਰ ਸੀ, ਫਿਰ ਪੁਲਿਸ ਕਿਤੇ ਹੋਰ ਚਲੇ ਗਈ, ਉੱਥੇ ਵੀ ਜ਼ੋਰ ਲੱਗਿਆ। ਪਰ ਹੁਣ ਜੇ ਆਹ ਚਰਚਾ ਇਲੈਕਸ਼ਨਾਂ ਤੋਂ ਪਹਿਲਾਂ ਚੱਲ ਪਈ ਵੀ ਇੱਕ ਸਟੇਟ ਦੀ ਪੁਲਿਸ ਜਿਹੜੀ ਹੈ ਮੁੱਖ ਮੰਤਰੀ ਦੀ ਘੱਟ ਸੁਣੇ ਤੇ ਕਿਸੇ ਹੋਰ ਦੀ ਜ਼ਿਆਦਾ ਸੁਣੇ, ਇਹ ਫਿਰ ਇਸ਼ਾਰਾ ਕਿਸੇ ਹੋਰ ਪਾਸੇ ਨਹੀਂ ਗੱਲ ਕਰਦੀ ਵੀ ਜਿਹੜੇ ਆਉਣ ਵਾਲੇ ਦਿਨ ਨੇ ਉਹਦੇ 'ਚ ਕਈ ਤਬਦੀਲੀਆਂ ਹੋ ਸਕਦੀਆਂ। ਲੋਕ EVM ਦਾ ਰੌਲਾ ਵੀ ਪਾਉਂਦੇ ਹੁੰਦੇ ਆ। ਹੋ ਸਕਦੀਆਂ ਨੇ। ਜਿੱਥੋਂ ਤੱਕ ਦਿੱਲੀ ਦਾ ਸਵਾਲ ਹੈ, ਉੱਥੇ ਪੁਲਿਸ ਕਦੇ ਵੀ ਦਿੱਲੀ ਸਰਕਾਰ ਦੇ ਅੰਡਰ ਨਹੀਂ ਰਹੀ।
ਕੇਂਦਰ ਸਰਕਾਰ ਦੇ ਅੰਡਰ ਹੁੰਦੀ ਆ। ਇਹਨਾਂ ਦੇ ਕੋਲ ਦਿੱਲੀ ਸਰਕਾਰ ਦੇ ਕੋਲ ਇੱਕ ਚੀਫ ਸੈਕਟਰੀ ਸੀ। ਰਾਤ 11 ਵਜੇ ਹੁੰਦੀ ਮੀਟਿੰਗ ਦੇ ਵਿੱਚ ਉਹਦਾ ਤੇ 2-3 MLAs ਦਾ ਝਗੜਾ ਹੋਇਆ। ਉਹਨੇ ਬਣਾਇਆ ਮੇਰੇ ਉੱਤੇ ਹਮਲਾ ਹੋ ਗਿਆ। ਉਹ ਹਮਲੇ ਵਾਲੀ ਕਹਾਣੀ ਬਹੁਤ ਭਾਜਪਾ ਨੇ ਪ੍ਰਚਾਰੀ ਸੀ। ਇਹਦੇ ਬਾਵਜੂਦ ਲੋਕਾਂ ਨੇ ਉਸ ਹਮਲੇ ਵਾਲੀ ਗੱਲ ਨੂੰ ਵੀ ਨੈਗੇਟਿਵ ਰੰਗ 'ਚ ਲਿਆ ਕਿ ਇਹ ਹਮਲਾ ਘੱਟ ਹੈ ਤੇ ਪ੍ਰਚਾਰ ਵੱਧ ਹੋ ਰਿਹਾ। ਉਹ ਚੀਫ ਸੈਕਟਰੀ ਨੂੰ ਬਾਅਦ 'ਚ ਭਾਜਪਾ ਕੇਂਦਰ ਸਰਕਾਰ 'ਚ ਵੀ ਲੈ ਗਈ। ਜੋ ਕੁਝ ਹੋਇਆ ਵੱਖਰੀ ਗੱਲ ਹੈ, ਬਹੁਤ ਕੁਝ ਹੁੰਦਾ ਰਿਹਾ। ਇੱਥੇ ਵੀ ਜਿਹੜਾ ਮਮਤਾ ਬੈਨਰਜੀ ਨੇ ਪਿਛਲਾ ਚੀਫ ਸੈਕਟਰੀ ਬਣਾਇਆ ਸੀ ਪੱਛਮੀ ਬੰਗਾਲ ਦਾ, ਉਹ ਅੰਦਰੋਂ ਭਾਜਪਾ ਨਾਲ ਰਲਿਆ ਸੀ। ਅਸਤੀਫਾ ਦੇ ਕੇ ਹੁਣ ਭਾਜਪਾ ਵਾਲੇ ਪਾਸਿਓਂ ਉਸ ਸੀਟ ਤੋਂ ਚੋਣ ਲੜਦਾ ਪਿਆ ਜਿੱਥੇ ਪਿਛਲੀ ਵਾਰੀ ਮਮਤਾ ਬੈਨਰਜੀ ਜਿੱਤੀ ਸੀ। ਭਵਾਨੀਪੁਰ ਕਲਕੱਤੇ ਸ਼ਹਿਰ ਦੇ ਵਿਚਾਲੇ ਇੱਕ ਇਲਾਕਾ ਹੈ, ਉਹ ਸੀਟ ਤੋਂ ਲੜਦਾ ਪਿਆ। ਉਹ ਕੱਲ੍ਹ ਤੱਕ ਮਮਤਾ ਬੈਨਰਜੀ ਦੀ ਪਸੰਦ ਦਾ ਅਫਸਰ ਸੀ, ਚੀਫ ਸੈਕਟਰੀ ਸੀ, ਤੇ ਅਚਾਨਕ ਉਹ ਭਾਜਪਾ ਵੱਲੋਂ ਖਲੋ ਗਿਆ। ਇਸੇ ਤਰ੍ਹਾਂ ਹੀ ਹੁਣ ਜਿਹੜੇ ਬਾਕੀ ਅਫਸਰ ਨੇ, ਤੁਸੀਂ ਇਹ ਵੇਖੋ ਕਿ ਉੱਥੇ ਕਈ ਵਾਰੀ ਅਸੀਂ ਪੁਲਿਸ ਵਾਲਿਆਂ ਨੂੰ ਵੇਖਦੇ ਹਾਂ, 2-3 ਪੁਲਿਸ ਕਮਿਸ਼ਨਰ ਜਿਹੜੇ ਆ ਉਹ ਭਾਜਪਾ ਦੇ ਵੱਲੋਂ ਚੋਣਾਂ ਲੜੇ ਨੇ। ਜਿਹੜਾ ਫੌਜ ਦਾ ਜਨਰਲ VK ਸਿੰਘ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੀ ਪਸੰਦ ਹੁੰਦਾ ਸੀ, ਆਖਰੀ 2 ਮਹੀਨਿਆਂ 'ਚ ਜਾ ਕੇ ਸਰਕਾਰ ਦੇ ਖਿਲਾਫ ਬੋਲਣ ਲੱਗ ਪਿਆ। ਅਸਤੀਫਾ ਦੇ ਕੇ ਭਾਜਪਾ ਵੱਲੋਂ ਚੋਣ ਲੜਿਆ ਤੇ ਫਿਰ ਭਾਜਪਾ ਨੇ ਪਿਛਲੀ ਵਾਰੀ ਵੀ 5 ਸਾਲ ਉਹਨੂੰ ਮੰਤਰੀ ਰੱਖਿਆ ਸੀ ਕੇਂਦਰ ਦਾ, ਹੁਣ ਫਿਰ ਮੰਤਰੀ ਹੈ। ਇਹ ਬੰਦੇ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਨੌਕਰੀ ਕਿਸੇ ਦੀ ਕਰਦੇ ਆ, ਅੱਖਾਂ ਕਿਸੇ ਹੋਰ ਪਾਸੇ ਮਿਲਾ ਕੇ ਰੱਖਦੇ ਆ। ਇਹ ਕੰਮ ਇਸ ਵੇਲੇ ਪੱਛਮੀ ਬੰਗਾਲ 'ਚ ਵੀ ਹੋ ਸਕਦਾ, ਪਰ ਜੇ ਗੱਲ ਲੋਕਾਂ 'ਚ ਚਲੀ ਗਈ ਤੇ ਜਿਨ੍ਹਾਂ ਨੇ ਇਹ ਖੇਡ ਖੇਡੀ ਆ ਉਹਨਾਂ ਵਾਸਤੇ ਮਹਿੰਗੀ ਵੀ ਪੈ ਸਕਦੀ। ਬਿਲਕੁਲ। ਅੱਛਾ ਪਰ ਸਾਹਿਬ ਇੱਕ ਚੀਜ਼ ਮੇਰੀ ਯਾਦ ਆਈ, ਜਿੱਦਾਂ ਆਪਣਾ ਬਜਟ ਸੈਸ਼ਨ ਜਿਹਾ ਖਤਮ ਹੋਇਆ ਉਦੋਂ ਕੁ ਜਿਵੇਂ ਆ ਹਰਿਆਣੇ ਵਾਲਾ ਸੈਸ਼ਨ ਵੀ ਚੱਲਦਾ ਸੀ, ਕਿਉਂਕਿ ਵਿਧਾਨ ਸਭਾ ਦੀ ਬਿਲਡਿੰਗ ਤਾਂ ਸੇਮ ਹੀ ਹੈ, ਵਿੱਚੋਂ ਹੀ ਕੰਧ ਮਾਰੀ ਇੱਕ ਤਰ੍ਹਾਂ ਨਾਲ 2 ਭਰਾਵਾਂ ਦੀ ਜਿਹਦਾ ਵੰਡ ਹੁੰਦੀ ਹੈ। ਉਦੋਂ ਸ਼੍ਰੋਮਣੀ ਅਕਾਲੀ ਦਲ ਦੇ MLA ਸਾਹਿਬਾਨ ਮਜੀਠੀਆ ਸਾਹਿਬ ਦੀ ਅਗਵਾਈ ਜਿਹੜਾ ਜਾ ਕੇ ਉੱਥੇ ਖੱਟਰ ਸਾਹਿਬ ਦਾ ਘਰਾਓ ਵਾਲੀ ਘਟਨਾ ਸੀ, ਉਹਦੇ ਤੇ ਕਹਿੰਦੇ ਹੁਣ ਉਹ ਕੇਸ ਕੂਸ ਕਰਨ ਦੇ ਲਈ ਉਹਨਾਂ ਨੇ ਵਾਹਵਾ ਕਹੀ ਇਹ ਗੱਲ, ਉਹ ਕਿੱਥੇ ਕੱਪੜੀ ਦੀ ਚੀਜ਼। ਦੇਖੋ, ਜੋ ਉਹਨੇ ਅਕਾਲੀਆਂ ਕੀਤਾ ਗਲਤ ਕੀਤਾ। ਅਸੈਂਬਲੀ ਦੀ ਬਿਲਡਿੰਗ ਸਾਂਝੀ ਆ, ਉਹ 'ਚ 40% ਹਰਿਆਣੇ ਦੇ ਕੋਲ ਆ, 60% ਪੰਜਾਬ ਕੋਲ ਹੈ। ਉਹਦੇ ਅੰਦਰੇ ਅੰਦਰ ਸ਼ਾਇਦ 7 ਰਸਤੇ ਆ ਇੱਕ ਦੂਜੇ 'ਚ ਆਉਣ ਜਾਣ ਦੇ। ਇਹਨਾਂ ਨੇ ਉੱਥੇ ਮੌਕਾ ਵੇਖ ਕੇ ਇਹ ਦੱਸਣ ਲਈ ਕਿ ਅਸੀਂ ਕਿਸਾਨਾਂ ਦੇ ਬਹੁਤ ਵੱਡੇ ਹਮਾਇਤੀ ਹਾਂ, ਬਾਹਰ ਖਲੋਤੇ ਰਹੇ। ਗੱਲ ਨਿਕਲ ਗਈ ਕਿ ਇਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਘੇਰਨਾ। ਸਿਕਿਉਰਿਟੀ ਵਾਲਿਆਂ ਨੇ ਜਿੱਧਰ ਰੈਂਪ ਸੀ ਉਸ ਪਾਸੇ ਸਿਕਿਉਰਿਟੀ ਵਧਾਤੀ। ਇਹ ਬਾਹਰ ਜਾ ਕੇ ਗੱਡੀਆਂ 'ਚ ਬਹਿ ਗਏ, ਉਹਨਾਂ ਸਮਝਿਆ ਚੱਲੇ ਆ। ਜਦੋਂ ਦੂਸਰੇ ਪਾਸੇ ਦੀ ਮੁੱਖ ਮੰਤਰੀ ਨਿਕਲਿਆ ਮਨੋਹਰ ਲਾਲ ਖੱਟਰ, ਇਹਨਾਂ ਭੱਜ ਕੇ ਜਾ ਕੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਅੱਗੇ ਪੁਲਿਸ ਆ ਗਈ, ਮੀਡੀਆ ਵਾਲੇ ਉਹਦੇ ਕੋਲ ਸਨ, ਇਹ ਕਾਲੇ ਝੰਡੇ ਲਹਿਰਾਉਂਦੇ ਰਹੇ। ਉਹਨੂੰ ਹਰਿਆਣੇ ਦੀ ਸਰਕਾਰ ਨੇ ਸੀਰੀਅਸਲੀ ਲਿਆ। ਉਹਨਾਂ ਦੇ ਸਪੀਕਰ ਵਿਧਾਨ ਸਭਾ ਵਾਲੇ ਨੇ ਪੰਜਾਬ ਦੇ ਸਪੀਕਰ ਨਾਲ ਗੱਲ ਕੀਤੀ। ਇਹਨੇ ਆਖਿਆ ਜੀ ਜੋ ਹੋਇਆ ਗਲਤ ਹੋਇਆ, ਅੱਗੇ ਤੋਂ ਨਹੀਂ ਹੋਣਾ ਚਾਹੀਦਾ, ਮੈਂ ਮੁਆਫੀ ਮੰਗਦਾ। ਹੁਣ ਹਰਿਆਣੇ ਦੀ ਵਿਧਾਨ ਸਭਾ ਨੇ ਇਹਨਾਂ 9 ਅਕਾਲੀਆਂ ਦੇ ਖਿਲਾਫ MLAs ਦੇ ਖਿਲਾਫ ਕੇਸ ਦਰਜ ਕਰਾਇਆ। ਮੈਂ ਕਹਿੰਦਾ ਅਕਾਲੀਆਂ ਗਲਤ ਕੀਤਾ, ਪਰ ਕੇਸ ਦਰਜ ਨਹੀਂ ਕਰਾਉਣਾ ਚਾਹੀਦਾ। ਉਹਦਾ ਕਾਰਨ ਕੀ ਹੈ ਕਿ ਪਹਿਲ ਪੰਜਾਬ ਦੇ ਅਕਾਲੀ MLAs ਨੇ ਬਿਲਕੁਲ ਨਹੀਂ ਕੀਤੀ। ਇਹਦੇ ਤੋਂ 4-5 ਸਾਲ ਪਹਿਲਾਂ ਇੱਕ ਵਾਰੀ ਦੋਵੇਂ ਵਿਧਾਨ ਸਭਾ ਲੱਗੀਆਂ ਸੀ, ਪੰਜਾਬ ਦਾ ਵੀ ਸੈਸ਼ਨ ਚੱਲਦਾ ਸੀ, ਉਹਨਾਂ ਦਾ ਵੀ। ਹਰਿਆਣੇ ਦੀ ਵਿਧਾਨ ਸਭਾ 'ਚੋਂ 20-25 MLA ਉੱਠ ਕੇ ਆਏ ਤੇ ਪੰਜਾਬ ਦਾ ਜਿੱਥੇ ਹਾਊਸ ਚੱਲਦਾ ਪਿਆ ਸੀ ਉਹਦੇ ਦਰਵਾਜ਼ੇ ਤੇ ਖਲੋ ਕੇ ਪੰਜਾਬ ਸਰਕਾਰ ਮੁਰਦਾਬਾਦ ਇਹਨਾਂ ਨੇ ਨਾਅਰੇ ਲਾਤੇ। ਜੇ ਅੰਦਰੋਂ ਉਹ ਵੀ ਉਸੇ ਵੇਲੇ ਉੱਠ ਕੇ ਇਹਨਾਂ ਦੇ ਗਲ ਪੈ ਜਾਂਦੇ, ਸੈਸ਼ਨ ਉਹਨਾਂ ਨੂੰ ਬੰਦ ਕਰਨਾ ਪਿਆ ਸੀ। ਫਿਰ ਦੋਵਾਂ ਧਿਰਾਂ ਦੇ MLA ਪੱਗੋ ਹੱਥੀ ਹੁੰਦੇ ਤੇ ਚੰਗਾ ਲੱਗਦਾ ਸੀ। ਉਹਨਾਂ ਸ਼ੁਰੂਆਤ ਕੀਤੀ ਸੀ। ਜੇ ਹੁਣ ਇਹਨਾਂ ਤੇ ਮਜੀਠੀਆ ਹੋਰਾਂ ਤੇ ਕੇਸ ਦਰਜ ਕਰਨਾ ਤੇ ਉਦੋਂ ਵਾਲਾ ਕੇਸ ਕੱਢ ਕੇ ਪਹਿਲਾਂ ਹਰਿਆਣੇ ਵਾਲਿਆਂ ਦੇ ਉੱਤੇ ਵੀ ਨਾਲ ਦਰਜ ਕਰ ਲੈਣ, ਤੇ ਜੇ ਨਹੀਂ ਤੇ ਦੋਵੇਂ ਧਿਰਾਂ ਇੱਕ ਸਮਝੌਤਾ ਕਰ ਲੈਣ ਕਿ ਅੱਗੇ ਤੋਂ ਆਪੋ ਆਪਣੀ ਲక్ష్మణ ਰੇਖਾ ਦੇ ਵਿੱਚ ਰਹਿਣਾ, ਕਿਸੇ ਨੇ ਵੀ ਹੱਦ ਨਹੀਂ ਟੱਪਣੀ। ਜੋ ਉਹਨਾਂ ਕੀਤਾ ਸੀ ਉਹ ਵੀ ਗਲਤ ਕੀਤਾ, ਜੋ ਮਜੀਠੀਆ ਸਾਹਿਬ ਦੀ ਅਗਵਾਈ 'ਚ ਅਕਾਲੀਆਂ ਕੀਤਾ ਇਹ ਵੀ ਗਲਤ ਕੀਤਾ। ਅੱਗੇ ਤੋਂ ਇੱਕ ਦੂਸਰੇ ਨਾਲ ਕੋਈ ਨਾ ਇੱਦਾਂ ਕਰੇ, ਇਹ ਮਰਿਆਦਾ ਕਾਇਮ ਰੱਖਣੀ ਚਾਹੀਦੀ ਆ। ਆਹ ਕੇਸਾਂ ਨਾਲ ਮਸਲਾ ਹੱਲ ਨਹੀਂ ਹੋਣ ਲੱਗਾ ਜੀ। ਚਲੋ ਇਹ ਵੀ ਗੱਲ ਕਲੀਅਰ ਹੋ ਗਈ। ਇੱਕ ਪਰ ਸਾਹਿਬ ਆਪਾਂ ਵਾਹਵਾ ਬਾਰੇ ਗੱਲ ਕਰਦੇ ਹੁੰਦੇ ਸੀ ਪਹਿਲਾਂ ਕਿ ਹੌਲੀ ਹੌਲੀ ਸਰਕਾਰ ਹੁਣ ਆਪਣੇ ਉਹਨਾਂ ਚੀਜ਼ਾਂ ਤੋਂ ਹੱਥ ਖਿੱਚਣ ਲੱਗ ਪਈ ਜਿੱਥੇ ਉਹਨੂੰ ਲੱਗਦਾ ਵੀ ਸਾਨੂੰ ਇਹਦੇ 'ਚ ਵੀ ਕੁਝ ਜ਼ਿੰਮੇਵਾਰੀ ਹੈ, ਉਹਦੇ 'ਚ ਵੀ ਕੁਝ ਜ਼ਿੰਮੇਵਾਰੀ ਹੈ, ਤੇ ਕਿਉਂ ਨਾ ਸਾਰੇ ਜਿਹੜੇ ਪ੍ਰਬੰਧ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਜਾਵੇ ਤੇ ਸਰਕਾਰ ਸਿਰਫ ਉੱਪਰਲੇ ਪਾਸੇ ਸਰਕਾਰ ਵਾਲਾ ਕੰਮ ਕਰੇ। ਹੁਣ ਏਅਰਪੋਰਟ ਬੜੀ ਦੇਰ ਤੋਂ ਇਸ ਚੀਜ਼ ਦੀ ਚਰਚਾ ਕਿ ਵੀ ਇੱਕ ਕਾਰਪੋਰੇਟ ਘਰਾਣੇ ਨੂੰ ਸੌਂਪੇ ਗਏ ਨੇ, ਤੇ ਹੁਣ ਜਿਹੜੀ ਇਹ ਗੱਲ ਚੱਲਣ ਲੱਗ ਪਈ 5 ਸ਼ਾਇਦ ਵੱਡੇ ਏਅਰਪੋਰਟ ਜਿਹੜੇ ਆ ਉਹਨਾਂ 'ਚ ਜਿਹੜਾ ਕੋਈ ਮਾੜਾ ਮੋਟੇ ਸਥਾਪਤੀ ਕਾਗਜ਼ਾਂ 'ਚ ਬੋਲਦਾ ਵੀ ਸੀਗਾ ਸਰਕਾਰ ਦਾ, ਉਹ ਵੀ ਉਹਨਾਂ ਨੇ ਲਾਂਭੇ ਕਰ ਲੈਣਾ। ਉਹ ਕੀ ਕਹਾਣੀ ਆ? ਸਰਕਾਰ ਹੌਲੀ ਹੌਲੀ ਇੱਕ ਇੱਕ ਕਰਕੇ ਉਹ ਸਾਰੇ ਏਅਰਪੋਰਟ ਜਿਹੜੇ ਆ ਉਸ ਵੱਡੇ ਘਰਾਣੇ ਨੂੰ ਦੇਈ ਜਾਂਦੀ ਆ। ਮੁੰਬਈ, ਹੈਦਰਾਬਾਦ, ਇਹ 5 ਏਅਰਪੋਰਟ ਹੋਰ ਉਹਨਾਂ ਨੇ ਮਿਥ ਲਏ ਆ, ਜਿਨ੍ਹਾਂ ਦੇ ਵਿੱਚ ਸਰਕਾਰ ਦਾ ਜਿੰਨਾ ਕੁ ਬਾਕੀ ਬਚਿਆ ਹਿੱਸਾ ਉਹ ਵੀ ਇਹਨਾਂ ਨੇ ਕੱਢ ਲੈਣਾ। ਉਹਦੇ 'ਚੋਂ ਜਿੰਨੇ ਪੈਸੇ ਮਿਲਦੇ ਆ ਸਰਕਾਰ ਨੇ ਲੈ ਲੈਣੇ ਆ, ਇੱਧਰ ਉੱਧਰ ਖਰਚ ਦੇਣਗੇ। ਚੋਣਾਂ 'ਚ ਵੀ ਸਰਕਾਰ
ਲੋਕਾਂ ਨੂੰ ਛੋਟਾਂ ਦੇਣ ਦੇ ਨਾਂ ਤੇ ਖਰਚ ਸਕਦੀ ਹੈ, ਪਰ ਉਹ 에ਅਰਪੋਰਟ ਇੱਕ ਇੱਕ ਕਰਕੇ ਸਾਰੇ ਭਾਰਤ ਦੇ 에ਅਰਪੋਰਟ ਇੱਕ ਇਕੱਲੇ ਘਰਾਣੇ ਦੀ ਜੇਬ 'ਚ ਪਾਏ ਜਾ ਰਹੇ ਆ। ਉਹਦੇ ਤੋਂ ਬਾਅਦ ਫਲਾਈਟਾਂ ਸਰਕਾਰੀ ਤੇ ਪ੍ਰਾਈਵੇਟ ਕਿੱਦਾਂ ਚੱਲਣੀਆਂ, ਇਹ ਸਾਰਾ ਕੁਝ ਉਸ ਇੱਕ ਆਦਮੀ ਦੀ ਮੁੱਠੀ 'ਚ ਹੋਵੇਗਾ। ਇਹ ਜੋ ਹੋ ਰਿਹਾ ਇਹ ਗਲਤ ਹੋ ਰਿਹਾ, ਪ੍ਰਭਾਵ ਤਾਂ ਇਹੋ ਹੀ ਆ। ਅੱਗੋਂ ਜਦੋਂ ਇਹਦੇ ਉੱਤੇ ਅਮਲ ਹੋਵੇਗਾ ਫਿਰ ਵੇਖਾਂਗੇ। ਬਿਲਕੁਲ ਸਹੀ। ਅੱਛਾ ਪੰਜ ਸਾਹਿਬ, ਮੈਂ ਸ੍ਰੀਲੰਕਾ ਦੀ ਗੱਲ ਇੱਕ ਤੁਹਾਡੇ ਕੋਲੋਂ ਪੁੱਛਣੀ ਸੀ। ਸ੍ਰੀਲੰਕਾ ਦੇ ਵਿੱਚ ਜਿਹੜਾ ਸ਼ਾਇਦ ਇੱਕ ਫੈਸਲਾ, ਪਤਾ ਨਹੀਂ ਹੁਣ ਉਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ, ਇਹ ਤਾਂ ਤੁਸੀਂ ਸਮਝਾਓਗੇ, ਬੁਰਕੇ ਦੇ ਉੱਪਰ ਪਾਬੰਦੀ ਤੇ 1000 ਦੇ ਕਰੀਬ ਜਿਹੜੇ ਕਹਿ ਲਓ ਕਿ ਕੱਟੜਪੰਥੀ ਸੋਚ ਨਾਲ ਸੰਬੰਧਿਤ ਮਦਰਸੇ ਨੇ, ਉਹਨਾਂ ਨੂੰ ਬੰਦ ਕਰਨ ਦੀ ਚਰਚਾ ਚੱਲੀ ਆ। ਉਹ ਕਿਸ ਚੀਜ਼ ਵੱਲ ਇਸ਼ਾਰਾ ਕਰਦੀ ਹੈ ਜੀ? ਦੇਖੋ, ਸ੍ਰੀਲੰਕਾ ਜਿਹੜਾ ਬੁੱਧ ਧਰਮ ਵਾਲਿਆਂ ਦੀ ਬਹੁਤ ਗਿਣਤੀ ਵਾਲਾ ਦੇਸ਼ ਹੈ। 2 ਸਾਲ ਪਹਿਲਾਂ ਉੱਥੇ ਇਸਲਾਮੀ ਦਹਿਸ਼ਤਗਰਦਾਂ ਨੇ, ਸਾਰਾ ਇਸਲਾਮ ਤੇ ਦਹਿਸ਼ਤਗਰਦ ਹੈ ਨਹੀਂ, ਇਸਲਾਮ ਦੇ ਨਾਂ ਤੇ ਦਹਿਸ਼ਤਗਰਦੀ ਕਰਨ ਵਾਲੇ ਕੁਝ ਟੋਲਿਆਂ ਨੇ ਈਸਾਈਆਂ ਦੇ ਕੁਝ ਚਰਚਾਂ ਤੇ ਹਮਲੇ ਕੀਤੇ, ਕੁਝ ਬੁੱਧ ਧਰਮ ਵਾਲਿਆਂ ਤੇ ਹਮਲੇ ਕੀਤੇ ਤੇ 100 ਤੋਂ ਵੱਧ ਲੋਕ ਮਾਰੇ ਗਏ ਸਨ। ਇੰਨੀਆਂ ਮੌਤਾਂ ਤੋਂ ਬਾਅਦ ਰੌਲਾ ਪੈਂਦਾ ਸੀ ਕਿ ਇੱਥੇ ਕੱਟੜਪੰਥ ਨੂੰ ਰੋਕਣਾ ਚਾਹੀਦਾ। ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਹੋਈਆਂ ਤੇ ਜਿਹੜਾ ਹੁਣ ਵਾਲਾ ਰਾਸ਼ਟਰਪਤੀ ਗੋਟਬਾਇਆ, ਉਹਨੇ ਕਿਹਾ ਸੀ ਜੇ ਮੈਂ ਜਿੱਤ ਗਿਆ ਫਿਰ ਮੇਰੀ ਸਰਕਾਰ ਬਣ ਗਈ ਤੇ ਅਸੀਂ ਬੁਰਕੇ ਤੇ ਵੀ ਪਾਬੰਦੀ ਲਾਵਾਂਗੇ ਤੇ ਕੱਟੜਪੰਥੀ ਮਦਰਸਿਆਂ ਤੇ ਵੀ ਲਾਵਾਂਗੇ। ਉਹ ਪਾਬੰਦੀ ਉਹਨਾਂ ਨੇ ਪਰਸੋਂ ਫੈਸਲਾ ਕਰ ਲਿਆ, ਸ਼ੁੱਕਰਵਾਰ ਨੂੰ, ਤੇ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਤੋਂ ਵੀ ਪਾਸ ਕਰਾ ਕੇ ਨੋਟੀਫਾਈ ਕਰ ਦੇਣਾ। ਫੈਸਲਾ ਠੀਕ ਆ ਗਲਤ ਆ ਉਹਨਾਂ ਦੇ ਦੇਸ਼ ਦਾ ਮਾਮਲਾ, ਪਹਿਲਾਂ ਫਰਾਂਸ ਨੇ ਵੀ ਤੇ ਇਹ ਫੈਸਲਾ ਕੀਤਾ ਹੀ ਆ, ਪਰ ਇਹਦਾ ਅਸਰ ਚੰਗਾ ਪੈਂਦਾ ਕਿ ਮਾੜਾ ਪੈਂਦਾ ਇਹ ਅਜੇ ਭਵਿੱਖ ਦੱਸੇਗਾ। ਅਸੀਂ ਅੱਜ ਦੀ ਤਰੀਕ 'ਚ ਕੁਝ ਨਹੀਂ ਦੱਸ ਸਕਦੇ। ਉੱਦਾਂ ਉਹਨਾਂ ਨੇ ਫੈਸਲਾ ਜਿਹੜਾ ਕੀਤਾ ਉਹ ਇਹ ਕਹਿੰਦੇ ਆ ਕਿ ਕੱਟੜਪੰਥ ਵੱਧਦਾ ਜਾ ਰਿਹਾ ਤੇ ਜਿਹੜੇ ਕੱਟੜਪੰਥੀ ਆ ਉਹ ਨੌਜਵਾਨ ਮੁਸਲਮਾਨਾਂ ਨੂੰ ਇਸ ਪਾਸੇ ਭਰਮਾ ਰਹੇ ਆ, ਤਾਂ ਇਹ ਫੈਸਲਾ ਕੀਤਾ ਨਹੀਂ, ਕਰਨਾ ਪਿਆ। ਜੀ, ਉਹਦੀ ਜ਼ਰੂਰਤ ਪੈ ਗਈ। ਇੱਕ ਪੰਜ ਸਾਹਿਬ, ਤੁਸੀਂ ਕਹਿਣਾ ਪਤਾ ਨਹੀਂ ਕਿਉਂ ਹੁਣੇ ਛੱਡਦਾ ਨਹੀਂ, ਕੋਈ ਨਾ ਕੋਈ ਗੱਲ ਪੁੱਛੀ ਜਾਂਦਾ। ਨਹੀਂ ਦੱਸੋ ਤੁਸੀਂ ਪਹਿਲਾਂ। ਮੈਂ ਡਿਫੈਂਸ ਲਾਈਨ ਵਾਲੀ ਗੱਲ ਪੁੱਛਣੀ ਮੈਂ ਲੱਗਾ ਕਰਨ। ਉਹ ਇਹ ਕਿ ਦੇਖੋ, ਉਹਨਾਂ ਦਾ ਬੁਰਕਾ ਆਪਣੀ ਥਾਂ, ਉੱਦਾਂ ਔਰਤਾਂ ਨੂੰ ਸਾਰੀ ਦੁਨੀਆ 'ਚ ਖੁੱਲ੍ਹਾ ਮਿਲੀਆਂ। ਔਰਤਾਂ ਕਾਰਾਂ ਚਲਾਉਣ ਲੱਗੀਆਂ, ਔਰਤਾਂ ਜਹਾਜ਼ ਉਡਾਉਣ ਲੱਗੀਆਂ, ਔਰਤਾਂ ਚੰਦ ਤੱਕ ਪਹੁੰਚੀਆਂ। ਔਰ ਸਾਡੇ ਪਰਿਵਾਰਾਂ ਦੇ ਵਿੱਚੋਂ ਜਦੋਂ ਔਰਤਾਂ ਨੇ ਇੰਨੀ ਤਰੱਕੀ ਕੀਤੀ ਹੈ, ਉਸ ਦੇਸ਼ ਵਿੱਚ ਬੁਰਕੇ ਦਾ ਮਾਮਲਾ ਉਹਨਾਂ ਦਾ ਹੋਵੇਗਾ। ਸਾਨੂੰ ਇਹ ਨੋਟ ਕਰਨਾ ਚਾਹੀਦਾ ਕਿ ਔਰਤਾਂ ਕਾਫੀ ਤਰੱਕੀ ਕਰ ਰਹੀਆਂ ਤੇ ਇਹਨਾਂ ਨੂੰ ਰਾਹ ਖੁੱਲ੍ਹੇ ਛੱਡਣੇ ਚਾਹੀਦੇ ਆ। ਇਹ ਗੱਲ ਕਰਦਿਆਂ ਮੈਨੂੰ ਅਚਾਨਕ ਯਾਦ ਆ ਗਈ ਇੱਕ ਛੋਟੀ ਜੀ ਬੱਚੀ, ਉਹਨੇ ਪਿਛਲੇ ਦਿਨੀ ਪਰਮਵੀਰ ਬਾਠ ਨਾਲ ਫੋਨ ਦੇ ਉੱਤੇ ਤਾਲਮੇਲ ਕਿਸੇ ਤਰੀਕੇ ਕੀਤਾ ਤੇ ਬਾਠ ਹੋਰਾਂ ਨੇ ਮੈਨੂੰ ਆਖਿਆ, 1 ਮਾਰਚ ਦੇ ਦਿਨ ਉਹ ਸਾਡੇ ਪ੍ਰਾਈਮ ਏਸ਼ੀਆ ਦਫ਼ਤਰ ਆਈ। ਉਹਨੇ ਕਿਤਾਬ ਲਿਖੀ ਹੈ ਜਿਸ ਦਿਨ ਤੋਂ ਕਿਸਾਨ ਐਜੀਟੇਸ਼ਨ ਸ਼ੁਰੂ ਹੋਈ ਤੇ ਦਿੱਲੀ ਵਾਲੇ ਬਾਰਡਰਾਂ ਤੱਕ ਪਹੁੰਚੀ, 31 ਦਸੰਬਰ ਤੱਕ ਦੀ ਕਿਤਾਬ ਹੈ। ਮੈਂ ਹੈਰਾਨ ਹਾਂ, ਉਸ ਕਿਤਾਬ ਦੇ ਵਿੱਚ ਸਾਰਾ ਰੋਜ਼ਨਾਮਚਾ ਵੀ ਉਹਨੇ ਸਮੇਂ ਦਾ ਭਰਿਆ ਪਿਆ। ਅੰਗਰੇਜ਼ੀ ਦੀ ਕਿਤਾਬ ਹੈ, ਕਿਤਾਬ ਦਾ ਨਾਂ ਇਨਕਲਾਬ 2020 ਹੈ। ਅੱਛਾ, ਉਹ ਕੈਂਬਰਿਜ ਸਕੂਲ ਦੀ ਪੜ੍ਹੀ ਹੈ ਉਹਨੇ। ਉਹਦੇ ਨਾਲ ਆਪਣੇ ਵੱਲੋਂ ਜਿਹੜੇ ਕਮੈਂਟਸ ਦਿੱਤੇ ਆ ਉਹ ਮੈਚੋਰ ਨੇ ਬਹੁਤ ਜ਼ਿਆਦਾ, ਔਰ ਪਰਪੱਕ ਨੇ, ਸਿਆਣੇ ਨੇ। ਉਹ ਜਦੋਂ ਉਹ ਸਾਰਾ ਕੁਝ ਮੈਂ ਮੋਟੀ ਝਾਤੀ ਮਾਰੀ, ਅਜੇ ਕਿਤਾਬ ਤਾਂ ਮੈਂ ਬਾਅਦ 'ਚ ਪੜ੍ਹਨੀ ਸੀ ਤੇ ਫਿਰ ਮੈਂ ਪੜ੍ਹੀ ਵੀ। ਤੇ ਮੈਂ ਅਚਾਨਕ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ, ਉੱਦਾਂ ਤੇ ਕੁੜੀਆਂ ਦੀ ਉਮਰ ਪੁੱਛੀ ਦੀ ਨਹੀਂ, ਪਰ ਤੇਰੀ ਕਿੰਨੀ ਕੁ ਹੋ ਗਈ ਆ? ਹੱਸ ਕੇ ਕਹਿੰਦੀ, ਅੰਕਲ ਅੱਜ ਮੇਰਾ ਬਰਥਡੇ ਆ, ਅੱਜ ਮੈਂ 17 ਸਾਲਾਂ ਦੀ ਹੋਈ ਹਾਂ। 17 ਸਾਲਾਂ ਦੀ ਬੱਚੀ, ਉਹ ਐਡੀ ਵੱਡੀ ਕਿਤਾਬ, ਉਹਦਾ ਨਾਮ ਅਮਰਵੀਰ ਕੌਰ ਆ। ਉਹ ਬੱਚੀ 17 ਸਾਲਾਂ ਦੀ ਉਮਰ 'ਚ ਕਿਸਾਨਾਂ ਦੇ ਰੋਜ਼ਨਾਮਚੇ ਦੇ ਉੱਤੇ, ਕਿਸਾਨਾਂ ਦੀਆਂ ਮੰਗਾਂ ਦੇ ਉੱਤੇ, ਮੰਗਾਂ ਦੇ ਵਿੱਚ ਡਾਇਵਰਸੀਫਿਕੇਸ਼ਨ ਜਿਹੜੀ ਆ, ਸਰਕਾਰ ਦਾ ਪੱਖ ਵੀ, ਕਿਸਾਨਾਂ ਦਾ ਪੱਖ ਵੀ, ਤੇ ਜਿਹੜੇ ਇਹਨਾਂ ਦੇ ਵਿੱਚ ਵੱਖ-ਵੱਖ ਧਾਰਾਵਾਂ ਚੱਲਦੀਆਂ ਨੇ, ਕਿਹੜੀ ਜਥੇਬੰਦੀ ਕਿੱਦਾਂ ਵੱਖਰੀ ਚੱਲਦੀ ਹੈ, ਉਗਰਾਹਾਂ ਜਥੇਬੰਦੀ ਕੀ ਕਰਦੀ ਹੈ, ਰਾਜੇਵਾਲ ਕੀ ਕਹਿੰਦਾ, ਟਕੈਤ ਹੋਰੀ ਕਿੱਦਾਂ ਆਏ, ਦੂਸਰੇ ਕੌਣ-ਕੌਣ ਸ਼ਾਮਲ ਨੇ, ਪੰਜਾਬ ਦੀ ਸਰਕਾਰ ਕੀ ਕਰਦੀ ਹੈ, ਦਿੱਲੀ ਸਰਕਾਰ ਕੇਜਰੀਵਾਲ ਦਾ ਕੀ ਰੋਲ ਆ, ਇਸ ਤਰ੍ਹਾਂ ਦੀ ਡਾਕੂਮੈਂਟੇਸ਼ਨ ਵੀ ਨਾਲ ਤੇ ਨਾਲ ਆਪਣਾ ਪੱਖ ਵੀ ਉਹਨੇ ਦਿੱਤਾ ਕਿ ਮੈਂ ਹੈਰਾਨ ਹੈ ਕਿ ਜੇ ਛੋਟੀ ਜੀ ਬੱਚੀ ਇਸ ਤਰ੍ਹਾਂ ਕਰ ਸਕਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜੇ ਧੀਆਂ ਨੂੰ ਮੌਕਾ ਦਿੱਤਾ ਜਾਵੇ ਤੇ ਉਹ ਧੀਆਂ ਸਾਡੇ ਲੋਕਾਂ ਵਾਸਤੇ ਬਹੁਤ ਵੱਡਮੁੱਲੀਆਂ ਚੀਜ਼ਾਂ ਵੀ ਪੇਸ਼ ਕਰ ਸਕਦੀਆਂ। ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਮੈਂ ਇਹਨੂੰ ਸ੍ਰੀਲੰਕਾ ਦੇ ਬੁਰਕੇ ਨਾਲ ਬਿਲਕੁਲ ਨਹੀਂ ਜੋੜ ਰਿਹਾ, ਮੈਂ ਇਸ ਗੱਲ ਨਾਲ ਜੋੜ ਰਿਹਾ ਕਿ ਜਿੱਥੇ ਵੀ ਧੀਆਂ ਨੂੰ ਮੌਕਾ ਦਿੱਤਾ ਗਿਆ ਉਹਨਾਂ ਨੇ ਕੁਝ ਕਰਕੇ ਵਿਖਾਇਆ ਤੇ ਉਹਨਾਂ ਨੂੰ ਇਸੇ ਤੋਂ ਹੀ ਸਬਕ ਮਿਲਦਾ ਕਿ ਹੋਰ ਮੌਕੇ ਵੱਧ ਤੋਂ ਵੱਧ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਉਹਨਾਂ ਦਾ ਸਮਾਜ ਨੂੰ ਫਾਇਦਾ ਹੋ ਸਕੇ। ਬਿਲਕੁਲ। ਪਰ ਸਰ, ਜਾਂਦੇ ਉਹ ਸਵਾਲ ਮੇਰੇ ਜ਼ਿਹਨ 'ਚ ਰਹਿ ਜਾਣਾ ਨਹੀਂ ਤਾਂ,
ਉਹ 에ਅਰਪੋਰਟਾਂ ਤੋਂ ਗੱਲ ਸੀ, ਪਰ ਹੁਣ ਮੇਰੇ ਸੁਣ 'ਚ ਵੀ ਆਈ ਸ਼ਾਇਦ ਕਿ ਜਿਹੜੀਆਂ ਡਿਫੈਂਸ ਲੈਂਡਸ ਹੁੰਦੀਆਂ, ਜਿਹੜੀਆਂ ਫੌਜ ਦੀਆਂ ਜ਼ਮੀਨਾਂ ਨੇ, ਉਹਨਾਂ ਨੂੰ ਵੇਚਣ ਦੀ ਚਰਚਾ ਚੱਲੀ। ਹੁਣ ਫੌਜ ਦੀਆਂ ਜ਼ਮੀਨਾਂ ਨੂੰ ਤਾਂ ਨਹੀਂ ਮੇਰਾ ਖਿਆਲ ਵੇਚਿਆ ਜਾਣਾ ਚਾਹੀਦਾ, ਕਿਉਂਕਿ ਫੌਜ ਨੂੰ ਤਾਂ ਜ਼ਮੀਨਾਂ ਦੀ ਲੋੜ ਹੀ ਹੁੰਦੀ ਹੈ ਕਿਤੇ ਨਾ ਕਿਤੇ। ਪਰ ਇਹ ਫੈਸਲਾ ਜੇ ਆਇਆ ਤੇ ਇਹਨੂੰ ਕਿਵੇਂ ਦੇਖਦੇ ਹੋ? ਨਰਿੰਦਰ ਚੰਚਲ ਤੁਰ ਗਿਆ ਦੁਨੀਆ ਤੋਂ। ਉਹਨੇ ਇੱਕ ਵਾਰੀ ਗੀਤ ਸ਼ਾਇਦ ਗਾਇਆ ਸੀਗਾ, ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁਝ ਢਹਿੰਦਾ। ਤੁਹਾਨੂੰ ਸ਼ਾਇਦ ਜ਼ਿਆਦਾ ਪਤਾ ਹੋਵੇ, ਗੁੱਸੇ ਨੇ ਗਾਇਆ ਸੀ। ਜੀ ਜੀ। ਇੱਥੇ ਇਹ ਆ ਕਿ ਅਸੀਂ ਕਹਿੰਦੇ ਸਾਂ ਸਰਕਾਰ ਨੇ 에ਅਰਲਾਈਨ ਵੇਚਣੀ ਆ, ਸ਼ਿਪਿੰਗ ਕਾਰਪੋਰੇਸ਼ਨ ਵੇਚਣੀ ਆ, 에ਅਰਪੋਰਟ ਵੇਚਣੇ, ਜੋ ਵੇਚਣਾ ਵੇਚੀ ਜਾਓ, ਘੱਟੋ ਘੱਟ ਦੇਸ਼ ਦੀ ਰਾਖੀ ਵਾਲੀ ਫੌਜ ਨੂੰ ਤੇ ਬਚੇ ਰਹਿਣ ਦਿਓ। ਹੁਣ ਸਰਕਾਰ ਨੇ ਫੈਸਲੇ ਬੜੇ ਅਜੀਬ ਕੀਤੇ ਆ। ਰੇਲਵੇ ਲਾਈਨਾਂ ਦੇ ਨਾਲ ਅੰਗਰੇਜ਼ਾਂ ਦੇ ਵਕਤ ਤੋਂ ਹੀ ਬਹੁਤ ਖੁੱਲ੍ਹੀਆਂ ਥਾਵਾਂ ਰੱਖੀਆਂ ਗਈਆਂ ਸਨ ਕਿ ਜੇ ਕਿਸੇ ਥਾਂ ਤੇ ਜੰਕਸ਼ਨ ਬਣਾਉਣਾ ਪਵੇ, ਕਿਤੇ ਗੋਦਾਮ ਬਣਾਉਣੇ ਪੈਣ, ਕਿਤੇ ਨਵੀਆਂ ਲਾਈਨਾਂ ਕੱਢਣੀਆਂ ਪੈਣ ਤੇ ਨਵੀਂ ਜ਼ਮੀਨ ਨਾ ਖਰੀਦਣੀ ਪਵੇ। ਹੁਣ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਸਾਰੀਆਂ ਹੀ ਜਿਹੜੀਆਂ ਵਾਧੂ ਜ਼ਮੀਨਾਂ ਨੇ ਉਹ ਵੇਚ ਦਿੱਤੀਆਂ ਜਾਣ। ਅਗਲੀ ਗੱਲ ਇਹ ਆ ਕਿ ਫੌਜ ਨੇ ਹਰ ਜ਼ਿਲ੍ਹੇ 'ਚ ਭਾਰਤ ਦੇ 'ਚ ਖੁੱਲ੍ਹੀਆਂ ਜ਼ਮੀਨਾਂ ਰੱਖੀਆਂ ਜਿੱਥੇ ਜਾ ਕੇ ਐਮਰਜੈਂਸੀ ਵੇਲੇ ਕੈਂਪ ਲਾਏ ਜਾਣ। ਉਹ ਐਮਰਜੈਂਸੀ ਜੰਗ ਦੀ ਵੀ ਹੋ ਸਕਦੀ ਹੈ, ਐਮਰਜੈਂਸੀ ਅੰਦਰੂਨੀ ਹਾਲਾਤ ਦੀ ਵੀ ਹੋ ਸਕਦੀ ਹੈ, ਐਮਰਜੈਂਸੀ ਹੜ੍ਹਾਂ ਦੀ ਵੀ ਹੋ ਸਕਦੀ ਹੈ, ਕਿਸੇ ਵੀ ਕਿਸਮ ਦੀ ਹੋ ਸਕਦੀ ਹੈ। ਉੱਥੇ ਫੌਜ ਆਵੇ ਤੇ ਆਪਣੇ ਕੈਂਪ ਲਾ ਸਕੇ। ਹਰ ਜ਼ਿਲ੍ਹੇ ਵਿੱਚ ਐਕਸਰਸਾਈਜ਼ ਵਾਸਤੇ ਵੀ ਰੱਖੇ ਸਨ। ਤੇ ਹੁਣ ਕੀ ਹੈ, ਪਤਾ ਲੱਗਾ ਕਿ ਭਾਰਤ ਸਰਕਾਰ ਡਿਫੈਂਸ ਮਹਿਕਮੇ ਦੀਆਂ ਉਹ ਸਾਰੀਆਂ ਜ਼ਮੀਨਾਂ ਵੀ ਵੇਚਣ ਲੱਗੀ ਹੈ। ਫੈਸਲਾ ਇਹ ਹੈ ਕਿ ਸਾਰੀਆਂ ਜ਼ਮੀਨਾਂ ਵੇਚ ਕੇ ਜਿਹੜਾ ਪੈਸਾ ਆਵੇਗਾ ਉਹਦੇ 'ਚੋਂ ਕੁਝ ਫੌਜ ਦੀ ਬਿਹਤਰੀ ਵਾਸਤੇ ਲਾਇਆ ਜਾਵੇਗਾ ਤੇ ਕੁਝ ਪੈਸਾ ਸਰਕਾਰ ਦਾ ਕੰਸੋਲੀਡੇਟਡ ਫੰਡ, ਸਰਕਾਰੀ ਖਜ਼ਾਨਾ ਕੇਂਦਰ ਸਰਕਾਰ ਦਾ, ਉਹ 'ਚ ਪਾ ਦਿੱਤਾ ਜਾਵੇਗਾ। ਯਾਰ ਕੇਂਦਰ ਸਰਕਾਰ ਨੇ ਪਹਿਲਾਂ ਰਿਜ਼ਰਵ ਬੈਂਕ ਤੋਂ ਵੀ ਇੱਕ ਵਾਰੀ 50,000 ਕਰੋੜ, ਇੱਕ ਵਾਰੀ ਫਿਰ 50,000 ਕਰੋੜ, ਪਤਾ ਨਹੀਂ ਕਿੰਨੇ ਕਰੋੜ ਲੈ ਲਏ ਨੇ। ਰੇਲਵੇ ਤੋਂ ਵੀ ਲਈ ਜਾ ਰਹੀ ਹੈ, ਇੰਨੀਆਂ ਕੰਪਨੀਆਂ ਵੀ ਵੇਚੀ ਜਾ ਰਹੀ ਹੈ, ਸਭ ਕੁਝ ਵੇਚ ਕੇ ਇੰਨੇ ਲੱਖ ਕਰੋੜ ਲੈ ਲਏ ਆ। ਤੇ ਇਹ ਫਿਰ ਪੈਸਾ ਜਾਂਦਾ ਕਿੱਥੇ ਪਿਆ? ਦੇਸ਼ ਦੇ ਲੋਕਾਂ ਨੂੰ ਸਮਝ ਲੱਗੇ ਹੁਣ ਜੇ ਫੌਜ ਦੀਆਂ ਜ਼ਮੀਨਾਂ ਵੀ ਵੇਚ ਦੇਣੀਆਂ, ਬਾਕੀ ਤਾਂ ਫਿਰ ਛਾਉਣੀਆਂ ਰਹਿ ਜਾਣਗੀਆਂ। ਇਹਨਾਂ ਕੁਝ ਕਰਕੇ ਵੀ ਫਿਰ ਤੁਸੀਂ ਕੇਂਦਰ ਵਿੱਚੋਂ ਹੀ ਉੱਥੋਂ ਕੁਝ ਵੇਚਣਾ ਸ਼ੁਰੂ ਕਰਦੇ ਹੋ, ਬਾਹਰ ਕਿਉਂ ਕਰਦੇ ਹੋ? ਇਹ ਫੌਜਾਂ ਵੇਚਣ ਵਾਲਾ ਕੰਮ, ਜਿਹੜਾ ਫੌਜਾਂ ਦੀ ਜ਼ਮੀਨ ਵੇਚਣ ਵਾਲਾ ਕੰਮ ਹੈ, ਇਹ ਠੀਕ ਨਹੀਂ ਕੀਤਾ ਜਾ ਰਿਹਾ। ਮੇਰੀ ਸਮਝ ਇਹ ਆ ਕਿ ਇਹਦੇ ਨਾਲ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੀ ਗੱਲ ਹੋਵੇਗੀ। ਘੱਟੋ ਘੱਟ ਫੌਜ ਦੀਆਂ ਜ਼ਮੀਨਾਂ, ਅਸੀਂ ਰੇਲਵੇ ਦੀਆਂ ਵੀ ਬਰਦਾਸ਼ਤ ਕਰ ਲਈਆਂ ਸੀ, ਫੌਜ ਦੀਆਂ ਜ਼ਮੀਨਾਂ ਨੂੰ ਨਹੀਂ ਸੀ ਛੇੜਿਆ ਜਾਣਾ ਚਾਹੀਦਾ। ਬਿਲਕੁਲ ਜੀ। ਤੁਹਾਨੂੰ ਸਾਹਿਬ, ਜੇ ਮੈਂ ਗਲਤ ਨਾ ਹੋਵਾਂ ਤੇ ਆਖਰੀ 30 ਸਕਿੰਟ ਆਪਣੇ ਕੋਲ ਬਚੇ ਨੇ, ਕੋਈ ਗੱਲ ਮੈਂ ਕਹਿਣੀ ਭੁੱਲ ਗਿਆ ਹੋਵਾਂ ਜਾਂ ਪੁੱਛਣੀ ਭੁੱਲ ਗਿਆ ਹੋਵਾਂ, ਜਾਂ ਕੋਈ ਮੈਸੇਜ ਤੁਸੀਂ ਕੋਈ ਸਾਂਝਾ ਕਰਨਾ ਚਾਹੋਗੇ? ਮੈਂ ਇੱਕੋ ਮੈਸੇਜ ਦੇਵਾਂਗਾ ਕਿ ਅਜੇ ਤੱਕ ਵੀ ਜਿਹੜੇ ਕੁਝ ਬਹੁਤੇ ਸਿਆਣੇ ਲੋਕ ਇਹ ਕਹੀ ਜਾਂਦੇ ਆ ਕਿ ਕਰੋਨਾ ਕੋਈ ਬਿਮਾਰੀ ਨਹੀਂ, ਇਹ ਵਹਿਮ ਹੈ, ਉਹਨਾਂ ਵਹਿਮ ਪਾਉਣ ਵਾਲਿਆਂ ਨੂੰ ਆਖੋ ਤੁਸੀਂ ਵਹਿਮ ਮੰਨੋ, ਤੁਹਾਡੀ ਮਰਜ਼ੀ, ਇਸ ਵਹਿਮ 'ਚ ਰਹਿੰਦੇ ਰਹੋ। ਪਰ ਅਕਲ ਕਰਨੀ ਚਾਹੀਦੀ ਹੈ। ਜਿੱਥੇ ਜਿੱਥੇ ਹੈਗੇ ਆ, ਆਪਣੇ ਦੇਸ਼ ਦੀਆਂ ਸਰਕਾਰ ਦੀਆਂ ਕਰੋਨਾ ਤੋਂ ਬਚਾਅ ਵਾਸਤੇ ਜਿੰਨੀਆਂ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੇ ਉਹਦੇ ਬਚਾਅ ਵਾਸਤੇ ਜਿਹੜੇ ਵੀ ਪ੍ਰਬੰਧ ਕੀਤੇ ਹੋਣ, ਉਹਨਾਂ ਪ੍ਰਬੰਧਾਂ ਨੂੰ ਖੁਦ ਅਪਣਾਉਣਾ ਚਾਹੀਦਾ ਤੇ ਹਰ ਮਾਮਲੇ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ। ਬਚਾਓ ਵਿੱਚ ਹੀ ਬਚਾਓ ਹੈ, ਜਾਨ ਹੈ ਤੇ ਜਹਾਨ ਹੈ। ਤੇ ਜੇ ਅਸੀਂ ਇਸ ਤਰ੍ਹਾਂ ਦੇ ਵਹਿਮਾਂ 'ਚ ਪੈ ਰਹੇ ਤੇ ਫਿਰ ਸਾਡਾ ਬਚਾਅ ਕਿਸੇ ਨੇ ਬਾਹਰੋਂ ਆ ਕੇ ਨਹੀਂ ਕਰਨਾ। ਆਓ ਰਲ ਮਿਲ ਕੇ ਆਪਣੇ ਆਪ ਨੂੰ ਬਚਾਈਏ, ਸਮਾਜ ਨੂੰ ਬਚਾਈਏ। ਜਿੱਥੇ ਵੀ ਹੈਗੇ ਹੋ, ਜਿਹੜੇ ਵੀ ਦੇਸ਼ ਵਿੱਚੋਂ, ਜਿਹੜੇ ਵੀ ਸ਼ਹਿਰ ਜਾਂ ਪਿੰਡ ਵਿੱਚੋਂ, ਇਹਨੂੰ ਘੱਟੋ ਘੱਟ ਸੀਰੀਅਸਲੀ ਜ਼ਰੂਰ ਲਓ, ਇਹ ਮੇਰੀ ਅਪੀਲ ਹੈ। ਤੁਹਾਨੂੰ ਸਾਹਿਬ, ਤੁਸੀਂ ਸਮਾਂ ਕੱਢਿਆ ਜੀ, ਇੰਨੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਤੁਹਾਡਾ ਜੀ। ਜੀ ਸ਼ੁਕਰੀਆ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਸ ਕਰਦੇ ਹਾਂ ਕਿ ਹੈ ਤਾਂ ਚਲੋ ਤਕਨੀਕ ਦੇ ਮਾਧਿਅਮ ਰਾਹੀਂ, ਪਰ ਫਿਰ ਵੀ ਅਸੀਂ ਆਪਸ 'ਚ ਮਿਲ ਕੇ ਜਿਹੜੀ ਇਹ ਗੱਲਬਾਤ ਜਾਂ ਜਿਹੜੀਆਂ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ, ਉਹਨੂੰ ਆਪ ਜੀ ਪਿਆਰ ਦਿੰਦੇ ਰਹੋਗੇ। ਪ੍ਰਾਈਮ ਏਸ਼ੀਆ ਟੀਵੀ ਨੂੰ ਦੇਖਣ ਦੇ ਲਈ, ਪਿਆਰ ਦੇਣ ਲਈ ਬਹੁਤ ਧੰਨਵਾਦ। ਹੁਣ ਦਿਓ ਇਜਾਜ਼ਤ ਗੁਰਪ੍ਰੀਤ ਸੰਧਾਵਾਲੀਆ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।